सो देखो आपां हुण जिवें व्हीटस्टोन ब्रिज प्रिंसिपल तुहानूं करवाया सी मैं कैपेसिटर्स दे विच ना, उवें आपां व्हीटस्टोन ब्रिज प्रिंसिपल आपां इत्थे भी कर सकते हैं रजिस्टर्स दे केस दे विच भी। व्हीटस्टोन ब्रिज प्रिंसिपल उत्थे आपां चार्ज नूं देखदे ना, चार्ज किधरों किधर गया कितना गया, आपां इत्थे करंट बारे गल करांगे बस। सो बेसिकली ब्रिज बिल्कुल उवें शो करांगे पहलां वांगू ही कि मान लो जे कोई भी रेजिस्टेंस है इस तरह, लेट इट बी P, एंड इस तरह कोई रेजिस्टेंस है लेट इट बी Q, इधर कोई रेजिस्टेंस है लेट इट बी R, इधर कोई रेजिस्टेंस है लेट इट बी S। इस तरह अपने को PQRS रेजिस्टेंस है ने ते आ पॉइंट ने जेडे दो जिन्हां दे विचकार रेजिस्टेंस नूं आपां लाया है इस तरह, आ पॉइंट है ते आ पॉइंट है ते इहदे विच जिहड़ी ब्रिज वायर है हुण तुसीं समझदे हो ना ब्रिज वायर किहड़ी हुंदी है, ए वाली ब्रिज वायर हुंदी है, समझाया तुहानूं पहलां भी। ਇਹਦੇ ਵਿੱਚ ਮੰਨ ਲਓ मैं कोई रेजिस्टेंस लगा देना या फिर मैं गैल्वेनोमीटर सेट कर देना सिर्फ देखने के लिए कि ब्रिज बैलेंस है कि नहीं, ਤੇ ਆਪਾਂ ਨੂੰ ਜੇ ਹੁਣ ਇਹਨੂੰ ਪ੍ਰੂਵ ਕਰਨਾ ਹੋਵੇ ਕਿ ਮੰਨ ਲਓ ਕਿ ਬੇਸਿਕਲੀ ਪ੍ਰੂਵ ਕਰੋ ਕਿ व्हीटस्टोन ब्रिज प्रिंसिपल ਕੰਮ ਕਰਦਾ ਹੈ। व्हीटस्टोन ब्रिज प्रिंसिपल ਕੀ ਹੈ ਆਪਾਂ ਦੱਸੋ। ਆਪਾਂ ਇਹ ਕੀਤਾ ਸੀ ਕਿ ਆਹ ਜਿਹੜਾ ਪੁਆਇੰਟ B ਹੈ ਉੱਪਰਲਾ, ਇਸ ਪੁਆਇੰਟ ਦਾ ਨਾਮ ਤੁਸੀਂ ਰੱਖ ਲਓ A, ਇਹਦਾ ਨਾਮ ਰੱਖ ਲਓ B, ਇਹਦਾ ਨਾਮ ਰੱਖ ਲਓ C, ਇਹਦਾ ਨਾਮ ਰੱਖ ਲਓ D। ਤੇ ਤੁਹਾਨੂੰ ਮੈਂ ਸਮਝਾਇਆ ਹੈ ਚੰਗੀ ਤਰ੍ਹਾਂ ਕਿ ਜੇ ਪੋਟੈਂਸ਼ੀਅਲ B ਦਾ ਜ਼ਿਆਦਾ ਹੋਏਗਾ ਤਾਂ ਕਰੰਟ ਉੱਪਰੋਂ ਨੀਚੇ ਆਏਗਾ, ਜੇ D ਦਾ B ਨਾਲੋਂ ਜ਼ਿਆਦਾ ਆਇਆ ਤਾਂ ਗੈਲਵੇਨੋਮੀਟਰ ਵਿੱਚ ਕਰੰਟ ਨੀਚੇ ਉੱਪਰ ਜਾਏਗਾ। ਜੇ B ਤੇ D ਦਾ ਪੋਟੈਂਸ਼ੀਅਲ ਬਿਲਕੁਲ ਬਰਾਬਰ ਹੋ ਗਿਆ then ਇਹਦਾ ਮਤਲਬ ਕੀ ਹੋਏਗਾ ਦੱਸੋ। this implies ਜਿਹੜਾ ਕਰੰਟ ਇਨ ਬ੍ਰਿਜ ਵਾਇਰ ਕੀ ਹੋਏਗਾ, ਕੀ ਹੋਏਗਾ ਵੀ ਹੋਏਗਾ ਹੀ ਨਹੀਂ, ਹੋਏਗਾ ਹੀ ਨਹੀਂ, ਜ਼ੀਰੋ ਹੋਏਗਾ। ਤਾਂ ਆਪਾਂ ਜਦੋਂ ਕਹਿੰਦੇ ਆ B ਤੇ D ਦਾ ਪੋਟੈਂਸ਼ੀਅਲ ਬਰਾਬਰ ਹੋ ਜਾਏ ਜਾਂ ਇਸ ਵਾਇਰ ਵਿੱਚ ਰੈੱਡ ਵਾਲੀ ਵਾਇਰ 'ਚ ਕਰੰਟ ਨਾ ਆ ਰਿਹਾ ਹੋਵੇ ਤਾਂ ਆਪਾਂ ਕਹਿੰਦੇ ਕਿ that Wheatstone bridge is balanced। ਤਾਂ ਉਹਨੂੰ ਕੀ ਕਹਿੰਦੇ ਆ, then this implies that this is called balanced Wheatstone bridge, balanced Wheatstone bridge। ਤੇ ਆਪਾਂ ਨੂੰ ਇਸ ਗੱਲ ਬਾਰੇ ਇਹ ਵੀ ਆਪਾਂ ਡਿਰਾਈਵ ਕੀਤਾ ਸੀ ਕਿ ਬੈਲੈਂਸ Wheatstone bridge ਦੀ ਕੰਡੀਸ਼ਨ ਕੀ ਹੈ। ਤਾਂ ਉਹਦੇ ਲਈ ਆਪਣੇ ਕੋਲ ਕੀ ਕੰਡੀਸ਼ਨ ਹੁੰਦੀ ਹੈ, ਦੇਖੋ the condition for balanced Wheatstone bridge, balanced Wheatstone bridge is P over Q should be equal to R over S। Resistances the values भी उसी तरह रेशियो चुनी, this P over this Q is R over this S। ਇਹ ਸਭ ਕੰਮ ਤੁਸੀਂ ਕੈਪੈਸਿਟਰ ਦੇ ਲਈ ਕੀਤਾ ਸੀ, ਰੈਜ਼ਿਸਟਰ ਲਈ ਵੀ ਵੈਲਿਡ ਹੈ। ਤੁਹਾਨੂੰ ਜਿਹੜੇ ਬੋਰਡ ਐਗਜ਼ਾਮਸ ਦੇ ਵਿੱਚ ਕੈਪੈਸਿਟਰ ਵਾਲਾ Wheatstone bridge ਘੱਟ ਆਉਂਦਾ ਹੈ, ਪਰ बोर्ड एग्जाम च ਤੁਹਾਨੂੰ ਸਕੂਲ एग्जाम ਦੇ ਵਿੱਚ ਇਹ ਵਾਲਾ ਪੁੱਛਿਆ ਜਾਏਗਾ that prove ਕਰੋ ਜਾਂ state and prove Wheatstone bridge principle। so state and prove ਕਿਵੇਂ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਮੰਨ ਲਓ ਕੁਐਸਚਨ ਆ ਗਿਆ that state and prove, ਇਸ ਤਰ੍ਹਾਂ ਹੀ ਪੇਪਰ ਚ ਆਏਗਾ prove Wheatstone bridge principle। ਮੈਂ ਥੋੜਾ ਸ਼ਾਰਟ ਚ ਲਿਖਤਾ ਪ੍ਰਿੰਸੀਪਲ। ਤਾਂ ਤੁਸੀਂ ਕਿਵੇਂ ਸਟੇਟ ਕਰੋਗੇ ਐਂਡ ਪ੍ਰੂਵ ਕਰੋਗੇ। ਸਟੇਟ ਲਈ ਤਾਂ ਤੁਹਾਨੂੰ ਪਤਾ ਹੈ, ਹੁਣ ਮੈਂ ਪਿੱਛੇ ਹੀ ਕਰ ਚੁੱਕਾ ਹਾਂ। that state ਕਿਵੇਂ ਕਰੋਗੇ, that कोई भी स्ट्रक्चर बना दे उस तरह का आ जो पिछे बनाया सी आपां, then when the potential at B and potential at D are equal and there is no current in the bridge wire, है ना, जो भी तुसी शो कर दोगे, then we say that bridge is balanced and the condition for the balanced Wheatstone bridge is that P over Q is equal to R over S। ये अपना हो गया ਉਹਦੀ स्टेटमेंट। ਤੇ स्टेटमेंट ਜਿਹੜੀ ਆ ਉਹ ਤੁਸੀਂ ਬੁੱਕ ਦੇ ਵਿੱਚੋਂ ਵੀ ਦੇਖ ਸਕਦੇ ਹੋ, ਕਰ ਸਕਦੇ ਹੋ। ਸੋ ਮੈਂ ਇਹਨੂੰ ਨਹੀਂ ਲਿਖਣ ਜਾ ਰਿਹਾ ਇੱਥੇ, ਮੈਂ ਸਿੱਧੇ ਪ੍ਰੂਫ ਕਰਨ ਜਾ ਰਿਹਾ ਇਹਦਾ। ਜਿਹੜਾ ਪ੍ਰੂਫ ਕਿਵੇਂ ਕਰਾਂਗੇ, ਪ੍ਰੂਫ ਬਿਲਕੁਲ ਸਿੰਪਲ ਹੈ, ਉਵੇਂ ਹੀ ਹੈ ਜਿਵੇਂ ਪਹਿਲਾਂ ਤੁਸੀਂ ਪ੍ਰੂਫ ਕੀਤੇ ਨੇ ਕੈਪੈਸਿਟਰ ਦੇ ਕੇਸ 'ਚ। ਆ ਮੰਨ ਲਓ ਗੈਲਵੇਨੋਮੀਟਰ, ਤੇ ਗੈਲਵੇਨੋਮੀਟਰ ਦੀ ਰੈਜ਼ਿਸਟੈਂਸ ਮੰਨ ਲਓ G ਹੈ, ਠੀਕ ਆ, ਸੌਖਾ ਰਹੇਗਾ। ਗੈਲਵੇਨੋਮੀਟਰ ਦਾ ਨਾਮ ਵੀ G ਤੇ ਲਿਖ ਦਿੰਦੇ ਆਪਾਂ, ਤੇ ਉਹਦੇ ਵਿੱਚ ਜਿਹੜੀ ਰੈਜ਼ਿਸਟੈਂਸ ਹੈ ਉਸ ਰੈਜ਼ਿਸਟੈਂਸ ਦਾ ਨਾਮ ਵੀ G ਰੱਖ ਦਿਓ ਤੁਸੀਂ। ਤੇ ਆਪਾਂ ਕੀ ਕਰਨਾ ਹੈ, ਆਪਾਂ ਇਹਦੇ ਅਕ੍ਰੋਸ ਬੈਟਰੀ ਲਗਾਣੇ ਇੱਕ, ਤੇ ਦੇਖਦੇ ਹਾਂ ਕਿ ਕਰੰਟ ਕਿਵੇਂ ਜਾਏਗਾ। ਇਸ ਦੇ ਅਕ੍ਰੋਸ ਇੱਥੇ ਬੈਟਰੀ ਲਗਾਓ ਕੋਈ ਆਪਣੇ ਵੱਲੋਂ, ਤੇ ਬਸ ਇਹ ਦੇਖੋ ਕਿ ਕਰੰਟ ਕਿਸ ਤਰ੍ਹਾਂ ਜਾਏਗਾ। बैटरी ਦਾ EMF ਕੁਝ ਵੀ ਹੋ ਸਕਦਾ ਹੈ, ਡਸਨਟ ਮੈਟਰ। ਇੱਥੋਂ ਕਰੰਟ I ਐਂਟਰ ਕਰੇਗਾ, ਤੁਸੀਂ ਆਪਣੇ ਮਰਜ਼ੀ ਨਾਲ ਇਹਨੂੰ ਬਣਾ ਦਿਓ। ਇੱਧਰ ਮੰਨ ਲਓ I1 ਗਿਆ, ਤੇ ਤੁਹਾਨੂੰ ਕਿਉਂਕਿ ਆਦਤ ਐਂ ਪਾਣੀ ਚਾਹੀਦੀ ਹੈ ਹਮੇਸ਼ਾ ਨਿਊਮੈਰੀਕਲ ਵਿੱਚ, ਆਪਾਂ ਇੱਥੇ ਕੀ ਲਿਖਾਂਗੇ I minus I1 ਲਿਖ ਦਿੰਦੇ ਰੈਦਰ ਦੈਨ I2 ਲਿਖਣ ਦੇ, ਹੈ ਨਾ, ਬਹੁਤ ਸੌਖਾ ਰਹੇਗਾ। ਤੇ I1 ਕਰੰਟ ਇੱਧਰ ਆਏਗਾ, ਇੱਥੇ ਪਹੁੰਚ ਜਾਏਗਾ, ਤੇ I minus I1 ਕਰੰਟ ਇੱਧਰ ਆ ਜਾਏਗਾ, I minus I1। ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਨਾਲ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ ਬ੍ਰਿਜ ਬੈਲੈਂਸ ਹੈ ਕਿ ਨਹੀਂ ਹਲੇ,
ਤੁਸੀਂ ਆਪਣੀ ਮਰਜ਼ੀ ਨਾਲ ਬ੍ਰਿਜ ਵਾਇਰ ਚ ਕਰਨ, ਚਾਹੇ ਨੀਚੋਂ ਉੱਪਰ ਨੂੰ ਦਿਖਾ ਦਿਓ, ਚਾਹੇ ਉੱਪਰੋਂ ਨੀਚੇ ਨੂੰ, ਪਰ ਦੋਨੋਂ ਕੰਮ ਨਹੀਂ ਕਰਨੇ ਕਿਸੇ ਇੱਕ ਡਾਇਰੈਕਸ਼ਨ। ਉਹ ਤੁਸੀਂ ਆਪ ਚੂਜ਼ ਕਰ ਲਓ, ਤੁਸੀਂ ਆਪ ਚੂਜ਼ ਕਰ ਲਓ ਕਿਵੇਂ ਕਰਨਾ। ਮੰਨ ਲਓ ਕਿ ਤੁਸੀਂ ਕਹਿਤਾ ਵੀ ਆ ਇਧਰੋਂ ਨੀਚੇ ਨੂੰ ਦਿਖਾ ਦੇਣਾ, ਜਸਟ ਐਗਜ਼ਾਮਪਲ ਲਈ ਇਸ ਕਰੰਟ ਨੂੰ ਆਪਾਂ ਕਹਿ ਦਿੰਦੇ ਆ IG, ਨੀਚੇ ਨੂੰ ਕਰੰਟ ਆ ਰਿਹਾ। ਜੇ ਆ ਕਰੰਟ ਨੀਚੇ ਨੂੰ ਆਇਆ I - IG, ਤਾਂ ਤੁਸੀਂ ਦੱਸੋ ਫਿਰ ਇੱਧਰ ਕਿੰਨਾ ਕਰੰਟ ਜਾਏਗਾ? ਆ ਜਾਏਗਾ। ਤੇ ਇੱਥੇ ਕਿੰਨਾ ਕਰੰਟ, ਇੱਥੇ IG ਇਧਰੋਂ ਆ ਜਾਏਗਾ, ਤਾਂ ਇੱਧਰ ਕਿੰਨਾ ਕਰੰਟ ਜਾਏਗਾ ਦੱਸੋ? ਕੋਈ ਹੈ ਨਹੀਂਗਾ ਕਲਾਸ ਲੱਗਦਾ? यस सर। यस सर। ਤਾਂ I - 7 + IG ਹੈ ਨਾ, ਆ ਕਰੰਟ ਦੋਨੋਂ ਇਕੱਠੇ ਆਣਗੇ, ਮੁੜ ਕੇ ਆ ਦੇਖੋ IG ਨਾਲ IG ਕੱਟਿਆ ਗਿਆ, I1 ਨਾਲ I1 ਕੱਟਿਆ, ਕੱਲ I ਬਣ ਗਿਆ, ਇੱਧਰ I ਨਿਕਲ ਜਾਏਗਾ। ਇਸ ਤੋਂ ਬਾਅਦ ਤੁਸੀਂ ਕੀ ਕਰਦੇ ਹੁੰਦੇ ਸੀ ਪ੍ਰੂਫ ਕਰਨ ਲਈ? ਆ A ਹੈ, ਆ B ਹੈ, ਆ C ਹੈ ਤੇ ਆ D ਹੈ। ਤੁਸੀਂ ਕੀ ਕਰੋਗੇ ਹੁਣ? ਆਪਾਂ ਲੂਪ ਰੂਲ ਲਗਾਵਾਂਗੇ, KVL ਲਗਾਵਾਂਗੇ। यस सर। ਜਿਹੜੀ ਮਰਜ਼ੀ ਲੂਪ ਲਗਾ, ਪਹਿਲਾਂ ਇੱਕ A B D A ਚ ਲਗਾ ਦਿਓ, ਉਸ ਤੋਂ ਬਾਅਦ ਫਿਰ KVL ਲਗਾਓਗੇ ਤੁਸੀਂ ਇਨ B C D B ਚ, ਹਨਾ। ਪਹਿਲਾਂ ਆਪਾਂ ਕੀਤਾ ਹੈ ਇਹ ਸਭ ਕੁਝ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਫॉर ਬੈਲੈਂਸ ਬ੍ਰਿਜਸਟੋਨ ਬ੍ਰਿਜ ਕੀ ਹੋਣਾ ਚਾਹੀਦਾ ਹੈ? ਬੋਲੋ, ਕੀ ਹੋਣਾ ਜ਼ਰੂਰੀ ਹੈ? IG = 0 ਪੁੱਟ ਕਰ ਦੋਗੇ। ਫਿਰ ਦੋ ਕੰਡੀਸ਼ਨ ਆਲਰੇਡੀ ਦੋ ਆਣਗੀਆਂ ਇਕੁਏਸ਼ਨਸ, ਉਹਨਾਂ ਦੋਨੋਂ ਇਕੁਏਸ਼ਨਸ ਤੋਂ ਆਪਾਂ ਨੂੰ ਮਿਲ ਜਾਏਗਾ ਡਿਵਾਈਡ ਕਰਕੇ P/Q = R/S। ਯਾਦ ਆਇਆ ਸਾਰਿਆਂ ਨੂੰ? ਕੀਤਾ ਹੈ ਆਪਾਂ? यस सर। Yes, sir. ਬਸ ਸਿੰਪਲ ਜੀ ਗੱਲ ਹੈ। ਇਸ ਨੂੰ ਕਹਿੰਦੇ ਨੇ ਵੀਟਸਟੋਨ ਬ੍ਰਿਜ ਪ੍ਰਿੰਸੀਪਲ। ਇਹਨੂੰ ਵੀ ਆਪਾਂ ਯੂਜ਼ ਕਰਾਂਗੇ ਬਿਲਕੁਲ ਉਵੇਂ ਰੈਜ਼ਿਸਟਰਸ ਲਈ ਜਿਵੇਂ ਆਪਾਂ ਕੈਪੈਸਿਟਰਸ ਨੂੰ ਕਰਦੇ ਸੀ। ਹੁਣ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ, ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਣ ਜਾ ਰਿਹਾ, ਉਹ ਤੁਹਾਨੂੰ ਵੈਸੇ ਪਤਾ ਹੋਣੀ ਚਾਹੀਦੀਆਂ ਨੇ। ਤੁਹਾਨੂੰ ਲਾਈਵ ਦਿਖਾ ਵੀ ਦੇਵਾਂਗੇ ਤੁਹਾਨੂੰ, ਪਰ ਮਤਲਬ ਇੱਕ ਵਾਰ ਫਿਲਹਾਲ ਮੈਂ ਇੱਥੇ ਦੱਸਣ ਜਾ ਰਿਹਾ ਉਹਨਾਂ ਦੇ ਬਾਰੇ। ਕੁਝ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਨੰਬਰ 1 ਹੈਗੀ ਹੈ ਰੈਜ਼ਿਸਟੈਂਸ ਬਾਕਸ। ਰੈਜ਼ਿਸਟੈਂਸ ਬਾਕਸ ਕੀ ਹੁੰਦਾ ਆ? ਇੱਕ ਤਾਂ ਤੁਹਾਨੂੰ ਆ ਪਤਾ ਹੋਣਾ ਚਾਹੀਦਾ। ਬਾਕੀ ਆ ਲੈਕਚਰ ਦੇ ਐਂਡ ਵਿੱਚ ਨਾ ਮੈਂ ਤੁਹਾਨੂੰ ਹੁਣੇ ਇੱਥੇ YouTube ਓਪਨ ਕਰਕੇ ਤੁਹਾਨੂੰ ਦਿਖਾ ਵੀ ਦੂੰਗਾ, ਤੁਸੀਂ ਦੇਖ ਸਕਦੇ ਹੋ। ਰੈਜ਼ਿਸਟੈਂਸ ਬਾਕਸ ਕੀ ਹੈ? ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਬਾਕਸ ਹੁੰਦਾ ਹੈ, ਇਸ ਤਰ੍ਹਾਂ ਦਾ 3 ਡਾਈਮੈਂਸ਼ਨਲੀ ਤੁਸੀਂ ਇਮੇਜਿਨ ਕਰ ਲਓ, ਕੋਈ ਜਿਵੇਂ ਨਾਰਮਲ ਡੱਬਾ ਹੁੰਦਾ ਕੋਈ ਇਸ ਤਰ੍ਹਾਂ ਦਾ। ਉਸ ਬਾਕਸ ਵਿੱਚ ਕੀ ਹੈ? ਇੱਥੇ ਆਪਾਂ ਕਨੈਕਸ਼ਨ ਕਰ ਸਕਦੇ ਹਾਂ, ਇੱਥੇ ਵੀ ਤੇ ਇੱਥੇ ਵੀ ਕਨੈਕਸ਼ਨ ਕਰਤਾ। ਉਹਦੇ ਅੰਦਰ ਕੀ ਹੁੰਦਾ? ਰੈਜ਼ਿਸਟੈਂਸਿਸ ਹੁੰਦੀਆਂ ਨੇ ਤੇ ਉਹਦੇ ਉੱਪਰ ਨਾ ਸਵਿਚ ਲੱਗੇ ਹੁੰਦੇ ਨੇ, ਜਿਵੇਂ ਆਹ ਸਵਿਚ ਹੈ ਮੰਨ ਲਓ, ਠੀਕ ਹੈ। ਆਹ ਸਵਿਚ ਜਿਹੜਾ ਆ ਇਹ ਕੰਡਕਟਰ ਦਾ ਬਣਿਆ ਹੋਇਆ ਵਾ, ਇਹਦੇ ਨੀਚੇ ਨਾ ਇਸ ਤਰ੍ਹਾਂ ਰੈਜ਼ਿਸਟੈਂਸ ਲੱਗੀ ਹੁੰਦੀ ਹੈ, ਇਸ ਤਰ੍ਹਾਂ, ਠੀਕ ਹੈ, ਇਸ ਤਰ੍ਹਾਂ। ਤੇ ਇਸ ਤਰ੍ਹਾਂ ਇੱਕ ਨਾ ਉਹ ਬਣਿਆ ਹੁੰਦਾ, ਸਮਝ ਲਓ ਇਹ ਸਵਿਚ ਨੂੰ ਫਸਾਉਣ ਦੇ ਲਈ ਇਸ ਤਰ੍ਹਾਂ ਗੋਲ ਗੋਲ ਜਿਹਾ ਇਹਦੇ ਰਾਉਂਡ ਰਾਉਂਡ ਇਸ ਤਰ੍ਹਾਂ, ਠੀਕ ਹੈ। ਆਹ ਸਵਿਚ ਜਿਹੜਾ ਹੁੰਦਾ ਇਹਦੇ ਉੱਪਰ ਲਿਖਿਆ ਹੁੰਦਾ, ਮੰਨ ਲਓ 1 ਓਮ ਲਿਖਿਆ ਹੈ, ਠੀਕ ਹੈ। ਹੁਣ ਆਹ ਜਿਹੜਾ ਰੈੱਡ ਕਲਰ ਦਾ ਜਿਹੜਾ ਇਹ ਹੈਗਾ, ਇਹ ਕੀ ਹੈ? ਕੰਡਕਟਿੰਗ ਮਟੀਰੀਅਲ ਆ। ਆਹ ਜਿਹੜਾ ਹੈਗਾ ਵੀ ਕੰਡਕਟਿੰਗ ਮਟੀਰੀਅਲ ਆ, ਨੀਚੇ ਰੈਜ਼ਿਸਟੈਂਸ ਫਸਾਈ ਹੋਈ ਉਹਨਾਂ ਨੇ। ਤਾਂ ਹੁੰਦਾ ਕੀ ਆ? ਇਹ ਸਭ ਕਨੈਕਸ਼ਨ ਇਸ ਤਰ੍ਹਾਂ ਜੁੜੇ ਹੁੰਦੇ ਨੇ, ਇਸ ਤਰ੍ਹਾਂ ਕਿ ਜੇ ਮੈਂ ਇਸ ਸਵਿਚ ਨੂੰ ਅੰਦਰ ਪਾ ਕੇ ਰੱਖੂੰਗਾ, ਆਹ ਜਿਹੜਾ ਸਵਿਚ 1 ਓਮ ਵਾਲਾ ਅੰਦਰ ਪਾ ਕੇ ਰੱਖੂੰਗਾ, ਤਾਂ ਕਰੰਟ ਨੂੰ ਜਾਣ ਲਈ ਰਸਤਾ ਮਿਲੇਗਾ। ਦੇਖੋ ਇੱਥੋਂ ਐ ਕਰੰਟ ਆਏਗਾ, ਐ ਕਰਕੇ ਕਰੰਟ ਨੇ ਦੇਖੋ ਇੱਥੇ ਆ ਕੇ ਨੀਚੇ ਰੈਜ਼ਿਸਟੈਂਸ ਵਿੱਚ ਲੰਘਣਾ ਕਿ ਨਹੀਂ ਲੰਘਣਾ? ਨਹੀਂ ਲੰਘਣਾ ਨਾ। ਕਿਉਂ ਨਹੀਂ ਲੰਘਣਾ? ਕਿਉਂਕਿ ਉੱਪਰ ਹੈਗਾ ਤਾਂ ਕੰਡਕਟਿੰਗ ਰਸਤਾ ਇਹਦੇ ਕੋਲ, ਜਿਸ ਕੋਲ ਰੈਜ਼ਿਸਟੈਂਸ ਹੈ ਹੀ ਨਹੀਂ, ਤਾਂ ਕਰੰਟ ਐ ਨਿਕਲ ਜਾਏਗਾ। ਕਲੀਅਰ ਹੈ ਗੱਲ? Yes. तो आ स्विच ਜਦੋਂ ਤੱਕ ਇਹਦੇ ਅੰਦਰ ਪਾ ਕੇ ਰੱਖਦੇ ਹੋ, ਜਦੋਂ ਤੱਕ ਇਸ ਤਰ੍ਹਾਂ ਪਾ, ਉਦੋਂ ਤੱਕ ਕੋਈ ਰੈਜ਼ਿਸਟੈਂਸ ਵੈਲਿਡ ਨਹੀਂ, ਕੋਈ ਇਨਵੋਲਵਡ ਨਹੀਂ ਹੁੰਦੀ। ਤੇ ਜਦੋਂ ਆ ਸਵਿਚ ਨੂੰ ਬਾਹਰ ਕੱਢ ਲੈਣਗੇ, ਆ ਸਵਿਚ ਨੂੰ ਬਾਹਰ ਕੱਢ ਲਿਆ, ਮੰਨ ਲਓ ਆ ਸਵਿਚ ਨੂੰ ਬਾਹਰ ਕੱਢਤਾ ਇਹਦੇ ਵਿੱਚੋਂ, ਤੇ ਆ ਕਨੈਕਸ਼ਨ ਟੁੱਟ ਗਿਆ, ਸਵਿਚ ਬਾਹਰ ਕੱਢ ਲਿਆ ਮੈਂ, ਤਾਂ ਹੁਣ ਕਰੰਟ ਕੋਲ ਜਾਣ ਲਈ ਰਸਤਾ ਕਿਹੜਾ ਬਚਿਆ? रेजिस्टेंस। ਆ ਵਾਲਾ। ਤਾਂ ਆ ਰੈਜ਼ਿਸਟੈਂਸ 1 ਓਮ ਦੀ ਲਗਾਈ ਹੁੰਦੀ ਹੈ ਬੇਸਿਕਲੀ। ਕੀ ਜਦੋਂ ਤੁਸੀਂ ਆ ਸਵਿਚ ਬਾਹਰ ਕੱਢ ਲਓਗੇ ਤਾਂ ਇੱਕ 1 ਓਮ ਦੀ ਰੈਜ਼ਿਸਟੈਂਸ ਇੰਟਰੋਡਿਊਸ ਹੋ ਜਾਏਗੀ ਸਰਕਟ ਦੇ ਵਿੱਚ। ਸੋ ਰੈਜ਼ਿਸਟੈਂਸ ਬਾਕਸ ਦਾ ਅਸਲੀ ਕੰਮ ਕੀ ਹੁੰਦਾ ਹੈ? ਇਹ ਇੱਕ ਤਰ੍ਹਾਂ ਦਾ ਸਮਝ ਲਓ ਤੁਸੀਂ ਵੇਰੀਏਬਲ ਰੈਜ਼ਿਸਟਰ ਦੀ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹਾਂ ਅਸੀਂ। ਰੈਜ਼ਿਸਟਰ ਕਿ ਜੇ ਮੰਨ ਲਓ ਮੈਨੂੰ ਕੋਈ ਵੀ ਕਿਸੇ ਵੀ ਜਗ੍ਹਾ ਰੈਜ਼ਿਸਟੈਂਸ ਮੈਂ ਲਗਾਣੀ ਹੈ, ਕਿਉਂਕਿ ਰੈਜ਼ਿਸਟੈਂਸ ਜਿਹੜੀ ਉਹਦੀ ਗੋਲ ਗੋਲ ਸ਼ੇਪ ਦੀ ਹੁੰਦੀ ਹੈ, ਕਈ ਤਾਂ ਆਪਣੇ ਕੋਲ ਜਿਵੇਂ ਹੁੰਦੀਆਂ ਨੇ, ਉਹ 'ਚ ਕੀ ਹੁੰਦਾ, ਇੱਥੇ ਇੱਕ ਨਟ ਜਿਹਾ ਲੱਗਿਆ ਹੁੰਦਾ, ਇੱਥੇ ਨਟ ਜਿਹਾ ਲੱਗਿਆ ਹੁੰਦਾ, ਉਹਨੂੰ ਕਨੈਕਸ਼ਨ ਕਰਨ ਲਈ ਇਹਨੂੰ ਖੋਲੋਗੇ, ਢੀਲਾ ਕਰੋਗੇ, ਇਹਦੇ ਉੱਪਰ ਕਾਪਰ ਦੀ ਵਾਇਰ ਫਸਾਓਗੇ, ਫਿਰ ਇਹਨੂੰ ਟਾਈਟ ਕਰੋਗੇ, ਫਿਰ ਇਹਨੂੰ ਖੋਲੋਗੇ, ਇਹਦੇ ਵਿੱਚ ਕਾਪਰ ਦੀ ਵਾਇਰ ਫਸਾਓਗੇ, ਫਿਰ ਇਹਨੂੰ ਟਾਈਟ ਕਰੋਗੇ। ਮੰਨ ਲਓ ਜੇ ਤੁਸੀਂ ਕਿਸੇ ਇੱਕ ਐਕਸਪੈਰੀਮੈਂਟ ਨੂੰ ਕਰਨਾ ਚਾਹੁੰਦੇ ਹੋ, ਪਹਿਲਾਂ ਤੁਹਾਨੂੰ ਮੰਨ ਲਓ 5 ਓਮ ਦੀ ਲੋੜ ਆ, ਤੁਸੀਂ 5 ਓਮ ਫਸਾਓਗੇ ਇਸ ਤਰ੍ਹਾਂ ਹੀ, ਫਿਰ 5 ਓਮ ਵਾਲਾ ਖੋਲੋਗੇ ਤਾਰਾਂ ਤੂਰਾਂ ਜੀਆਂ, ਫਿਰ 10 ਓਮ ਦੀ ਲੋੜ ਆ, ਹੁਣ 10 ਓਮ ਫਸਾਓਗੇ, ਫਿਰ 15, ਫਿਰ 16, ਤੁਸੀਂ ਕਿੰਨੀ ਵਾਰ ਕਰੋਗੇ? ਯਾਨੀ ਤੁਹਾਨੂੰ ਕਈ ਵਾਰ ਕੀ ਹੁੰਦਾ ਕਿ ਅਲੱਗ-ਅਲੱਗ ਰੀਡਿੰਗਸ ਲੈਣ ਲਈ ਅਲੱਗ-ਅਲੱਗ ਰੈਜ਼ਿਸਟਰਸ ਦੀ ਲੋੜ ਪੈਂਦੀ ਹੈ ਇੱਕ ਹੀ ਐਕਸਪੈਰੀਮੈਂਟ। ਉਹ ਕਹਿੰਦੇ ਯਾਰ ਤੁਸੀਂ ਛੱਡੋ, ਤੁਸੀਂ ਰੈਜ਼ਿਸਟੈਂਸ ਬਾਕਸ ਲਾ ਦਿਓ, ਬਾਕਸ ਇੱਕੋ ਵਾਰ ਲਾਣਾ ਬਸ, ਮੁੜ ਕੇ ਪਿੰਨਾ ਉੱਪਰ ਕੱਢੀ ਜਾਓ ਜਾਂ ਪਾਈ ਜਾਓ, ਉਸ ਹਿਸਾਬ ਨਾਲ
ਇਹ ਵੇਰੀਏਬਲ ਰੈਜ਼ਿਸਟਰ ਆਪਾਂ ਇੰਟਰੋਡਿਊਸ ਕਰ ਸਕਦੇ ਹਾਂ ਰੈਜ਼ਿਸਟੈਂਸ ਦੇ ਵਿੱਚ। ਹੁਣ ਮੈਂ ਤੁਹਾਨੂੰ ਉਹਦਾ ਟੌਪ ਵਿਊ ਦਿਖਾ ਦਿੰਦਾ। ਟੌਪ ਵਿਊ ਕਿੱਦਾਂ ਦਾ ਹੁੰਦਾ ਆ ਰੈਜ਼ਿਸਟੈਂਸ ਬਾਕਸ ਦਾ। ਟੌਪ ਵਿਊ ਮਤਲਬ ਆ ਰੈਜ਼ਿਸਟੈਂਸ ਬਾਕਸ ਹੈ, ਇਹਦੇ ਵਿੱਚ ਹੁਣ ਆ ਆਪਣੇ ਸਵਿਚਸ ਪਾਏ ਹੋਏ ਨੇ। ਮੰਨ ਲਓ ਆ ਸਵਿਚਸ ਪਾਏ ਹੋਏ ਨੇ, ਇਹਨਾਂ ਦੇ ਉੱਪਰ ਇਹਨਾਂ ਦੀ ਵੈਲਿਊ ਲਿਖੀ ਹੋਈ ਹੈ ਤੇ ਸਾਰੀ ਰੈਜ਼ਿਸਟੈਂਸ ਜਿਹੜੀ ਹੁੰਦੀ ਨਾ ਇਹਦੇ ਅੰਦਰ ਸੀਰੀਜ਼ 'ਚ ਲੱਗੀਆਂ ਹੁੰਦੀਆਂ ਨੇ। ਅੰਦਰ ਖਾਤੇ ਸਾਰਾ ਕੁਝ ਸੀਰੀਜ਼ ਜੁੜਿਆ ਹੁੰਦਾ। ਇਸ ਤਰ੍ਹਾਂ ਇੱਧਰ ਆ ਜਾਊਗਾ, ਠੀਕ ਹੈ, ਇਸ ਤਰ੍ਹਾਂ ਜੁੜਿਆ ਹੁੰਦਾ। ਹੁਣ ਮੰਨ ਲਓ ਆ ਹੈ 1 ਓਮ ਦਾ, ਆ ਵਾਲਾ 2 ਓਮ ਦਾ ਹੈ, ਆ 3 ਓਮ ਦਾ ਹੈ, ਆ 4 ਓਮ ਦਾ ਹੈ, ਇਹ 6 ਓਮ ਦਾ ਹੈ, ਇਸ ਤਰ੍ਹਾਂ ਕਰਕੇ 5 ਓਮ ਦਾ ਹੈ, ਆ 10 ਓਮ ਦਾ ਹੈ, ਇਸ ਤਰ੍ਹਾਂ ਚੱਲਦਾ ਹੈ ਸਾਰਾ ਕੁਝ। ਜੇ ਮੰਨ ਲਓ ਤੁਸੀਂ ਇਹ ਚੋਂ ਸਵਿਚ ਕੱਢਤੇ, ਮੰਨ ਲਓ ਸਿਰਫ ਆ ਸਵਿਚ ਕੱਢਤਾ, ਤੁਸੀਂ ਆ ਇੱਕ ਵਾਲਾ ਕੱਢਤਾ, ਆ ਵਾਲਾ ਕੱਢਤਾ, ਤਾਂ ਤੁਹਾਡੀ ਕਿੰਨੀ ਰੈਜ਼ਿਸਟੈਂਸ ਇੰਟਰੋਡਿਊਸ ਹੋਊਗੀ? 1 ਓਮ। ਜੇ ਤੁਸੀਂ ਇੱਕ ਦੇ ਨਾਲ 3 ਵੀ ਕੱਢਤਾ ਤਾਂ ਕਿੰਨੀ ਹੋ ਗਈ? 4 ਹੋ ਗਈ। ਤੇ ਉਸ ਤੋਂ ਬਾਅਦ ਜੇ ਤੁਸੀਂ 5 ਵੀ ਕੱਢਤਾ ਤਾਂ ਕਿੰਨੀ ਹੋ ਗਈ? 9 ਹੋ ਗਈ। ਇਸ ਤਰ੍ਹਾਂ ਮਤਲਬ ਤੁਸੀਂ ਜਿੰਨੇ ਮਰਜ਼ੀ ਉਹ ਚ ਸਵਿਚਸ ਨੂੰ ਬਾਹਰ ਕੱਢ ਕੇ ਜਿੰਨੀ ਮਰਜ਼ੀ ਰੈਜ਼ਿਸਟੈਂਸ ਨੂੰ ਇੰਟਰੋਡਿਊਸ ਕਰ ਸਕਦੇ ਹੋ, ਜਿਹੜੀ ਮਰਜ਼ੀ ਰੈਜ਼ਿਸਟੈਂਸ। ਅੱਛਾ, ਇਹ ਚ ਅੱਧੇ ਓਹਮਸ ਵਾਲੀਆਂ ਵੀ ਹੋ ਸਕਦੀਆਂ ਨੇ। ਰੈਜ਼ਿਸਟੈਂਸ ਬਾਕਸ ਤਰ੍ਹਾਂ ਦੇ ਬਣ ਸਕਦੇ ਆ, ਇਟ ਡਿਪੈਂਡਸ ਕਿ ਤੁਸੀਂ ਉਹਨੂੰ ਕਿੱਥੇ ਯੂਜ਼ ਕਰਨਾ ਹੈ। ਸੋ ਆਪਾਂ ਰੈਜ਼ਿਸਟੈਂਸ ਬਾਕਸ ਨੂੰ ਕਿਵੇਂ ਸ਼ੋ ਕਰਦੇ ਆ? ਆਪਾਂ ਇਸ ਤਰ੍ਹਾਂ ਪਾ ਕੇ ਸਰਕਟ ਵਿੱਚ ਇੱਕ ਬਾਕਸ ਜਿਹਾ ਬਣਾ ਕੇ ਇਹਦੇ ਵਿੱਚ R ਲਿਖ ਦਿੰਦੇ ਆ, ਤੇ ਅਦਰਵਾਈਜ਼ ਰੈਜ਼ਿਸਟੈਂਸ ਆਪਾਂ ਇਸ ਤਰ੍ਹਾਂ ਲਿਖਦੇ ਆ। R ਲਿਖ ਦੇਣ ਦਾ ਮਤਲਬ ਰੈਜ਼ਿਸਟੈਂਸ ਬਾਕਸ ਹੈ, ਮਤਲਬ ਇਹਦੇ ਵਿੱਚੋਂ ਜਿੰਨੀ ਮਰਜ਼ੀ ਰੈਜ਼ਿਸਟੈਂਸ ਬਦਲ ਕੇ ਇੰਟਰੋਡਿਊਸ ਕੀਤੀ ਜਾ ਸਕਦੀ ਹੈ। ਦੱਸੋ ਕਲੀਅਰ ਹੋਈ ਗੱਲ ਕਿ ਨਹੀਂ? Yes, sir. ਠੀਕ ਹੈ, ਆ ਰੈਜ਼ਿਸਟੈਂਸ ਬਾਕਸ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਆਪਾਂ ਇੱਕ ਹੋਰ ਬੜੀ ਵਧੀਆ ਚੀਜ਼ ਯੂਜ਼ ਕਰਦੇ ਆ ਆਪਾਂ ਅਕਸਰ ਸਰਕਟ ਵਿੱਚ, ਜਿੱਥੇ ਆਪਾਂ ਨੂੰ ਕਰੰਟ ਨੂੰ ਕੰਟਰੋਲ ਕਰਨਾ ਹੁੰਦਾ ਹੈ, ਉਹ ਹੈਗੀ ਆ ਰਿਓਸਟੈਟ। ਰਿਓਸਟੈਟ ਕੀ ਆ? ਇਹ ਬੇਸਿਕਲੀ ਕਰੰਟ ਨੂੰ ਕੰਟਰੋਲ ਕਰਦੀ ਹੈ, ਕਿਸੇ ਵੀ ਵਾਇਰ ਦੇ ਵਿੱਚ। ਮੰਨ ਲਓ ਇੱਕ ਤਾਰ ਹੈ, ਤੁਸੀਂ ਚਾਹੁੰਦੇ ਹੋ ਵਿੱਚ 2 ਐਂਪੀਅਰ ਕਰੰਟ ਚਾਹੀਦਾ ਆ। ਹੁਣ ਬਾਈ ਚਾਂਸ ਪਿੱਛੋਂ ਸਪਲਾਈ ਦੀ ਕਿਸੇ ਗੜਬੜ ਦੇ ਕਰਕੇ ਉਹ ਚ ਕਰੰਟ ਵੱਧ ਗਿਆ, 2.1 ਹੋ ਗਿਆ, ਤਾਂ ਤੁਸੀਂ ਚਾਹੁੰਦੇ ਹੋ ਕਿ ਕਰੰਟ ਨੂੰ 2 ਤੇ ਰੱਖਣਾ ਹੈ, ਤਾਂ ਤੁਸੀਂ 2 ਤੇ ਕਰ ਸਕਦੇ ਹੋਵੋ। ਉਹਦੇ ਲਈ ਤੁਹਾਡੇ ਕੋਲ ਕੀ ਹੁੰਦਾ ਹੈ? ਰਿਓਸਟੈਟ ਦੀ ਸ਼ਕਲ ਕਿਦਾਂ ਦੀ ਹੁੰਦੀ ਹੈ? ਅਸਲੀ ਸ਼ਕਲ ਜਿਵੇਂ ਇਹਦੀ ਸ਼ਕਲ ਅਸਲੀ ਆ ਇਦਾਂ ਦੀ ਹੈ, ਉਹਦੀ ਅਸਲੀ ਸ਼ਕਲ ਕੀ ਹੁੰਦੀ ਹੈ? ਇੱਕ ਬਹੁਤ ਵੱਡਾ ਨਾ ਇਸ ਤਰ੍ਹਾਂ ਦਾ ਸੋਲਿਨੋਇਡ ਦੀ ਸ਼ੇਪ ਦਾ, ਜਾਂ ਫਿਰ ਇਸ ਤਰ੍ਹਾਂ ਸਿਲੰਡਰ ਜਿਹਾ ਹੁੰਦਾ ਹੈ ਇਸ ਤਰ੍ਹਾਂ। ਉਹਦੇ ਉੱਪਰ ਨਾ ਇੱਕ ਪੁਆਇੰਟਰ ਹੁੰਦਾ ਹੈ ਇਸ ਤਰ੍ਹਾਂ, ਉਹਦੇ ਉੱਪਰ ਇਸ ਤਰ੍ਹਾਂ ਪੁਆਇੰਟਰ ਜਿਹਾ। ਇਸ ਪੁਆਇੰਟਰ ਨੂੰ ਰਗੜ ਕੇ ਇੱਧਰ ਲਿਆ ਸਕਦੇ ਹੋ ਜਾਂ ਇੱਧਰ ਲਿਆ ਸਕਦੇ ਹੋ, ਜਿੱਧਰ ਮਰਜ਼ੀ ਘੁਮਾ ਸਕਦੇ ਹੋ। ਇਹਦੇ ਉੱਪਰ ਕਨੈਕਸ਼ਨ ਕੀਤਾ ਹੁੰਦਾ। ਸਮਝ ਲੱਗੀ ਗੱਲ? ਇਹਦੇ ਨੀਚੇ ਖੜਾਉਣ ਲਈ ਇਹਨੂੰ ਇਸ ਤਰ੍ਹਾਂ ਦਾ ਇੱਕ ਉਹ ਬਣਿਆ ਹੁੰਦਾ, ਸਮਝ ਲਓ ਕਿ ਇਹਨੂੰ ਰੱਖਣ ਲਈ ਕਿਸੇ ਜਗ੍ਹਾ ਤੇ ਇਹਨੂੰ ਸਰਕਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਪਰ ਇਹਦੇ ਨਾਲ ਜ਼ਿਆਦਾ ਸੌਖਾ ਤੁਹਾਨੂੰ ਸਮਝ ਆਏਗਾ ਕਿ ਇਹਦੇ ਸਿੰਬਲ ਦੇ ਵਿੱਚ ਕਿਵੇਂ ਯੂਜ਼ ਕਰਦੇ ਹਾਂ। ਸਿੰਬਲ 'ਚ ਅਸੀਂ ਕਿਵੇਂ ਯੂਜ਼ ਕਰਦੇ ਹਾਂ ਰਿਓਸਟੈਟ ਨੂੰ? ਮੰਨ ਲਓ ਐਂ ਦੇਖੋ, ਮੰਨ ਲਓ ਇੱਥੇ ਕੋਈ ਬਲਬ ਜਾਂ ਕੋਈ ਵੀ ਆਪਾਂ ਅਪਲਾਇੰਸ ਕੋਈ ਵੀ ਲਗਾਇਆ, ਇੱਥੇ ਕੋਈ ਲੋਡ ਲਗਾਇਆ ਤੁਸੀਂ ਵਾਟਐਵਰ, ਤੇ ਇਹਦੇ ਵਿੱਚ ਪਿੱਛੇ ਆਪਾਂ ਇਹ ਸਪਲਾਈ ਲਈ ਹੋਈ ਹੈ। ਆ ਜਿਹੜੀ ਸਪਲਾਈ ਹੈ ਨਾ, ਇਹ ਬੇਸਿਕਲੀ ਫਲਕਚੁਏਟ ਕਰ ਰਹੀ ਹੈ, ਮੰਨ ਲਓ ਜੋ ਵੀ ਹੈ। ਇੱਥੇ ਐਮੀਟਰ ਲਾਇਆ ਹੋਇਆ ਜਿਹਦੇ ਨਾਲ ਪਤਾ ਲੱਗੇ ਕਰੰਟ ਕਿੰਨਾ ਹੈ, ਤੇ ਆਪਾਂ ਕਰੰਟ ਨੂੰ ਕੰਟਰੋਲ ਕਰਨ ਲਈ ਇੱਥੇ ਰਿਓਸਟੈਟ ਵੀ ਲਗਾ ਸਕਦੇ ਹਾਂ। ਰਿਓਸਟੈਟ ਕਿਵੇਂ ਲੱਗਦਾ ਹੈ? ਬਹੁਤ ਧਿਆਨ ਨਾਲ ਸਮਝੋ। ਉਹ ਐ ਲੱਗਦਾ ਹੈ, ਐ ਕਰਕੇ ਇਸ ਤਰ੍ਹਾਂ ਇੱਕ ਆਪਾਂ ਐਰੋ ਬਣਾ ਦਿੰਦੇ ਆ। ਇਹਦਾ ਮਤਲਬ ਪੁਆਇੰਟਰ ਅੱਗੇ ਪਿੱਛੇ ਭੱਜ ਸਕਦਾ, ਜਿਵੇਂ ਆ ਭੱਜ ਸਕਦਾ ਇਹਦੀ ਜਗ੍ਹਾ ਤੇ। ਇਸ ਤਰ੍ਹਾਂ ਦੀ ਇੱਕ ਓਪਨ ਐਂਡ ਵਾਲੀ ਰੈਜ਼ਿਸਟੈਂਸ ਇਸ ਤਰ੍ਹਾਂ ਬਣਾ ਦਿੰਦੇ ਆ ਆਪਾਂ, ਬਸ। ਉਸ ਤੋਂ ਬਾਅਦ ਬਾਕੀ ਸਾਰਾ ਕੁਝ ਸੇਮ ਹੀ, ਇਹਨੂੰ ਇਹ ਜੋੜ ਦਿੰਦੇ। ਸੋ ਰਿਓਸਟੈਟ ਇਹਨੂੰ ਬੋਲਦੇ ਆ RH ਲਿਖਦੇ ਆ, ਛੋਟਾ ਨਾਮ RH ਹੈ। ਰਿਓਸਟੈਟ ਰੈਜ਼ਿਸਟੈਂਸ ਬਾਕਸ ਨੂੰ ਐ ਸ਼ੋ ਕਰਦੇ ਆ, ਰਿਓਸਟੈਟ ਨੂੰ ਰੈਡ ਕਲਰ ਨਾਲ ਜੋ ਮੈਂ ਬਣਾਇਆ ਇਹਨੂੰ ਸ਼ੋ ਕਰਦੇ ਆ। ਅਦਰਵਾਈਜ਼ ਸਰਕਟ ਤੁਹਾਡੇ ਲਈ ਸਿੰਪਲ ਸੀਗਾ, ਰੈਜ਼ਿਸਟੈਂਸ ਲੱਗੀ ਹੋਈ ਸੀ, ਐਮੀਟਰ ਲੱਗਿਆ ਸੀ, ਕਰੰਟ ਪਤਾ ਲੱਗ ਜਾਣਾ ਸੀ, ਇੱਥੇ EMF ਪਤਾ ਲੱਗ ਗਿਆ। ਪਰ ਜੇ EMF ਫਲਕਚੁਏਟ ਕਰ ਰਿਹਾ ਹੋਵੇ ਮੰਨ ਲਓ ਕਿਸੇ ਵੀ ਰੀਜ਼ਨ ਕਰਕੇ, ਤਾਂ ਰਿਓਸਟੈਟ ਕਰੰਟ ਨੂੰ ਕੰਟਰੋਲ ਕਰ ਸਕਦਾ। ਕਿਵੇਂ? ਮੰਨ ਲਓ ਕਰੰਟ ਦੀ ਤੁਹਾਡੀ ਰਿਕੁਆਇਰਡ ਜਿਹੜਾ ਆ ਉਹ ਹੈਗਾ 2 ਐਂਪੀਅਰ, ਕਿਸੇ ਕਾਰਨ ਕਰਕੇ ਪਿੱਛੇ ਸਪਲਾਈ ਵੱਧ ਗਈ ਹੈ, ਜੋ ਵੀ ਇਹਦਾ ਵੋਲਟੇਜ ਵੱਧ ਗਿਆ, ਤੇ ਕਰੰਟ ਜਿਹੜਾ ਹੈਗਾ 2 ਐਂਪੀਅਰ ਦੀ ਬਜਾਏ ਹੋ ਗਿਆ 2.2 ਐਂਪੀਅਰ। ਤੁਸੀਂ ਇਸ ਕਰੰਟ ਨੂੰ ਘਟਾਉਣਾ ਚਾਹੁੰਦੇ ਹੋ। ਜੇ ਇਹਨੂੰ ਘਟਾਉਣਾ ਚਾਹੁੰਦੇ ਹੋ, ਤੁਸੀਂ ਇਸ ਪੁਆਇੰਟਰ ਨੂੰ ਦੱਸੋ ਕਿ ਰਾਈਟ ਸਾਈਡ ਨੂੰ ਮੈਨੂੰ ਮੂਵ ਕਰਨਾ ਚਾਹੀਦਾ ਕਿ ਲੈਫਟ ਸਾਈਡ ਨੂੰ? ਦੱਸੋ। ਲੈਫਟ, ਯੈਸ, ਕਿਉਂਕਿ ਜਦੋਂ ਤੁਸੀਂ ਇਹ ਪੁਆਇੰਟਰ ਨੂੰ ਲੈਫਟ ਸਾਈਡ ਮੂਵ ਕਰੋਗੇ, ਇਸ ਤਰ੍ਹਾਂ ਕਰਨ ਨਾਲ ਜਿਹੜੀ ਆਹ ਵਾਲੀ ਜਗ੍ਹਾ ਦੀ ਇੰਨੀ ਕੁ ਰੈਜ਼ਿਸਟੈਂਸ ਹੈਗੀ ਆ ਵੀ ਸਰਕਟ ਦੇ ਅੰਦਰ ਇੰਟਰੋਡਿਊਸ ਹੋ ਜਾਏਗੀ। ਇਧਰਲੀ ਰੈਜ਼ਿਸਟੈਂਸ ਤਾਂ ਕਿਸੇ ਕੰਮ ਆ ਹੀ ਨਹੀਂ ਰਹੀ, ਹਨਾ? ਸੋ ਤੁਸੀਂ ਪੁਆਇੰਟਰ ਨੂੰ ਉਦੋਂ ਤੱਕ ਮੂਵ ਕਰੋਗੇ, ਮੂਵ ਕਰਦੇ ਹੋਏ ਕਿਹਦੇ ਵੱਲ ਦੇਖੋਗੇ? ਐਮੀਟਰ ਵੱਲ। ਜਦੋਂ ਐਮੀਟਰ ਚ ਰੀਡਿੰਗ ਤੋਂ ਆ ਕੇ ਉਹਨੂੰ ਛੱਡ ਦੋਗੇ ਬਸ ਇੱਥੇ। ਸੋ ਜੇ ਮੰਨ ਲਓ ਕਿਸੇ ਮਾਮਲੇ 'ਚ ਕੀ ਹੋਇਆ ਕਿ ਕਰੰਟ ਤੁਹਾਡਾ ਆ ਗਿਆ 1.8 ਐਂਪੀਅਰ, ਚਾਹੀਦਾ ਤਾਂ 2 ਹੈ, ਤਾਂ ਮੈਂ ਇਸ ਪੁਆਇੰਟਰ ਨੂੰ ਕਿੱਧਰ ਮੂਵ ਕਰੂੰਗਾ? ਰਾਈਟ।
राइट मूव करना की होगा कि रेजिस्टेंस सर्किट भी जो इंट्रोड्यूस होगी घट जाएगी, आ वाली उड़ जाएगी, है ना, सारी सिर्फ इन्नी की रह जाएगी सर्किट ਦੇ ਵਿੱਚ, क्योंकि इथों करंट आके फिर ऐ निकल जाएगा ना। समझ लग रही मेरी गल? Yes, sir. ਸੋ ਆਪਾਂ ਕਰੰਟ ਨੂੰ ਕੰਟਰੋਲ ਕਰਨ ਦੇ ਲਈ ਰਿਓਸਟੈਟ ਦੀ ਦਾ ਵਰਤੋਂ ਕਰਦੇ ਆ। ਸੋ ਸਰਕਟ ਦੇ ਵਿੱਚ ਇੱਕ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਨਾਂ ਨੂੰ ਯੂਜ਼ ਕਰਦੇ। ਕਲੀਅਰ ਹੋ ਗਈ ਗੱਲ ਸਭ ਨੂੰ? Yes, sir. Yes, ਠੀਕ sir. ਹੈ। ਹੁਣ ਮੈਂ ਇੱਕ ਬਹੁਤ ਸਿੰਪਲ ਜੀ ਗੱਲ ਦੱਸਣ ਜਾ ਰਿਹਾ ਤੁਹਾਨੂੰ, ਬੜਾ ਇੰਪੋਰਟੈਂਟ ਟੌਪਿਕ ਹੈ, ਪਹਿਲਾਂ ਉਹਨੂੰ ਸਮਝ ਲਈਏ ਪਰ ਬਾਕੀ ਸਾਰੀ ਗੱਲ ਆਪਣੇ ਆਪ ਹੋਏਗੀ। ਟੌਪਿਕ ਦਾ ਨਾਮ ਹੈ ਮੀਟਰ ਬ੍ਰਿਜ। ਮੀਟਰ ਬ੍ਰਿਜ ਜਾਂ ਇਹਨੂੰ ਸਲਾਈਡ ਵਾਇਰ ਬ੍ਰਿਜ ਵੀ ਬੋਲਦੇ, ਸਲਾਈਡ ਵਾਇਰ ਬ੍ਰਿਜ ਵੀ ਬੋਲਿਆ ਜਾਂਦਾ ਹੈ। ਇੱਕ ਗੱਲ ਯਾਦ ਰੱਖਣਾ ਇਸ ਤੋਂ ਪਹਿਲਾਂ, ਜਿਵੇਂ ਆਹ ਦੋ ਗੱਲਾਂ ਤੁਹਾਨੂੰ ਦੱਸੀਆਂ ਨੇ, ਇੱਕ ਤੀਸਰੀ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਕੰਡਕਟਿੰਗ ਵਾਇਰ ਤੇ ਰੈਜ਼ਿਸਟੈਂਸ ਵਾਇਰ ਚ ਕੀ ਫਰਕ ਹੁੰਦਾ ਹੈ। ਤੁਹਾਨੂੰ ਮੈਂ ਦੱਸਿਆ ਵੀ ਸੀ ਸ਼ਾਇਦ, ਕੰਡਕਟਿੰਗ ਵਾਇਰ ਉਹ ਵਾਇਰ ਹੁੰਦੀ ਹੈ ਜਿਹਦੀ ਰੈਜ਼ਿਸਟੈਂਸ ਲਗਭਗ ਨਾ ਉਹਦੇ ਬਰਾਬਰ ਹੁੰਦੀ ਹੈ, ਉਹਨੂੰ ਆਪਾਂ ਕਨੈਕਸ਼ਨ ਕਰਨ ਲਈ ਯੂਜ਼ ਕਰਦੇ ਹਾਂ। ਜਿਵੇਂ ਇੱਥੇ ਦੇਖੋ, ਇੱਥੇ ਆ ਰੈਜ਼ਿਸਟੈਂਸ ਨੂੰ ਤੁਸੀਂ ਆ ਇਹਨੂੰ ਜੇ ਪਤਾ ਕਰਨੀ ਆ ਰੈਜ਼ਿਸਟੈਂਸ ਨੂੰ ਰੈਜ਼ਿਸਟੈਂਸ ਕਹਿੰਦੇ ਆ ਨਾ ਤੁਸੀਂ, ਇਹ ਵਾਇਰ ਦੀ ਰੈਜ਼ਿਸਟੈਂਸ ਤਾਂ ਨਹੀਂ ਦੇਖਦੇ ਕੋਈ ਕਿੰਨੀ ਹੈ, ਇਹ ਤਾਂ ਬਿਲਕੁਲ ਵੀ ਐਵੇਂ ਕਨੈਕਟ ਕਰਨ ਲਈ ਯੂਜ਼ ਕੀਤਾ ਬਸ। ਇਹ ਕਾਪਰ ਦੀ ਜਾਂ ਹੋਵੇ ਸਿਲਵਰ ਦੀ ਹੋਵੇ ਵਟਐਵਰ, ਬਹੁਤ ਵਧੀਆ ਕੰਡਕਟਰ ਦੀ ਬਣਾਈ ਹੁੰਦੀ ਹੈ, ਇਸ ਲਈ ਉਸ ਤਾਰ ਚ ਕੋਈ ਹੁੰਦਾ ਹੀ, ਇਹਨੂੰ ਕੰਡਕਟਿੰਗ ਵਾਇਰ ਬੋਲਦੇ ਆ, ਉਸ ਕੋਈ ਰੈਜ਼ਿਸਟੈਂਸ ਨਹੀਂ ਹੁੰਦੀ। ਆਈਡੀਅਲੀ ਇਹ ਪੋਸੀਬਲ ਵੀ ਨਹੀਂ ਹੈ, ਪਰ ਮਤਲਬ ਰੈਜ਼ਿਸਟੈਂਸ ਨਹੀਂ ਹੁੰਦੀ ਤਾਂ ਮਤਲਬ ਪਤਾ ਬਹੁਤ ਘੱਟ ਰੈਜ਼ਿਸਟੈਂਸ ਹੁੰਦੀ ਹੈ, ਇਹਦਾ ਮਤਲਬ ਆਇਆ। ਬਿਲਕੁਲ ਇਸ ਤਰ੍ਹਾਂ ਹੀ ਇੱਕ ਹੁੰਦੀ ਹੈ ਰੈਜ਼ਿਸਟੈਂਸ ਵਾਇਰ। ਰੈਜ਼ਿਸਟੈਂਸ ਵਾਇਰ ਨੂੰ ਤੁਹਾਨੂੰ ਬਣਾਇਆ ਡਰਾ ਉਦੋਂ ਹੀ ਕੀਤਾ ਜਾਏਗਾ ਵਾਇਰ ਵਾਂਗੂ ਹੀ, ਪਰ ਤੁਸੀਂ ਸਮਝਣਾ ਹੈ ਆਪਣੇ ਦਿਮਾਗ ਦੇ ਵਿੱਚ ਇਸ ਗੱਲ ਨੂੰ ਕਲੀਅਰ ਰੱਖਣਾ ਹੈ ਕਿ ਰੈਜ਼ਿਸਟੈਂਸ ਵਾਇਰ ਕੀ ਹੁੰਦੀ, ਜਿਹਦੀ ਰੈਜ਼ਿਸਟੈਂਸ ਹੁੰਦੀ। ਸੋ ਜੇ ਹੋ ਸਕਦਾ ਕਿ ਮੰਨ ਲਓ ਮੈਂ ਕੰਡਕਟਿੰਗ ਵਾਇਰ ਜੇ ਬਣਾ ਰਿਹਾ ਹਾਂ ਤੇ ਮੰਨ ਲਓ ਆ ਕੰਡਕਟਿੰਗ ਵਾਇਰ ਹੈ ਕੋਈ ਆਹ, ਤਾਂ ਜਿੰਨੀ ਮਰਜ਼ੀ ਲੰਬੀ, ਜਿੰਨੀ ਮਰਜ਼ੀ ਛੋਟੀ, ਜਿੰਨੀ ਮਰਜ਼ੀ ਛੋਟੀ, ਜਿੰਨੀ ਮਰਜ਼ੀ ਲੰਬੀ, ਜਿਵੇਂ ਮਰਜ਼ੀ ਵਾਇਰ ਬਣਾ ਲਵਾਂ, ਮੈਂ ਇਹਨੂੰ ਜੋ ਮਰਜ਼ੀ ਕਰ ਲਵਾਂ, ਐ ਕਰ ਲਵਾਂ, ਐ ਕਰ ਲਵਾਂ, ਐ ਕਰ ਲਵਾਂ, ਐ ਕਰ ਲਵਾਂ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਕੀ ਹੈ, ਕੰਡਕਟਿੰਗ ਵਾਇਰ ਹੀ ਹੈ, ਕਨੈਕਟ ਕੀਤਾ ਹੈ, ਕਰੰਟ ਆਣਾ ਹੈ ਬਸ। ਤੇ ਇਸ ਵਾਇਰ ਦੀ ਕੋਈ ਵੀ ਰੈਜ਼ਿਸਟੈਂਸ ਆਪਾਂ ਮੈਂਸ਼ਨ ਨਹੀਂ ਕਰਦੇ, ਇਹਨੂੰ ਬੋਲਦੇ ਆ ਆਪਾਂ ਕੰਡਕਟਿੰਗ ਵਾਇਰ। ਕੰਡਕਟਿੰਗ ਵਾਇਰ। ਇੱਕ ਹੁੰਦੀ ਹੈ ਰੈਜ਼ਿਸਟੈਂਸ ਵਾਇਰ। ਰੈਜ਼ਿਸਟੈਂਸ ਵਾਇਰ ਜਿਹੜੀ ਹੁੰਦੀ ਹੈ ਨਾ, ਉਹਦੇ ਵਾਇਰ ਦੇ ਅੰਦਰ ਰੈਜ਼ਿਸਟੈਂਸ ਹੁੰਦੀ ਹੈ, ਉਹ ਕਾਪਰ ਜਾਂ ਐਲੂਮੀਨੀਅਮ ਜਾਂ ਫਿਰ ਸਿਲਵਰ ਇਹਨਾਂ ਦੀ ਜਿਹੜੀ ਨਹੀਂ ਬਣੀ ਹੁੰਦੀ। ਰੈਜ਼ਿਸਟੈਂਸ ਵਾਇਰ ਦੇ ਵਿੱਚ ਰੈਜ਼ਿਸਟੈਂਸ ਹੁੰਦੀ ਹੈ, ਬਣਾਈ ਉਵੇਂ ਹੀ ਜਾਏਗੀ, ਡਰਾ ਮੈਂ ਹੀ ਕਰੂੰਗਾ, ਆਪਾਂ ਸੌਖਾ ਰੱਖਣਾ, ਪਰ ਉਹਨੂੰ ਦਿਮਾਗ ਵਿੱਚ ਸੋਚ ਲੈਣਾ ਕਿ ਇਹਦੇ ਅੰਦਰ ਰੈਜ਼ਿਸਟੈਂਸ ਹੈ, ਇਹਦੀ ਰੈਜ਼ਿਸਟੈਂਸ ਨੈਗਲੀਜੀਬਲ ਨਹੀਂ ਹੈ, ਇਹਦੀ ਰੈਜ਼ਿਸਟੈਂਸ ਦੀ ਵੈਲਿਊ ਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ, ਮਤਲਬ ਕਿ ਮਾੜੀ ਮੋਟੀ ਚ ਰੈਜ਼ਿਸਟੈਂਸ ਹੁੰਦੀ ਹੈ ਜਿਹਦੀ ਆਪਾਂ ਜਿਹਨੂੰ ਆਪਾਂ ਯੂਜ਼ ਕਰਦੇ ਹਾਂ। ਕਲੀਅਰ ਹੈ ਗੱਲ ਸਭ ਨੂੰ? Yes, sir. ਠੀਕ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਮੀਟਰ ਬ੍ਰਿਜ ਦੀ। ਮੀਟਰ ਬ੍ਰਿਜ ਕਿਵੇਂ ਕੰਮ ਕਰਦਾ ਜਾਂ ਮੀਟਰ ਬ੍ਰਿਜ ਕੀ ਹੁੰਦਾ? ਬੇਸਿਕਲੀ ਮੀਟਰ ਬ੍ਰਿਜ ਅਸਲ ਵਿੱਚ ਇੱਕ ਬੈਲੈਂਸਡ ਵੀਟਸਟੋਨ ਬ੍ਰਿਜ ਦੇ ਹੀ ਪ੍ਰਿੰਸੀਪਲ ਤੇ ਕੰਮ ਕਰਦਾ ਹੈ। ਸੋ ਇਹਦਾ ਪ੍ਰਿੰਸੀਪਲ ਕੀ ਹੈ? ਇਟ ਇਜ਼ ਬੇਸਡ on principle of balanced Wheatstone bridge. ਹੁਣ ਇਹ ਮਤਲਬ ਹੁਣ ਬੈਲੈਂਸ ਵੀਟਸਟੋਨ ਬ੍ਰਿਜ ਤੇ ਕੰਮ ਕਰਦਾ ਤੇ ਇਹਦਾ ਯੂਜ਼ ਕੀ ਹੈ? ਪਹਿਲੀ ਗੱਲ ਦੱਸਦਾ ਜਾਵੇ, ਇਹਦਾ ਯੂਜ਼ ਕੀ ਹੈ? ਟੂ ਕੈਲਕੂਲੇਟ unknown resistance। ਇਹ ਅਨਨੋਨ ਰੈਜ਼ਿਸਟੈਂਸ ਨੂੰ ਪਤਾ ਕਰਨ ਦੇ ਕੰਮ ਆਂਦਾ ਹੈ ਆਪਣੇ, ਟੂ ਕੈਲਕੂਲੇਟ ਦਾ ਅਨਨੋਨ ਰੈਜ਼ਿਸਟੈਂਸ। ਕਿਵੇਂ ਕੰਮ ਆਂਦਾ ਹੈ ਆਪਾਂ ਦੇਖ ਲੈਂਦੇ ਹਾਂ, ਸਮਝ ਲੈਂਦੇ ਹਾਂ ਇਸ ਗੱਲ ਨੂੰ। ਜਿਵੇਂ ਹੁਣ ਮੈਂ ਇੱਥੇ ਗੱਲ ਕਰ ਰਿਹਾ ਸੀ, ਮੈਂ ਇੱਥੇ ਗੱਲ ਕਰਾਂ ਪਹਿਲਾਂ, ਜਿਵੇਂ ਆਪਾਂ ਹੁਣੇ ਬ੍ਰਿਜ ਬਣਾ ਰਹੇ ਸੀ, ਜੇ ਮੈਂ ਤੁਹਾਨੂੰ ਇਹ ਕਹਿ ਦੇਵਾਂ ਕਿ ਆ ਇੱਕ ਵੀਟਸਟੋਨ ਬ੍ਰਿਜ ਹੈ, ਆ ਗੈਲਵੈਨੋਮੀਟਰ ਹੈ, ਤੇ ਮੈਂ ਇਹਦੇ ਚ ਇੱਕ ਰੈਜ਼ਿਸਟੈਂਸ ਜਿਹੜੀ ਆ ਆਹ ਵਾਲੀ ਮੈਂ ਦੱਸ ਦਵਾਂ ਕਿ 10 ohms ਹੈ, ਤੇ ਆਹ ਵਾਲੀ ਮੈਂ ਕਹਿ ਦਵਾਂ ਕਿ ਮੈਨੂੰ ਪਤਾ ਹੀ ਨਹੀਂ ਹੈ, ਮੈਨੂੰ ਨਹੀਂ ਪਤਾ ਕਿੰਨੀ ਹੈ, ਤੇ ਆਹ ਰੈਜ਼ਿਸਟੈਂਸ ਜਿਹੜੀ ਹੈਗੀ ਆ ਇਹ ਹੈਗੀ ਮੰਨ ਲਓ 12 ohms ਹੈ, ਤੇ ਆਹ ਵਾਲੀ ਰੈਜ਼ਿਸਟੈਂਸ ਮੈਂ ਕਿਹਾ ਮੈਨੂੰ ਪਤਾ ਨਹੀਂਗਾ ਜਾਂ ਪਤਾ ਹੈ ਮੰਨ ਲਓ ਇਹ ਹੈਗੀ ਮੰਨ ਲਓ 30 ohms, ਤੇ ਮੈਂ ਕਹਿ ਦਵਾਂ ਕਿ ਗੈਲਵੈਨੋਮੀਟਰ ਵਿੱਚ ਕੋਈ ਵੀ ਡਿਫਲੈਕਸ਼ਨ ਨਹੀਂ ਹੈ ਜਦੋਂ ਸਰਕਟ ਨੂੰ ਇਸ ਤਰ੍ਹਾਂ ਆਪਾਂ ਕਿਸੇ ਵੀ ਐਕਸਟਰਨਲ ਸਪਲਾਈ ਨਾਲ ਲਗਾਇਆ।
ਗੈਲਵੈਨੋਮੀਟਰ ਸ਼ੋਜ਼ नो डिफ्लेक्शन, ਤਾਂ ਉਸ ਜਗ੍ਹਾ ਤੇ ਜਾ ਕੇ ਕੀ x ਪਤਾ ਕਰ ਸਕਦੇ ਹੋ, क्योंकि अगर डिफ्लेक्शन नहीं है तो इसका मतलब की है व्हीटस्टोन ब्रिज बैलेंस्ड है, फिर 10/12 किदे बराबर होएगा, x बटा 30 ਦੇ ਬਰਾਬਰ ਹੋਏਗਾ, ਤਾਂ x ਤੁਹਾਡਾ ਜਿਹੜਾ ਹੋਏਗਾ ਉਹ ਬੇਸਿਕਲੀ 300/12 ਹੋ ਜਾਏਗਾ। ਲੇਕਿਨ ਆ ਜਾਏਗਾ 12 दूने 24, 12 5 60, 25 ohms ਆ ਜਾਏਗੀ ਤੁਹਾਡੀ x। ਕਲੀਅਰ ਹੈ ਗੱਲ ਸਭ ਨੂੰ? Yes, sir. यानी कि बैलेंस्ड होना इन्ने काम की चीज है, ਉਹਦੇ ਨਾਲ अननोन रेजिस्टेंस पता की जा सकती है। सो जे अननोन रेजिस्टेंस पता करना है ਤੁਸੀਂ ਕੀ ਕਰੋਗੇ, ਮੰਨ ਲਓ ਤੁਸੀਂ x ਲਗਾਇਆ, ਇੱਥੇ ਕੋਈ ਰੈਜ਼ਿਸਟੈਂਸ ਲਗਾਤੀ ਹੈ, ਮੰਨ ਲਓ 10 12 30, ਤੁਸੀਂ ਇਹਨਾਂ ਰੈਜ਼ਿਸਟੈਂਸ ਨੂੰ ਬਾਰ-ਬਾਰ ਬਦਲੋ, ਇਹਨੂੰ ਬਦਲੋ, ਕਦੇ ਇਹਨੂੰ ਬਦਲੋ, ਕਦੇ ਇਹਨੂੰ ਬਦਲੋ, ਤੁਸੀਂ ਇਹ ਬਦਲ ਕੇ ਦੇਖੀ ਜਾਓ ਕਿੱਥੇ ਜਾ ਕੇ ਗੈਲਵੈਨੋਮੀਟਰ 'ਚ ਕੋਈ ਕਰੰਟ ਨਹੀਂ ਆਉਂਦਾ, ਜਿੱਥੇ ਕਰੰਟ ਨਹੀਂ ਆਏਗਾ ਬੰਦ ਹੋ ਜਾਏਗਾ, ਡਿਫਲੈਕਸ਼ਨ ਨਹੀਂ ਹੋਏਗੀ, ਉੱਥੇ ਜਿਹੜੀ ਵੀ ਵੈਲਿਊਜ਼ ਇੰਟਰੋਡਿਊਸ ਕੀਤੀਆਂ ਨੇ ਉਹਨੂੰ ਐ ਕਰੋ 10/12 ਜਾਂ x/30 ਤੇ x ਮਿਲ ਜਾਏਗਾ। ਬੜਾ ਸਿੰਪਲ ਲੱਗਦਾ ਸੋਚਣ 'ਚ, ਪਰ ਇਹ ਕਿੰਨਾ ਔਖਾ ਕੰਮ ਹੈ ਕਿ ਜੇ ਮੈਂ ਬੈਲੈਂਸ ਕਰਨਾ ਹੈ ਤੇ ਮੰਨ ਲਓ ਮੈਂ 30 ਨੂੰ ਹੀ ਮੈਨੇਜ ਕਰਨਾ ਹੈ, ਤਾਂ 30 ਨੂੰ ਹੀ ਮੈਂ ਬੈਲੈਂਸ ਕਰਨ ਦੇ ਲਈ ਵੈਲਿਊਜ਼ ਦਵਾਂਗਾ, ਕਿਵੇਂ ਦਵਾਂਗਾ ਮੈਂ, ਮਤਲਬ ਇਹ ਇਹਦੇ 30 ਨਹੀਂ ਹੈਗੀ, ਮੰਨ ਲਓ ਮੈਂ ਲਗਾਣੀ ਹੈ ਕੋਈ ਵੈਲਿਊ ਤੇ ਲਗਾ ਰਿਹਾ, ਬੈਲੈਂਸ ਨਹੀਂ ਹੋ ਰਿਹਾ, ਮੰਨ ਲਓ बैलेंस करने ਲਈ मैं किस तरह काम करांगा, बार-बार ਉਹਨੂੰ 1 ਲਾਉਂਗਾ, ਫਿਰ 2 ਲਾਉਂਗਾ, 3 ਲਾਉਂਗਾ, 3.5 ਲਾਉਂਗਾ, 4 ਲਾਉਂਗਾ, ਜਾਂ बार-बार कनेक्शंस करता रहूंगा, क्योंकि मैंने जब तक बैलेंस नहीं मिलता तो उद तक तो मेरा पंगा पिया ही है, क्योंकि उपरला जिहड़ा है 10/12 ते x/a, हुण ए रेशो x ते भी डिपेंड करदा, x दे बारे मेरे को कोई इन्फॉर्मेशन ही नहीं, मैंने पता ही नहीं मैं कितना करा थे। इस प्रॉब्लम ਨੂੰ सॉल्व ਕਰਨ ਦੇ ਲਈ ਸਾਡੇ ਕੋਲ ਕੀ ਆਇਆ, व्हीटस्टोन ब्रिज। व्हीटस्टोन ब्रिज ਵਿੱਚ ਆ ਪ੍ਰੋਬਲਮ ਸੋਲਵ ਹੋ ਜਾਂਦੀ ਹੈ, ਕਿਵੇਂ ਹੋ ਜਾਂਦੀ ਹੈ, ਉਹ ਬੇਸਿਕਲੀ व्हीटस्टोन ब्रिज ਹੀ ਹੈ, पर वो इस तरह का दिखता नहीं है, बस आपां नूं पर आपां बहुत सौखे तरीके नाल उहनूं समझ लैणे पहला कि मीटर ब्रिज बनदा किवें, ਉਹਦੀ कंस्ट्रक्शन की है। कंस्ट्रक्शन ਇਹਦੀ ਇਹ ਹੈ कि ਇਹਦੀ ਸਭ ਤੋਂ ਪਹਿਲਾਂ ਤਾਂ ਇੱਥੇ ਆਪਣੇ ਕੋਲ ਕਾਪਰ ਦੀਆਂ ਸਟ੍ਰਿਪਸ ਹੈਗੀਆਂ ਨੇ, इस तरह आ कॉपर दी स्ट्रिप्स ने, यानी कि इन्हां दी कोई रेजिस्टेंस नहीं है, जिवें पहला समझा चुका हूं, ठीक है। इस तरह ने एक कॉपर दी कुछ स्ट्रिप्स लगी हुई ने मोटियां, सो इन्हां दी तार नालों भी बहुत घट रेजिस्टेंस हैगी है, बहुत वधिया। इस तो बाद इत्थे कॉपर स्ट्रिप लगी हुंदी है इस तरह, तुहानूं क्वेश्चन विच जरूर नहीं इदां दे डायग्राम मिलण हमेशा, ये मैं तुहानूं सिर्फ दस रहा कि तुसीं कदे देखिआ नहीं है, जदों कदे लैब च दिखाया जाएगा तुहानूं, या फिर मैं दिखाऊंगा, भेज दूंगा तुहानूं कुछ पिक्चर्स वगैरह दियां, तां तुसीं समझ सको कि चीज़ किवें बनी हुई है। इस तरह एक गैप हुंदा विच, दूजे पासे भी गैप हुंदा, इस तरह करके अपना इहनूं मीटर ब्रिज क्यों कहंदे तुहानूं पता लग जाएगा। ये 1 मीटर की लंबाई हुंदी है, समझ लो फट्टे की भी ते इहदे अंदर वायर की, बेसिकली मतलब फट्टा थोड़ा जिहा वड्डा लैंदे आ, पर आपां इह च की हुंदा, ये रेजिस्टेंस वायर की गल मैं तुहानूं हुणे समझाई है ना, तो रेजिस्टेंस वायर इह च कित्थे लगी हुंदी है, रेजिस्टेंस वायर इत्थे लगी हुंदी, इहदे नाल ऐ कनैक्ट कीती हुंदी है। सो दिस इज द रेजिस्टेंस वायर, ये वायर है, रेजिस्टेंस वायर है, ਇਹਦੀ वायर ਦੀ ਆਪਣੀ रेजिस्टेंस है, this is resistance wire। ਤੇ ਆ ਜਿਹੜੇ ਉੱਪਰ ਦੋ ਗੈਪ ਨੇ ਨਾ, ਇਹਦੇ ਵਿੱਚ ਇੱਥੇ ਇੱਕ ਛੋਟਾ ਜਿਹਾ ਨਟ ਜਿਹਾ ਲੱਗਿਆ ਹੁੰਦਾ, ਇੱਥੇ ਵੀ ਲੱਗਿਆ ਹੁੰਦਾ, ਇਹ ਨਟ ਨੂੰ ਖੋਲ ਕੇ ਇੱਥੇ ਤਾਰ ਫਸਾ ਕੇ ਇਹਨੂੰ ਫਿਰ ਵਾਪਸ ਕੱਸ ਸਕਦੇ ਆ ਆਪਾਂ, ਇੱਥੇ ਵੀ ਲੱਗਿਆ ਹੁੰਦਾ, ਇੱਥੇ ਵੀ ਲੱਗਿਆ ਹੁੰਦਾ। ਕੋਈ ਵੀ ਰੀਡਿੰਗ ਕਰਨੀ, ਤੁਸੀਂ ਰੀਡਿੰਗ ਲੈਣੀ ਹੈ ਇਹਦੀ, ਤਾਂ ਬਾਰ-ਬਾਰ ਅਸੀਂ ਇੱਥੇ ਕੋਈ ਵੀ ਅਨਨੋਨ ਰੈਜ਼ਿਸਟੈਂਸ ਆਪਾਂ ਇੰਟਰੋਡਿਊਸ ਕਰ ਸਕਦੇ ਹਾਂ। ਮੰਨ ਲਓ ਅਸੀਂ ਜਸਟ ਮਰਜ਼ੀ ਹੈ ਤੁਹਾਡੀ, ਜਿਵੇਂ ਮਰਜ਼ੀ ਜਿੱਧਰ ਮਰਜ਼ੀ ਅਨਨੋਨ ਲਗਾ ਦਿਓ, ਜੋ ਮਰਜ਼ੀ ਲਗਾ ਦਿਓ, ਆਪਾਂ ਇਸ ਜਗ੍ਹਾ ਤੇ ਮੰਨ ਲਓ ਅਨਨੋਨ ਰੈਜ਼ਿਸਟੈਂਸ ਲਗਾ ਦਿੰਦੇ ਆ। ਮੈਨੂੰ ਕੋਈ ਬੰਦਾ ਲੈ ਕੇ ਆਇਆ ਆ ਰੈਜ਼ਿਸਟੈਂਸ x, ਉਹ ਮੈਨੂੰ ਕਹਿ ਰਿਹਾ ਪਤਾ ਕਰਨੀ ਹੈ x ਕਿੰਨੀ ਹੈ, ਮੈਂ ਕੀ ਕਰੂੰਗਾ, ਇਹਦਾ ਆ ਸਿਰਾ ਚੱਕ ਕੇ ਇੱਥੇ ਲਗਾ ਦੂੰਗਾ ਤੇ ਦੂਜਾ ਸਿਰਾ ਉੱਥੇ ਲਗਾ ਦੂੰਗਾ, ਦੂਜੇ ਪਾਸੇ ਇਸ ਤਰ੍ਹਾਂ, ਤਾਂ ਇਹ ਇੰਟਰੋਡਿਊਸ ਹੋ ਜਾਏਗੀ ਰੈਜ਼ਿਸਟੈਂਸ x। ਇਹ x ਮੈਂ ਪਤਾ ਕਰਨੀ, ਮੈਨੂੰ ਨਹੀਂ ਪਤਾ ਕਿ x ਕਿੰਨੀ ਹੈ। ਦੂਜੀ ਜਗ੍ਹਾ ਤੇ ਅਸੀਂ ਮੋਸਟਲੀ ਕੀ ਕਰਦੇ ਹਾਂ, ਇਸ ਜਗ੍ਹਾ ਤੇ ਅਸੀਂ ਰੈਜ਼ਿਸਟੈਂਸ ਬਾਕਸ ਲਗਾ ਦਿੰਦੇ ਆ, ਪਰ ਇਹ ਵੀ ਨੋਨ ਹੀ ਹੁੰਦੀ ਹੈ, ਕਿਉਂਕਿ ਸਾਨੂੰ ਰੈਜ਼ਿਸਟੈਂਸ ਬਾਕਸ ਤੋਂ ਕਿੰਨੀ ਰੈਜ਼ਿਸਟੈਂਸ ਇੰਟਰੋਡਿਊਸ ਕੀਤੀ ਹੈ ਪਤਾ ਲੱਗ ਜਾਂਦਾ ਹੈ, ਤੇ ਉਸ ਰੈਜ਼ਿਸਟੈਂਸ ਦਾ ਨਾਮ ਹੀ r ਰੱਖ ਦੋ, ਮੰਨ ਲਓ r ਰੈਜ਼ਿਸਟੈਂਸ ਇੰਟਰੋਡਿਊਸ ਕੀਤੀ ਹੈ, x ਅਨਨੋਨ ਹੈ। ਸੋ ਬੇਸਿਕਲੀ ਆ ਜਿਹੜੀ ਦੋ ਰੈਜ਼ਿਸਟੈਂਸਿਸ ਨੇ, ਇਹਨੂੰ ਸਮਝ ਕੇ ਚੱਲੋ ਇਹ ਵੀਟਸਟੋਨ ਵਿੱਚ ਕਿਵੇਂ ਆ ਜਿਵੇਂ ਇੱਥੇ ਲੱਗ ਗਿਆ x ਤੇ ਇੱਥੇ ਲੱਗ ਗਿਆ r, ਬੇਸਿਕਲੀ ਇਹ ਆ। ਹੁਣ ਇਹਦੇ ਵਿੱਚ ਇਹ ਸੈਂਟਰ ਤੋਂ ਬ੍ਰਿਜ ਵਾਇਰ ਨਿਕਲਦੀ ਹੈ, ਤਾਂ ਬ੍ਰਿਜ ਵਾਇਰ ਇਹਦੇ ਚ ਕਿੱਥੋਂ ਨਿਕਲਦੀ ਹੈ, ਇਹਦੇ ਲਈ ਇੱਥੇ ਇੱਕ ਨਟ ਲੱਗਿਆ ਹੁੰਦਾ, ਉਹਦੇ ਨਾਲ ਬ੍ਰਿਜ ਵਾਇਰ ਲੱਗੀ ਹੁੰਦੀ ਹੈ, ਤੇ ਬ੍ਰਿਜ ਵਾਇਰ ਦੇ ਨਾਲ ਗੈਲਵੇਨੋਮੀਟਰ ਹੁੰਦਾ ਹੈ, ਤੇ ਗੈਲਵੇਨੋਮੀਟਰ ਦਾ ਦੂਜਾ ਸਿਰਾ ਆ ਜੌਕੀ ਹੈ, ਇਹਨੂੰ ਇਹ ਓਪਨ ਹੁੰਦਾ ਹੈ ਜੌਕੀ, ਇਹਨੂੰ ਜੌਕੀ ਬੋਲਦੇ ਆ। ਇੱਕ ਪੈਨ ਵਰਗਾ ਹੁੰਦਾ, ਇਹਦੇ ਪਿੱਛੇ ਬਸ ਵਾਇਰ ਲੱਗੀ ਹੁੰਦੀ ਹੈ, ਤੇ ਉਹ ਪੈਨ ਅੱਗੇ ਉਹਦੇ ਕਾਪਰ ਲੱਗਿਆ ਹੁੰਦਾ, ਸਮਝੋ ਉਹਨੂੰ ਬਾਅਦ ਉੱਪਰ ਰਗੜ ਸਕਦੇ ਹੋ ਤੁਸੀਂ ਤਾਰ ਦੇ ਉੱਪਰ। ਜਿਹੜੀ ਆ ਰੈਜ਼ਿਸਟੈਂਸ ਵਾਇਰ ਤੁਸੀਂ ਲਗਾਈ ਹੈ ਨੀਚੇ ਗ੍ਰੀਨ ਕਲਰ ਦੀ, ਉਹ ਬੇਸਿਕਲੀ ਰੈਜ਼ਿਸਟੈਂਸ ਵਾਇਰ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ
ਸਮਝ ਲਓ ਇਸ ਤਰ੍ਹਾਂ ਕਰਕੇ ਰੈਜ਼ਿਸਟੈਂਸ ਵਾਇਰ ਲੱਗੀ ਹੋਈ ਨੀਚੇ। ਤੇ ਹੁਣ ਤੁਸੀਂ ਜਿਹੜਾ ਇਹਦੇ ਸੈਂਟਰ ਚੋਂ ਆ ਜਿਹੜਾ ਗੈਲਵਨੋਮੀਟਰ ਲਗਾਇਆ ਵਾ ਬ੍ਰਿਜ ਵਾਇਰ ਵਾਲਾ, ਇਸ ਨੂੰ ਤੁਸੀਂ ਦੂਜਾ ਸਿਰਾ ਲਿਆ ਕੇ ਇਸ ਵਾਇਰ ਤੇ ਰਗੜਨਾ ਸ਼ੁਰੂ ਕਰੋਗੇ, ਇਧਰੋਂ ਰਗੜ ਕੇ ਇੱਧਰ ਲੈ ਕੇ ਆਓਗੇ, ਇਸ ਤਰ੍ਹਾਂ ਕਿਸੇ ਵੀ ਜਗ੍ਹਾ ਤੇ ਇਹਨੂੰ ਕਿਤੇ ਨਾ ਕਿਤੇ ਲਗਾਓਗੇ, ਉੱਥੇ ਲਗਾਓਗੇ ਜਿੱਥੇ ਲਗਾਉਣ ਤੇ ਗੈਲਵਨੋਮੀਟਰ 'ਚ ਡਿਫਲੈਕਸ਼ਨ 0 ਆ ਜਾਏ। ਸਮਝ ਲੱਗ ਰਹੀ ਮੇਰੀ ਗੱਲ ਕਿ ਨਹੀਂ? Yes, sir. Yes, sir. ਇਹਦੇ ਹੁੰਦਾ ਕੀ ਹੈ, ਇਹਦੀ ਬਾਹਰਲੇ ਸਰਕਟ ਤੇ ਦੱਸਣਾ, ਇੱਥੋਂ ਬੈਟਰੀ ਲਾ ਦਿੰਦੇ ਆਪਾਂ, ਕਿਉਂਕਿ ਬੈਟਰੀ ਜੇ ਇੱਥੇ ਲਗਾਓਗੇ ਨਹੀਂ ਦੋਨੋਂ ਸਿਰਿਆਂ ਤੇ ਤਾਂ ਫਿਰ ਹੋਏਗਾ ਹੀ ਕਿਵੇਂ ਕੰਮ। ਤਾਂ ਬੈਟਰੀ ਦਾ ਇਹ 'ਚ ਲੱਗੀ ਹੁੰਦੀ ਹੈ ਇਸ ਤਰ੍ਹਾਂ, ਆਪਾਂ ਬੈਟਰੀ ਨਾਲ ਇਹਨੂੰ ਬਸ ਬੈਟਰੀ ਜਿੰਨੇ ਮਰਜ਼ੀ ਵੋਲਟ ਲਗਾਓ ਕੋਈ ਫਰਕ ਨਹੀਂ ਪੈਂਦਾ, ਆਪਾਂ ਤਾਂ ਸਿਰਫ ਬੈਲੈਂਸਿੰਗ ਦੀ ਗੱਲ ਕਰਨੀ ਹੈ। ਤੇ ਆ ਜਿਹੜਾ ਹੁੰਦਾ ਜੌਕੀ, ਆ ਜੌਕੀ ਬੇਸਿਕਲੀ ਗੈਲਵਨੋਮੀਟਰ ਨਾਲ ਆ ਜੌਕੀ, ਆਪਾਂ ਇਹਦੇ ਉੱਪਰ ਕਿਤੇ ਵੀ ਲਗਾ ਸਕਦੇ ਆ ਇਸ ਤਰ੍ਹਾਂ। ਇਸ ਨੂੰ ਕੀ ਕਰਦੇ ਆ, ਪੈਨ ਦੀ ਤਰ੍ਹਾਂ ਫੜ ਕੇ ਇੱਥੋਂ ਇਸ ਤਰ੍ਹਾਂ ਟੱਚ ਕਰਾ ਕੇ ਨਾ ਇਹਦੇ ਉੱਪਰ ਰਗੜਦੇ ਆ, ਆਪਾਂ ਸਲਾਈਡ ਕਰਦੇ ਆ, ਤਾਰ ਦੇ ਉੱਪਰ ਸਲਾਈਡ ਕਰਦੇ ਆ। ਸਮਝ ਲੱਗ ਰਹੀ ਮੇਰੀ ਗੱਲ? ਸਲਾਈਡ ਕਿਵੇਂ ਕਰਦੇ ਆ? ਸਲਾਈਡ ਕਰਦੇ ਆ, ਉਹਦੇ ਨਾਲ ਕੀ ਹੁੰਦਾ ਕਿ ਆ ਕਨੈਕਟਿੰਗ ਵਾਇਰ ਹੀ ਆ ਸਾਰੀ, ਆ ਰੈਡ ਵਾਇਰ, ਤਾਂ ਇਹਦੇ ਵਾਇਰ ਦਾ ਇੱਕ ਟੁਕੜਾ ਇਧਰਲੇ ਪਾਸੇ ਆ ਜਾਂਦਾ ਵਾ, ਇੱਕ ਟੁਕੜਾ ਇਧਰਲੇ ਪਾਸੇ ਹੋ ਜਾਂਦਾ ਨਾ, ਤਾਂ ਇਧਰਲੇ ਟੁਕੜੇ ਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਇਸ ਪਾਸੇ ਦੀ ਹੋ ਜਾਂਦੀ ਆ, ਇਧਰਲੇ ਟੁਕੜੇ ਦੀ ਰੈਜ਼ਿਸਟੈਂਸ ਇਸ ਪਾਸੇ ਹੋ ਜਾਂਦੀ ਆ। ਤੇ ਆਪਾਂ ਇਸ ਜੌਕੀ ਨੂੰ ਉਦੋਂ ਤੱਕ ਮੂਵ ਕਰਦੇ ਆ ਜਦ ਤੱਕ ਕਿ ਉਹ ਵਾਲਾ ਰੇਸ਼ੋ ਨਾ ਬਣ ਜਾਵੇ ਜੋ ਉੱਪਰ ਬਣ ਰਿਹਾ ਹੋਏਗਾ। ਉੱਪਰਲੇ ਦਾ ਰੇਸ਼ੋ ਤਾਂ ਮੈਨੂੰ ਪਤਾ ਹੀ ਨਹੀਂ। ਕਲੀਅਰ ਹੋਏਗਾ ਕਿ ਨਹੀਂ ਦੱਸੋ ਮੈਨੂੰ ਪਹਿਲਾਂ? Yes, yes, sir. ਸੋ ਉਹ ਸਾਰਾ ਪ੍ਰੋਸੈਸ ਇਹ ਹੁੰਦਾ ਹੈ ਬੇਸਿਕਲੀ। ਤੁਹਾਡੇ ਸਾਹਮਣੇ ਉਸ ਤਰ੍ਹਾਂ ਇੱਕ ਮੀਟਰ ਬ੍ਰਿਜ ਰੱਖਿਆ ਹੋਵੇ ਤਾਂ ਤੁਸੀਂ ਕੰਮ ਇਹ ਕਰੋਗੇ, ਅਨਨੋਨ ਰੈਜ਼ਿਸਟੈਂਸ ਨੂੰ ਇੱਥੇ ਲਗਾ ਦਿਓ, ਇੱਥੇ ਜਿਹੜੀ ਮਰਜ਼ੀ ਰੈਜ਼ਿਸਟੈਂਸ ਬਾਕਸ ਚੋਂ ਜਿੰਨੀ ਮਰਜ਼ੀ 5 10 15 ਜਿੰਨੀ ਮਨ ਕਰੇ ਇੰਟਰੋਡਿਊਸ ਕਰ ਦਿਓ, ਤੇ ਤਾਰ ਨੂੰ ਰਗੜਨਾ ਸ਼ੁਰੂ ਕਰਿਓ ਇਸ ਪਾਸਿਓਂ, ਅਨਨੋਨ ਵਾਲੇ ਪਾਸੇ ਤੋਂ, ਜਿੱਦਾਂ ਮਰਜ਼ੀ ਰਗੜ ਸਕਦੇ ਹੋ, ਵੈਸੇ ਤਾਂ ਕੋਈ ਗੱਲ ਨਹੀਂ ਹੈ। ਇਧਰੋਂ ਤੇ ਤਾਰ ਨੂੰ ਰਗੜ ਕੇ ਤੁਸੀਂ ਰਗੜੋਗੇ, ਤੁਸੀਂ ਦੇਖੋਗੇ ਗੈਲਵਨੋਮੀਟਰ 'ਚ ਡਿਫਲੈਕਸ਼ਨ ਆ ਰਹੀ ਹੈ। फिर होर आगे लेके आओगे, डिफ्लेक्शन घटेगी घटेगी घटेगी, एक जगह जाकर डिफ्लेक्शन खत्म हो जाएगी, बिल्कुल स्ट्रेट हो जाएगी। जिथे खत्म हो गई डिफ्लेक्शन गैल्वेनोमीटर यानी ਇਹਦੇ अंदर करंट नहीं है हुण, मतलब x बटा r बराबर होएगा इस लेंथ का रेजिस्टेंस बटा इस लेंथ का रेजिस्टेंस। ਉਹਦੇ ਨਾਲ ਕੀ ਹੁੰਦਾ ਹੈ, बैलेंस हो जाता विच ਨੂੰ भी ਤੇ ਅਸੀਂ x पता कर ਲੈਂਦੇ। ਪਰ ਹੁੰਦਾ ਕੀ ਹੈ, ਤੁਸੀਂ ਇੱਥੇ ਆ ਨੀਚੇ ਵਾਲੀ ਵਾਇਰ ਦੇ ਆ ਟੁਕੜਿਆਂ ਦੇ ਰੈਜ਼ਿਸਟੈਂਸ ਕਿਵੇਂ ਪਤਾ ਕਰੋਗੇ, ਬੜੀ ਇੰਪੋਰਟੈਂਟ। ਹੁਣ ਇਹਦੀ ਥਿਉਰੀ ਸਮਝੋ ਨਾਲ। ਥਿਉਰੀ ਇਹਦੇ ਇਹ ਆ ਕਿ ਤੁਸੀਂ ਦੱਸੋ ਰੈਜ਼ਿਸਟੈਂਸ ਕਿਸੇ ਵਾਇਰ ਦੀ ਕਿਹਦੇ ਬਰਾਬਰ ਹੁੰਦੀ ਹੈ, ਰੋ L ਬਾਈ A ਹੁੰਦੀ ਹੈ। Yes, sir. Yes, sir. ਅਗਰ ਤੁਸੀਂ ਵਾਇਰ ਸੇਮ ਮਟੀਰੀਅਲ ਦੀ ਯੂਜ਼ ਕਰੋਗੇ, ਸੇਮ ਮਟੀਰੀਅਲ ਦੀ ਯੂਜ਼ ਕਰੋਗੇ, ਸਾਰਾ ਥਰੂ ਆਊਟ ਸੇਮ ਮਟੀਰੀਅਲ ਯੂਜ਼ ਕਰੋਗੇ ਤਾਂ ਰੋ ਕਾਂਸਟੈਂਟ ਹੋਏਗਾ ਕਿ ਨਹੀਂ? Yes, sir. Yes, sir. ਤੇ ਅਗਰ ਤੁਹਾਡੀ ਯੂਨੀਫਾਰਮ ਵਾਇਰ ਹੈ, ਯਾਨੀ ਕਿ ਵਾਇਰ ਕਿਸੇ ਜਗ੍ਹਾ ਤੇ ਜ਼ਿਆਦਾ ਮੋਟੀ ਕਿਸੇ ਜਗ੍ਹਾ ਤੇ ਜ਼ਿਆਦਾ ਪਤਲੀ ਨਾ ਹੋਵੇ, ਇਕਸਾਰ ਹੋਵੇ, ਯੂਨੀਫਾਰਮ ਹੋਵੇ ਵਾਇਰ, ਤੇ ਉਦੋਂ ਉਹਦਾ ਕੀ ਕਾਂਸਟੈਂਟ ਹੋਏਗਾ? Area. ਇਹ ਕਾਂਸਟੈਂਟ ਹੋ ਜਾਏਗਾ, ਏਰੀਆ ਆਫ ਕ੍ਰਾਸ ਸੈਕਸ਼ਨ। ਤਾਂ ਰੋ ਤੇ ਇਹ ਕਾਂਸਟੈਂਟ ਹੋਣ ਦੇ ਨਾਲ ਫਿਰ ਆਪਾਂ ਕਹਿ ਸਕਦੇ ਹਾਂ ਜੇ ਆਹ ਦੋਨੋਂ ਗੱਲਾਂ ਪੱਕੀਆਂ ਹੈਗੀਆਂ ਨੇ ਤਾਂ ਰੈਜ਼ਿਸਟੈਂਸ ਕਿਸੇ ਵੀ ਵਾਇਰ ਦੀ ਉਹਦੀ ਲੈਂਥ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ। Yes, sir. ਵੀ ਜਿੰਨੀ ਜ਼ਿਆਦਾ ਲੈਂਥ ਉਨੀ ਜ਼ਿਆਦਾ ਰੈਜ਼ਿਸਟੈਂਸ। ਤਾਂ ਜੇ ਮੈਂ ਰੋ ਬਾਈ ਏ ਦਾ ਨਾਮ ਕੋਈ ਕਾਂਸਟੈਂਟ ਰੱਖ ਦਵਾਂ, ਕਿਉਂਕਿ ਇਹ ਦੋਨੋਂ ਚੀਜ਼ਾਂ ਸੇਮ ਰਹਿਣਗੀਆਂ, ਤਾਂ R equal to KL ਵੀ ਕਹਿ ਸਕਦਾ ਨਾ ਮੈਂ। Yes, sir. Yes, sir. where K is equal to rho by A, that is constant because wire is uniform। याद रखना वायर यूनिफॉर्म नहीं है ਤਾਂ ਇਹ नहीं है, पर इस तरह ਇੱਥੇ ਹੋ ਸਕਦਾ ਹੈ। ਤਾਂ ਹੁਣ ਮੈਂ ਮੰਨ ਲਵਾਂ ਕਿ ਜੇ ਕੋਈ ਰੈਜ਼ਿਸਟੈਂਸ ਵਾਇਰ ਹੈ ਤੇ ਉਸ ਰੈਜ਼ਿਸਟੈਂਸ ਵਾਇਰ ਦੀਆਂ ਆ ਮੰਨ ਲਓ ਰੈਜ਼ਿਸਟੈਂਸ ਵਾਇਰ ਹੈ, ਇਹਦੇ ਵਿੱਚ ਇੱਕ ਜਗ੍ਹਾ ਤੇ ਆਪਾਂ ਜੌਕੀ ਨੂੰ ਲਗਾਇਆ ਹੋਇਆ ਇਸ ਤਰ੍ਹਾਂ ਉੱਪਰੋਂ ਲਿਆ ਕੇ ਇੱਥੇ ਗੈਲਵਨੋਮੀਟਰ ਤੇ ਐਵੇਂ ਕਰਕੇ ਇੱਥੇ ਲਗਾਇਆ ਹੋਇਆ, ਤੇ ਵਾਇਰ ਦਾ ਇੱਕ ਲੈਂਥ ਇਸ ਪਾਸੇ ਮੰਨ ਲਓ L, ਤੇ ਇਹ 1 ਮੀਟਰ ਲੰਬੀ ਵਾਇਰ ਹੁੰਦੀ ਹੈ। ਇਹਦੇ ਨੀਚੇ ਨਾ ਸਕੇਲ ਵੀ ਲੱਗਿਆ ਹੁੰਦਾ, ਯਾਦ ਰੱਖਿਓ, ਇਹਦੇ ਨੀਚੇ ਨਾ ਮੀਟਰ ਸਕੇਲ ਵੀ ਲੱਗਿਆ ਹੁੰਦਾ ਇੱਥੇ। ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਇਸ ਚੀਜ਼ ਨੂੰ, ਐ ਕਰਕੇ ਇਸ ਤਰ੍ਹਾਂ ਕਰਕੇ ਨਾ ਇਹਦੇ ਵਾਇਰ ਦੇ ਉੱਪਰ ਹੁੰਦੀ ਹੈ, ਸਕੇਲ ਇਸ ਤਰ੍ਹਾਂ ਹੁੰਦਾ ਹੈ, ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ, ਇਹ 1 2 3 4 ਇਸ ਤਰ੍ਹਾਂ ਕਰਕੇ ਸਕੇਲ ਬਣਿਆ ਹੁੰਦਾ, ਤਾਂ ਕਿ ਵਾਇਰ ਜਿੱਥੇ ਤੁਸੀਂ ਟੱਚ ਕਰਾਏ ਤੁਸੀਂ ਦੇਖ ਸਕੋ ਵੀ ਕਿੰਨੇ ਸੈਂਟੀਮੀਟਰ ਇੱਧਰ ਹੈਗੀ ਕਿੰਨੇ ਉੱਧਰ ਹੈਗੀ। ਜੇ ਆ L ਲੈਂਥ ਹੈ ਮੰਨ ਲਓ ਇਸ ਪਾਸੇ, ਤਾਂ ਇੱਧਰਲੇ ਪਾਸੇ ਕਿੰਨੀ ਲੈਂਥ ਹੋ ਜਾਏਗੀ? 100 - L ਸੈਂਟੀਮੀਟਰ ਹੋਏਗੀ ਨਾ। Yes, sir. ਤਾਂ ਇਹ ਵਾਇਰ ਦੇ ਇਹ ਟੁਕੜਾ ਜਿਹੜਾ ਇੱਧਰਲਾ ਟੁਕੜਾ ਹੈ, ਇਹਦੀ ਰੈਜ਼ਿਸਟੈਂਸ ਨੂੰ ਮੈਂ ਜੇ R1 ਕਹਿ ਦਵਾਂ ਤਾਂ ਬੇਸਿਕਲੀ ਇਟ ਵਿਲ ਬੀ K into L ਨਾ। Yes, sir. ਇਸ ਟੁਕੜੇ ਦਾ ਰੈਜ਼ਿਸਟੈਂਸ ਕਿੰਨਾ ਆਏਗਾ? R2 is equal to K into 100 - L।
ਤਾਂ ਜਦੋਂ ਤੁਸੀਂ R1 by R2 ਕਰਨਾ ਚਾਹੋਗੇ ਨਾ ਤਾਂ K ਤੁਹਾਡਾ ਕੱਟਿਆ ਜਾਂਦਾ, ਕੱਲੀ ਲੈਂਥ ਹੀ ਰਹਿ ਜਾਂਦੀ ਹੈ। K ਨਾਲ K ਕੱਟਿਆ ਗਿਆ, ਕੱਲੀ ਲੈਂਥ ਦਾ ਹੀ ਰੇਸ਼ੋ ਰਹਿ ਜਾਂਦਾ ਹੈ। ਦੱਸੋ ਗੱਲ ਸਮਝ ਲੱਗੀ ਕਿ ਨਹੀਂ? Yes, sir. ਸੋ ਫਿਰ ਤੁਹਾਡਾ ਮੀਟਰ ਵੀ ਕੰਮ ਕਿਵੇਂ ਕਰਦਾ ਅਸਲ ਵਿੱਚ, ਮੈਂ ਇੱਥੇ ਹੀ ਬਣਾ ਦੇਣਾ ਹੁਣ ਕਿ ਹੁਣ ਮੈਂ ਇਹ ਮਿਟੇ ਦੇਣਾ, ਇਹ ਸਭ ਗੱਲਾਂ ਸਮਝ ਚੁੱਕੇ ਹੋ ਕਿ ਇਹ ਸਭ ਕਿਵੇਂ ਇਹ ਬੀਟਸਟੋਨ ਵਿੱਚ ਬਣਿਆ। ਤਾਂ ਇਸ ਮੋਮੈਂਟ ਤੇ ਆ ਕੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇਹ x ਹੈ ਬਟਾ ਜਿੰਨਾ ਇਹ ਰੈਜ਼ਿਸਟੈਂਸ ਬਾਕਸ ਵਿੱਚ ਤੁਸੀਂ ਰੈਜ਼ਿਸਟੈਂਸ ਇੰਟਰੋਡਿਊਸ ਕੀਤੀ ਹੋਣੀ ਉਹ ਬਰਾਬਰ ਹੋਏਗਾ, ਮੰਨ ਲਓ ਇੱਧਰ ਲੈਂਥ L ਹੈ ਤੇ ਇੱਧਰ 100 ਮਾਈਨਸ L ਹੈ, ਤਾਂ ਇਹ ਆਏਗਾ L ਬਟਾ 100 ਮਾਈਨਸ L। ਦੱਸੋ ਅੰਡਰਸਟੂਡ ਹੈ ਕਿ ਨਹੀਂ? Yes, Yes, sir. sir. ਕਿਉਂਕਿ ਅਸੀਂ ਰੈਜ਼ਿਸਟੈਂਸ ਵਾਇਰ ਦੀ ਲੈਂਥ ਦੇ ਪ੍ਰੋਪੋਰਸ਼ਨੈਲਿਟੀ ਨੂੰ ਉਹਦੀ ਰੈਜ਼ਿਸਟੈਂਸ ਦੀ ਪ੍ਰੋਪੋਰਸ਼ਨੈਲਿਟੀ ਦੀ ਜਗ੍ਹਾ ਲੈਂਥ ਦੀ ਪ੍ਰੋਪੋਰਸ਼ਨੈਲਿਟੀ ਲਿਖਤੀ L by 100 ਮਾਈਨਸ L। ਹੁਣ ਤੁਸੀਂ x ਪਤਾ ਕਰ ਸਕਦੇ ਹੋ, ਸਮਝ ਲੱਗੀ ਗੱਲ ਕਿ ਨਹੀਂ? ਦੱਸੋ। Yes, sir. Yes, sir. ਹੁਣ ਮੈਨੂੰ ਸਿੰਪਲ ਜੀ ਗੱਲ ਇਹ ਦੱਸੋ ਕਿ ਜੇ ਮੈਂ ਆ ਰੈਜ਼ਿਸਟੈਂਸ ਬਾਕਸ ਆ, ਮੰਨ ਲਓ ਉਸ ਰੈਜ਼ਿਸਟੈਂਸ ਬਾਕਸ ਵਿੱਚ ਜੋ ਵੀ ਰੈਜ਼ਿਸਟੈਂਸ ਸੀਗੀ ਜਿੰਨੀ ਵੀ ਸੀਗੀ, ਜੇ ਮੈਂ ਉਸ ਦੀ ਜਗ੍ਹਾ ਤੇ ਕੋਈ ਹੋਰ ਰੈਜ਼ਿਸਟੈਂਸ ਲਗਾ ਦਵਾਂ ਤਾਂ ਮੇਰਾ ਬੈਲੈਂਸ ਪੁਆਇੰਟ ਬਦਲੇਗਾ ਇਹ ਕਿ ਨਹੀਂ ਬਦਲੇਗਾ? ਆ B ਪੁਆਇੰਟ ਹੈ ਮੰਨ ਲਓ ਬੈਲੈਂਸ ਪੁਆਇੰਟ, ਕਿ ਇਹ B ਪੁਆਇੰਟ ਥੋੜਾ ਲੈਫਟ ਜਾਂ ਥੋੜਾ ਰਾਈਟ ਤੇ ਆਏਗਾ ਕਿ ਇੱਥੇ ਬੈਲੈਂਸ ਆ ਜਾਏਗਾ? बदलेगा, क्योंकि अगर R बदलेगा तो X बटा R का रेशो ऊपर ला भी तो बदलेगा ना। Yes, sir. तो फिर नीचे वाला रेशो भी वही बनने की कोशिश करेगा। सिंपल जी गल है। ते हुण हुंदा की है, ਇਹਦੇ ਨਾਲ ਸਾਨੂੰ ਬਾਰ-ਬਾਰ ਰੈਜ਼ਿਸਟੈਂਸਿਸ ਬਦਲਣ ਦੀ ਜਾਂ ਕੁਝ ਵੀ ਨੀਚੇ ਵਾਇਰ ਦੀ ਜਗ੍ਹਾ ਤੇ ਲੋੜ ਨਹੀਂ ਪੈਂਦੀ, ਅਸੀਂ ਬਸ ਜੌਕੀ ਨੂੰ ਉਹਦੇ ਉੱਪਰ ਮੂਵ ਕਰਨਾ ਹੈ ਤਾਂ ਦੇਖ ਲੈਣਾ ਕਿੱਥੇ ਜਾ ਕੇ ਗੈਲਵੇਨੋਮੀਟਰ ਚ ਡਿਫਲੈਕਸ਼ਨ 0 ਹੋ ਜਾਵੇ ਬਸ। ਤੇ ਇਹ ਰੇਸ਼ੋ ਕੁਝ ਵੀ ਹੋ ਸਕਦਾ ਹੈ। ਦੇਖੋ ਮੰਨ ਲਓ ਕਿ ਵਾਇਰ ਜਿਹੜੀ ਹੈ ਤੁਹਾਡੀ, ਦੇਖੋ ਕਿ ਵਰਸ ਕਿੰਨੀ ਜ਼ਿਆਦਾ ਮਤਲਬ ਬਦਲ ਸਕਦੇ ਆਪਾਂ ਇਹਦੇ ਵਿੱਚ। ਦੇਖੋ ਵੈਲਿਊਜ਼ ਕੀ ਕੀ ਆਖਦੀ, ਜੇ ਤੁਹਾਡੀ ਜਿਹੜੀ ਜੌਕੀ ਹੈ ਉਹ ਮੰਨ ਲਓ ਇੱਥੇ ਹੀ ਅੜ ਗਈ, ਪਹਿਲੇ ਹੀ ਇੱਥੇ ਹੀ ਥੋੜਾ 1 ਮਿਲੀਮੀਟਰ ਤੇ ਤੁਹਾਡਾ ਮਤਲਬ ਬੈਲੈਂਸ ਪੁਆਇੰਟ ਆ ਗਿਆ, ਤਾਂ ਇਹਦਾ ਮਤਲਬ ਰੇਸ਼ੋ ਕਿੰਨਾ ਹੈ ਨੀਚੇ ਤੁਹਾਡੇ ਵਾਇਰ 'ਚ? ਇੱਥੇ ਆ 1 ਮਿਲੀਮੀਟਰ ਯਾਨੀ 0.1 ਸੈਂਟੀਮੀਟਰ ਨਾ। ਫਿਰ ਬਟਾ ਇਧਰਲੀ ਵਾਇਰ ਕਿੰਨੀ ਰਹੇਗੀ ਫਿਰ आएगी? Yes, sir. एक तरह 1/999 आ गया ना एक तरह। देखो किड्डा ये छोटा रेशो, ये छोटे रेशो तो बढ़ेगा, फिर जो ये इधर आ जाएगी तो इधर कितनी हो जाएगी? इधर मान लो 5 सेंटीमीटर होगी, इधर कितनी रहेगी 95, तो 5/95 भी आ सकता ना। Yes, sir. 1/19 ऐ करते करते जे इतने आ जाएगी 40 ते आएगी तो 40/60 हो जाएगा। Yes, sir. 2/3 आ गया, 0.66 के कोल पहुंच गया। ਤੇ ਇਸ ਤਰ੍ਹਾਂ ਕਰਦੇ ਕਰਦੇ 50 ਤੇ ਆ ਰਹੇ, ਬਿਲਕੁਲ 50 ਤੇ 50 ਇੱਧਰ 50 ਇੱਧਰ, ਮਤਲਬ ਰੇਸ਼ੋ 1 ਆ ਗਿਆ। ਯਾਨੀ ਕਿ ਉੱਪਰਲੇ ਕੀ ਪਤਾ R ਤੇ X ਬਰਾਬਰ ਹੀ ਹੋਣੇ, ਤਾਂ ਮਤਲਬ ਕੀ ਪਤਾ ਤਾਂ ਆ ਜਾਏਗਾ। ਜੇ ਇੱਧਰ ਆਈ ਤਾਂ ਇੱਧਰ ਵਾਲੇ ਵੱਧ ਗਏ, ਹੁਣ 60 ਇੱਧਰ 40, ਰੇਸ਼ੋ ਵਧਣਾ ਸ਼ੁਰੂ ਹੋ ਗਿਆ ਨਾ ਇੱਕ ਤੋਂ ਵੀ ਉੱਪਰ। Yes, sir. ਐ ਕਰਦੇ ਕਰਦੇ ਦੇਖੋ ਰੇਸ਼ੋ ਕਾਫੀ ਦੂਰ ਤੱਕ ਜਾ ਸਕਦਾ, 99.9/0.1 ਤੱਕ ਵੀ ਜਾ ਸਕਦਾ ਹੈ, 999 ਤੱਕ ਵੀ ਜਾ ਸਕਦਾ ਹੈ ਨਾ। ਸੋ ਆਪਾਂ ਨੂੰ ਇੰਨੀ ਜ਼ਿਆਦਾ ਲੋੜ ਨਹੀਂ ਪੈਂਦੀ, ਪਰ ਇਸ ਵਾਇਰ ਦੇ ਲਗਾ ਦੇਣ ਦੇ ਨਾਲ ਅਸੀਂ ਨੀਚੇ ਵਾਲੇ ਦੋ ਰੈਜ਼ਿਸਟਰਸ ਦੇ ਰੇਸ਼ੋ ਨੂੰ ਬਸ ਜੌਕੀ ਮੂਵ ਕਰਕੇ ਹੀ ਕੰਟਰੋਲ ਕਰ ਪਾ ਰਹੇ ਹਾਂ ਤੇ ਬਾਰ-ਬਾਰ ਬਦਲ ਪਾ ਰਹੇ ਹਾਂ। ਹੈ ਨਾ ਕਮਾਲ ਦੀ ਚੀਜ਼? ਸਮਝ ਲੱਗੀ ਗੱਲ ਕੀ ਕਰ ਰਹੇ ਹਾਂ? Yes, sir. Yes, sir. ਨਹੀਂ ਤਾਂ ਤੁਸੀਂ ਚੱਕ ਕੇ ਬਾਰ-ਬਾਰ ਤਾਰ ਨੂੰ ਲਾਓਗੇ, ਬਾਰ-ਬਾਰ ਹਟਾਓਗੇ। ਆ ਬਸ ਜੌਕੀ ਹੈ, ਜੌਕੀ ਨੂੰ ਚੱਕ ਕੇ ਇੱਧਰ ਰਗੜ ਦੋ ਪਾਸੇ ਦੇ ਉੱਪਰ, ਇੱਕ ਪਾਸੋਂ ਰਗੜਨਾ ਸ਼ੁਰੂ ਕਰੋ, ਕਿਤੇ ਨਾ ਕਿਤੇ ਜਾ ਕੇ X/R ਦਾ ਜੋ ਵੀ ਰੇਸ਼ੋ ਹੋਏਗਾ ਆਪਣੇ ਆਪ ਜੌਕੀ ਨੇ ਉੱਥੇ ਜਾ ਕੇ ਖੜ ਕੇ ਗੈਲਵੇਨੋਮੀਟਰ ਡਿਫਲੈਕਸ਼ਨ 0 ਦੇ ਦੇਣੀ ਆ, ਜਿਹੜਾ ਉਸ ਟਾਈਮ ਜਿਹਦੇ ਨਾਲ ਕਿ ਉੱਪਰਲਾ ਰੇਸ਼ੋ X/R ਦਾ ਤੇ ਲੈਂਥ ਦਾ ਰੇਸ਼ੋ ਬਿਲਕੁਲ ਬਰਾਬਰ ਆ ਜਾਏ, ਕਿਉਂਕਿ ਇਹਦਾ ਇਹ ਵੀਟਸਟੋਨ ਬ੍ਰਿਜ ਬਣਾਇਆ ਸੀ। ਸੋ ਆਈ ਥਿੰਕ ਇਹ ਹੁਣ ਤੁਹਾਨੂੰ ਸਮਝ ਲੱਗ ਗਈ ਗੱਲ। ਹੁਣ ਤੁਸੀਂ ਬੁੱਕ ਦੇ ਵਿੱਚੋਂ ਇਹਨੂੰ ਬਹੁਤ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। Yes, sir. ਹੁਣ ਇਹਦੇ ਕੁਐਸਚਨ ਦੇਖੋ ਕੀ ਨੇ। ਕੁਐਸਚਨ 'ਚ ਕਈ ਵਾਰ ਤੁਹਾਨੂੰ ਸਿੱਧਾ ਹੀ ਐ ਦਿੱਤਾ ਹੁੰਦਾ ਉਹਨਾਂ ਨੇ, ਬਸ ਕੁਐਸਚਨ ਵਿੱਚ ਨਾ ਇਸ ਤਰ੍ਹਾਂ ਦਾ ਬ੍ਰਿਜ ਨਹੀਂ ਬਣਾਉਂਦੇ ਹੋ ਕਈ ਵਾਰੀ। ਤੁਸੀਂ ਵੀ ਐਵੇਂ ਉਮੀਦ ਨਾ ਕਰਿਓ ਕਿ ਮੈਂ ਇਸ ਤਰ੍ਹਾਂ ਦਾ ਬ੍ਰਿਜ ਬਣਾਇਆ ਕਰੂੰਗਾ ਤੁਹਾਡੇ ਲਈ, ਠੀਕ ਹੈ। ਇਸ ਤਰ੍ਹਾਂ ਮੰਨ ਲਓ ਇਸ ਜਗ੍ਹਾ ਤੇ ਕੋਈ ਰੈਜ਼ਿਸਟੈਂਸ ਲਾਈ ਹੈ, ਬਸ ਉਹ ਕਹਿ ਰਹੇ ਮੰਨ ਲਓ ਇਹ ਹੈਗੀ ਹੈ ਜੀ X ਤੇ ਇਹ ਹੈਗੀ ਹੈ ਜੀ 5 ohms ਹੈਗੀ ਆ, ਤੇ ਉਹ ਕਹਿ ਰਹੇ ਨੇ ਕਿ ਇੱਥੇ ਨੀਚੇ ਅਸੀਂ ਆ ਰੈਜ਼ਿਸਟੈਂਸ ਵਾਇਰ ਲਗਾਈ ਆ। ਵਾਇਰ ਤੁਹਾਡੇ ਸਾਹਮਣੇ ਨਾ ਐਂ ਹੀ ਸ਼ੋ ਕਰ ਦਿੰਦੇ ਨੇ, ਬਸ ਸਿੰਪਲ ਉਹ ਆਪਣੇ ਆਪ ਤੁਸੀਂ ਸਮਝਣੀ ਹੈ ਕਿ ਇਹ ਰੈਜ਼ਿਸਟੈਂਸ ਵਾਇਰ ਲੱਗੀ ਹੋਈ, ਆਹ ਵਾਲੀ ਰੈਜ਼ਿਸਟੈਂਸ ਵਾਇਰ ਲੱਗੀ ਹੋਈ ਹੈ, ਠੀਕ ਹੈ। ਤੇ ਫਿਰ ਉਹ ਬਸ ਪੇਪਰ 'ਚ ਤੁਹਾਨੂੰ ਆਈ ਦਿਖਾਇਆ ਜਾਊਗਾ ਵੀ ਇੱਥੋਂ ਸਿੱਧਾ ਹੀ ਜੋੜਨਗੇ ਤੇ ਕਹਿਣਗੇ ਆਹ ਗੈਲਵੇਨੋਮੀਟਰ ਹੈ ਜੀ,
ਆ ਜਾ ਕੇ ਇੱਥੇ ਜੁੜਿਆ ਹੈ ਬਸ, ਤੇ ਉਹ ਕਹਿ ਦੇਣਗੇ ਆ 30 ਸੈਂਟੀਮੀਟਰ ਹੈ, ਤੇ ਹੁਣ ਇੱਥੇ ਤੱਕ ਤੇ ਤੁਸੀਂ ਦੱਸੋ x ਕਿੰਨਾ ਹੈ। ਤੁਸੀਂ ਬਹੁਤ ਫਾਸਟ ਕੰਮ ਕਰਨਾ ਹੈ। x ਬਾय 5 इसको 30 बाय 70 बस। तो x कितना आया 3 into 5 by 7 that is 15/7 ohms आंसर। गल खत्म। क्लियर है कि नहीं? Yes. Yes, sir. Yes, sir. ठीक है। ਹੁਣ ਤੁਸੀਂ ਮੈਨੂੰ ਇਹ ਦੱਸਣਾ ਆ ਕਿ ਜੇ ਮੰਨ ਲਓ ਆ ਇੱਕ ਹੋ ਗਿਆ ਬੈਲੈਂਸ ਇਸ ਤਰ੍ਹਾਂ ਹੋ ਗਿਆ, ਹੁਣ ਵਾਈ ਦਾ ਕੁਐਸਚਨ ਬਣ ਗਿਆ ਆਪਣਾ ਇੱਕ। ਜੇ ਮੰਨ ਲਓ ਮੈਂ ਆ ਜਿਹੜਾ 5 ਹੈ ਇਸ 5 ਨੂੰ ਹਟਾ ਲਵਾਂ ਤੇ ਇਸ ਤੋਂ ਇਸ ਦੀ ਜਗ੍ਹਾ ਤੇ 5 ਦੀ ਜਗ੍ਹਾ ਤੇ 3 ਲਗਾ ਦਵਾਂ ਤਾਂ ਬੈਲੈਂਸ ਪੁਆਇੰਟ ਦੀ ਪੋਜੀਸ਼ਨ ਅਗਰ ਬਦਲੇਗੀ ਤਾਂ ਕਿੱਧਰ ਨੂੰ ਬਦਲੇਗੀ, ਲੈਫਟ ਕਰਨਾ ਪਏਗਾ ਕਿ ਰਾਈਟ ਕਰਨਾ ਪਏਗਾ? ਹੈ ਦੱਸੋ। Right. ਜੇ 5 ਦੀ ਜਗ੍ਹਾ ਮੈਂ 3 ਲਗਾ ਦੂੰਗਾ ਤਾਂ ਉਹਨੂੰ ਰਾਈਟ ਕਰਨਾ ਪਏਗਾ ਕਰੈਕਟ, ਕਿਉਂਕਿ x by 5 ਦੇ ਰੇਸ਼ੀਓ ਦੇ ਵਿੱਚ ਜੇ ਬੇਸਿਕਲੀ ਆ ਜਿਹੜਾ x ਹੈ ਇਹ ਪ੍ਰੋਪੋਰਸ਼ਨੈਲਿਟੀ ਇਹੀ ਕਹਿ ਰਹੀ ਨਾ ਕਿ ਜਿਹੜਾ x ਦਾ ਰੇਸ਼ੀਓ 30 ਹੈ ਤੇ 5 ਦਾ ਰੇਸ਼ੀਓ ਆ 70 ਹੈ ਨਾ, this by this is equal to this by this ਨਾ। ਹੁਣ ਜੇ 5 ਦੀ ਜਗ੍ਹਾ ਤੇ 3 ਲਗਾ ਦੂੰਗਾ ਤਾਂ ਇਹ ਕੱਟ ਗਿਆ ਤਾਂ ਇਧਰਲੀ ਵਾਇਰ ਦੀ ਲੈਂਥ ਵੀ ਕੱਟਣੀ ਚਾਹੀਦੀ ਹੈ, ਇਹ ਕਟੇਗੀ ਤਾਂ ਜੇ ਪੁਆਇੰਟਰ ਤੁਹਾਡਾ ਰਾਈਟ ਜਾਏਗਾ। ਤੁਹਾਡਾ ਸਮਝ ਲੱਗੀ ਗੱਲ? Yes, sir. ਤੇ ਜੇ 5 ਦੀ ਜਗ੍ਹਾ ਤੇ ਮੈਂ 7 ਲਗਾ ਦੇਵਾਂ ਤਾਂ ਪੁਆਇੰਟਰ ਥੋੜਾ Left. ਲੈਫਟ ਜਾਏਗਾ। ਸੋ ਦਿਸ ਇਜ਼ ਦਾ ਫੀਡਸਟੋਨ ਬ੍ਰਿਜ ਪ੍ਰਿੰਸੀਪਲ। ਦੱਸੋ ਇੱਥੇ ਤੱਕ ਗੱਲ ਕਲੀਅਰ ਹੈ ਕਿ ਨਹੀਂ ਸਭ ਨੂੰ? Yes, sir. Yes, sir. Yes, sir. तो ਇਹ ਜੇ ਤੁਹਾਨੂੰ ਪੇਪਰ 'ਚ ਆਏ ਤਾਂ ਇੱਕ ਥਿਓਰੈਟਿਕਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਮੀਟਰ ਬ੍ਰਿਜ ਦੇ ਬਾਰੇ ਸਾਰਾ ਕੁਝ, ਜਿਵੇਂ ਇੱਕ ਤਾਂ ਮੀਟਰ ਬ੍ਰਿਜ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਪ੍ਰਿੰਸੀਪਲ ਜੋ ਕਿ ਮੈਂ ਹੁਣੇ ਲਿਖਵਾਇਆ ਤੁਹਾਨੂੰ, ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਬੈਲੈਂਸ ਬ੍ਰਿਜਸਟੋਨ ਬ੍ਰਿਜ। ਇਹਦਾ ਯੂਜ਼ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ, ਟੂ ਗੈਟ ਦਾ ਅਨਨੋਨ ਰੈਜ਼ਿਸਟੈਂਸ। ਫਿਰ ਇਸ ਤੋਂ ਬਾਅਦ ਦਾ ਪ੍ਰਿੰਸੀਪਲ ਪਤਾ ਲੱਗ ਗਿਆ, ਫਿਰ ਇਸ ਤੋਂ ਬਾਅਦ ਇਹਦੀ ਜਿਹੜੀ ਕੰਸਟਰਕਸ਼ਨ ਥਿਓਰੀ ਹੈ, ਥਿਓਰੀ ਪਤਾ ਲੱਗ ਗਈ। ਥਿਓਰੀ ਦੀ ਬੇਸਿਕਲੀ ਇਸ ਗੱਲ ਤੇ ਵੀ ਬੇਸਡ ਹੈ ਕਿ ਰੈਜ਼ਿਸਟੈਂਸ ਆਫ any length of wire is directly proportional to that length। ठीक है, but the wire is if the wire is uniform ਇਹ ਦੱਸਣਾ ਜ਼ਰੂਰੀ ਹੈ ਤੇ throughout same material use ਕੀਤਾ ਹੋਇਆ ਆਪਾਂ ਆ ਵੀ ਗੱਲ ਦੱਸਣਾ ਜ਼ਰੂਰੀ ਹੈ। ਤਾਂ ਆ ਕਿਉਂਕਿ ਰੋ ਤੇ ਇਹ ਦੋਨੋਂ ਕਾਂਸਟੈਂਟ ਹੋਣਗੇ ਤਾਂ r proportional to l ਆ ਜਾਏਗਾ। ਸੋ ਅਗਰ ਕੋਈ ਦੋ ਪੋਰਸ਼ਨਸ ਨੇ ਆਪਾਂ ਨੂੰ ਪਤਾ ਇਸ ਲਈ r1 by r2 equal to ਆਪਾਂ l1 by l2 ਲਿਖ ਸਕਦੇ ਹਾਂ। ਤਾਂ ਥਿਓਰੀ ਹੋ ਗਈ। ਫਿਰ ਤੋਂ ਬਾਅਦ ਕੰਸਟਰਕਸ਼ਨ ਵਿੱਚ ਤੁਸੀਂ ਜੋ ਮੈਂ ਤੁਹਾਨੂੰ ਕਿਹਾ ਵਾ ਉਹ ਲਿਖੋਗੇ, ਇਹਨੂੰ ਬੁੱਕ ਚੋਂ ਤੁਸੀਂ ਦੇਖ ਲੈਣਾ ਹੈ। ਤੇ ਵਰਕਿੰਗ ਜਿਹੜੀ ਹੈ ਵਰਕਿੰਗ ਦੇ ਵਿੱਚ ਤੁਸੀਂ ਬਸ ਆਜ ਦਿਖਾ ਦੇਣਾ ਕਿ ਮੰਨ ਲਓ ਬੈਲੈਂਸ ਪੁਆਇੰਟ ਸਾਨੂੰ ਆਇਆ ਤਾਂ ਬੇਸਿਕਲੀ ਅਸੀਂ ਕੀ ਕਵਾਂਗੇ that x ਜੋ ਵੀ ਤੁਸੀਂ ਦਿਖਾਏਗਾ x by r will be equal to basically r1 by r2 where r1 and r2 are the resistances of the portion ਤੇ ਆਪਾਂ ਉਹਦੀ ਜਗ੍ਹਾ ਤੇ ਕੀ ਲਿਖ ਦਾਂਗੇ l by 100 minus l ਅਗਰ ਆਪਣਾ ਬੈਲੈਂਸ ਪੁਆਇੰਟ l ਆਇਆ ਤੇ ਇਹਨੂੰ ਸੋਲਵ ਕਰ ਲਾਂਗੇ ਬਸ, ਇਹ ਜਾਂ ਇੱਥੇ ਛੱਡ ਦੋਗੇ ਤੁਸੀਂ ਤਾਂ। ਸੋ ਤੁਹਾਨੂੰ ਮੀਟਰ ਵਿੱਚ ਅਗਰ ਮਿਲ ਜਾਏ ਤੇ ਤੁਹਾਨੂੰ ਅਨਨੋਨ ਰੈਜ਼ਿਸਟੈਂਸ ਪਤਾ ਕਰਨ ਨੂੰ ਕਹੀ ਜਾਏ ਤਾਂ ਤੁਸੀਂ ਕੰਮ ਕਿਵੇਂ ਕਰੋਗੇ? ਤੁਹਾਨੂੰ ਇਸ ਗੱਲ ਬਾਰੇ ਨੌਲੇਜ ਹੋਗੀ ਸਭ ਨੂੰ? Yes, sir. Yes, sir. ਠੀਕ ਹੈ, ਬਹੁਤ ਆਰਾਮ ਨਾਲ ਤੁਸੀਂ ਹੁਣ ਇਹਨੂੰ ਪਰਫਾਰਮ ਕਰ ਸਕਦੇ ਹੋ ਮੀਟਰ ਬ੍ਰਿਜ ਨੂੰ ਲੈ ਕੇ। ਮੀਟਰ ਬ੍ਰਿਜ ਦੇ ਕਈ ਫਾਇਦੇ ਨੇ, ਜਿਵੇਂ ਮੈਂ ਤੁਹਾਨੂੰ ਇਹਦਾ ਦੱਸਦਾ ਬੜਾ ਅਜੀਬ ਜਿਹਾ ਫਾਇਦਾ ਦੱਸਦਾ। ਇੱਕ ਪਹਿਲਾ ਤਾਂ ਇੱਕ ਤਾਂ ਇਹ ਆ ਕਿ ਚਾਹੇ ਸਰ ਮੈਂ ਇੱਥੇ ਸ਼ੁਰੂ ਕੀਤਾ ਸੀ ਇਹਨੂੰ, ਚਲੋ ਪਹਿਲਾ ਫਾਇਦਾ ਤਾਂ ਇਹ ਹੈ ਕਿ ਤੁਸੀਂ ਇਹਦੇ ਨਾਲ ਇਹਨੂੰ ਯੂਜ਼ ਕਰਕੇ ਅਨਨੋਨ ਰੈਜ਼ਿਸਟੈਂਸ ਪਤਾ ਕਰ ਸਕਦੇ ਹੋ। ਅਨਨੋਨ ਰੈਜ਼ਿਸਟੈਂਸ ਪਤਾ ਕਰ ਸਕਦੇ ਹੋ, ਕਿੰਨਾ ਫਾਇਦਾ ਹੋਵੇ। ਅੱਛਾ, ਰੈਜ਼ਿਸਟੈਂਸ ਬਾਕਸ ਪਤਾ ਕਿਉਂ ਲਗਾਉਂਦੇ ਅਸੀਂ? ਉਹ ਇਸ ਲਈ ਲਗਾਉਂਦੇ ਆ ਕਿ ਤੁਸੀਂ ਇੱਕ ਵਾਰ ਮੰਨ ਲਓ 5 ਓਮ ਪਾ ਕੇ ਬੈਲੈਂਸ ਪੁਆਇੰਟ ਲੈ ਕੇ x ਪਤਾ ਕਰ ਲਿਓ ਐਂ ਕਰਕੇ, ਫਿਰ 5 ਦੀ ਜਗ੍ਹਾ 10 ਪਾ ਕੇ ਕਰ ਲਿਓ, ਬੈਲੈਂਸ ਪੁਆਇੰਟ ਕਿਤੇ ਹੋਰ ਆਊਗਾ ਪਰ x ਤਾਂ ਸੇਮ ਹੀ ਆਉਣਾ ਚਾਹੀਦਾ ਨਾ, ਫਿਰ ਵੀ ਬੈਲੈਂਸ ਪੁਆਇੰਟ ਆਪਣੇ ਨੂੰ ਐਡਜਸਟ ਕਰ ਲੇਗਾ। ਫਿਰ r ਦੀ ਜਗ੍ਹਾ 15 ਪਾ ਕੇ ਇਸ ਤਰ੍ਹਾਂ ਤੁਸੀਂ 3 to 4 ਰੀਡਿੰਗਸ ਲੈ ਸਕਦੇ ਹੋ। ਇਹ ਤੁਹਾਡਾ ਐਕਸਪੈਰੀਮੈਂਟ ਹੈ ਇਸ ਲਈ ਦੱਸ ਰਿਹਾ ਤੁਹਾਨੂੰ, ਇਸ ਤਰ੍ਹਾਂ ਸਕੂਲ 'ਚ ਪਤਾ ਲੱਗਣਾ ਜੇ ਤੁਹਾਨੂੰ ਇਹ ਸਕੂਲ ਦੇ ਵਿੱਚ ਤੁਹਾਨੂੰ ਇਹ ਬੜਾ ਇੰਪੋਰਟੈਂਟ ਐਕਸਪੈਰੀਮੈਂਟ ਹੈ। ਤੁਹਾਨੂੰ ਫਾਈਨਲ ਐਗਜ਼ਾਮ ਲਈ ਪਤਾ ਹੋ ਜਾਏਗਾ, ਪਤਾ ਹੋਣਾ ਚਾਹੀਦਾ। ਤੁਹਾਨੂੰ ਟੀਚਰ ਵਾਈਵਾ ਲੈਂਦੇ ਹੋਏ ਪੁੱਛ ਸਕਦੇ ਆ ਕਿ ਬੱਚੇ ਦੱਸੋ ਜੇ r ਨੂੰ ਮੈਂ ਵਧਾ ਦੇਵਾਂ ਤਾਂ ਨੀਚੇ ਬੈਲੈਂਸ ਪੁਆਇੰਟ ਲੈਫਟ ਨੂੰ ਜਾਏਗਾ ਕਿ ਰਾਈਟ ਨੂੰ ਜਾਏਗਾ? ਯਾਰ ਜੇ ਮੈਂ r ਨੂੰ ਘਟਾ ਦੇਵਾਂ ਤਾਂ ਯਾਰ r ਦੇ ਨਾਲ ਮੈਂ ਸੀਰੀਜ਼ ਦੇ ਵਿੱਚ ਅਗਰ 2 ਓਮ ਦੀ ਹੋਰ ਰੈਜ਼ਿਸਟੈਂਸ ਲਗਾ ਦੇਵਾਂ ਤਾਂ ਲੈਫਟ ਜਾਏਗਾ ਕਿ ਰਾਈਟ ਜਾਏਗਾ? ਇਹ ਸਭ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਦੱਸੋ ਵੀ ਇਹਦੇ 'ਚ ਕੋਈ ਡਾਊਟ ਤਾਂ ਨਹੀਂ ਹੁਣ? ਠੀਕ ਹੈ Sir. ਸੋ ਕੁਐਸਚਨ ਦੇਖੋ, when the two unknown resistances x and y
are inserted, so question ਹੈਗਾ ਦੇਖੋ when, ਬੇਸਿਕਲੀ ਉਹੀ ਆ ਕਿ ਮੰਨ ਲਓ ਇੱਧਰ ਆਪਣੀ ਇੱਕ ਰੈਜ਼ਿਸਟੈਂਸ ਹੈਗੀ, ਆਪਾਂ ਜਿਵੇਂ ਹੁਣੀ ਗੱਲ ਕੀਤੀ ਸੀ ਆਪਣੇ ਕੋਲ ਇਸ ਤਰ੍ਹਾਂ, ਇੱਧਰ ਵੀ ਇੱਕ ਰੈਜ਼ਿਸਟੈਂਸ ਹੈਗੀ ਆਪਣੇ ਕੋਲ, ਆ ਹੈਗੀ x ਤੇ ਆ ਹੈਗੀ y, ਸਿੰਪਲ ਜੀ ਗੱਲ ਹੈ। ਤੇ ਇਸ ਤਰ੍ਹਾਂ ਤੁਸੀਂ ਮੀਟਰ ਵਿੱਚ ਅਸਿਊਮ ਕਰ ਲਓ ਆ ਆਪਣੀ ਰੈਜ਼ਿਸਟੈਂਸ ਵਾਇਰ ਹੈਗੀ, ਮੰਨ ਲਓ ਨੀਚੇ ਇਸ ਤਰ੍ਹਾਂ ਲੱਗੀ ਹੋਈ ਹੈ, ਆ ਰੈਜ਼ਿਸਟੈਂਸ ਵਾਇਰ ਹੈਗੀ ਹੈ, ਤੇ ਆਪਣੇ ਕੋਲ ਜਿਹੜਾ ਆਪਣਾ ਲਗਾਉਂਦੇ ਆ ਗੈਲਵਨੋਮੀਟਰ ਐਂਡ ਜੌਕੀ, ਉਹਦਾ ਮੰਨ ਲਓ ਕਿਸੇ ਵੀ ਜਗ੍ਹਾ ਤੇ ਬੈਲੈਂਸ ਪੁਆਇੰਟ ਕਿਤੇ ਆਇਆ ਹੈ, ਬਸ ਆ ਕੰਮ ਹੈ ਆਪਣਾ। ਸੋ when the two unknown resistances x and y are inserted, the null point is obtained at 40 centimeter from end A, ਇੱਥੇ end A ਕਹਿ ਦਿਓ, ਇਹਨੂੰ end B ਕਹਿ ਦਿਓ, ਠੀਕ ਹੈ ਜੀ। ਤਾਂ A ਤੋਂ 40 ਸੈਂਟੀਮੀਟਰ ਦੂਰ ਸਾਨੂੰ end point ਮਿਲਦਾ ਹੈ ਜਦੋਂ ਤੁਸੀਂ x and y ਨੂੰ ਇਸ ਤਰ੍ਹਾਂ ਇੰਟਰੋਡਿਊਸ ਕਰਦੇ ਹੋ। ਇਸ ਤੱਕ ਗੱਲ ਨਾਲ ਸੁਣ ਲਓ, ਮੈਂ ਲਿਖਣ ਦੀ ਬਜਾਏ ਮੈਂ ਸੁਣਾਈ ਦਿੰਦਾ ਤੁਹਾਨੂੰ। ਅਗਰ ਕਲੀਅਰ ਹੋ ਗਈ ਸਭ ਨੂੰ? ਅੱਛਾ, ਸਿਰਫ ਇੰਨੀ ਜਾਣਕਾਰੀ ਹੈ ਤੁਹਾਡੇ ਕੋਲ, ਤਾਂ ਤੁਸੀਂ ਕੀ ਕਰ ਸਕਦੇ ਹੋ? ਕੀ ਤੁਸੀਂ ਇਹਦੀ ਕੋਈ ਇਕੁਏਸ਼ਨ ਲਿਖ ਸਕਦੇ ਹੋ? x by y equals to 40 by 60. ਯੈਸ, ਆ ਲਿਖ ਸਕਦੇ ਹੋ, ਪਹਿਲੀ ਇਕੁਏਸ਼ਨ ਛੱਡ ਦਿਓ। ਉਹ ਕਹਿ ਰਹੇ ਨੇ when two unknown resistances x and y are inserted, the null point obtained at 40 centimeter from the end A, and when, ਉਸ ਤੋਂ ਬਾਅਦ ਕਿ when resistance of 10 ohms is connected in series, with x, then null point shifts by 10 centimeter, ठीक है जी गल। सो हुण आपां ये पता करना है, find the position of null point, when 10 ohm is connected in series with y, and also determine x and y। सो बेसिकली क्वेश्चन हुण फिर एक बार ध्यान नाल सुन लो, ਉਹ ਕੀ ਕਹਿ ਰਹੇ ਨੇ। ਹੁਣ ਮੈਂ ਤੁਹਾਡੇ ਸਾਹਮਣੇ ਉਹ ਕਰ ਦਿੰਦਾ ਇਹਨੂੰ ਨਰੇਟ ਦੁਬਾਰਾ ਤੋਂ ਪੂਰੇ ਕੁਐਸਚਨ ਨੂੰ। ਕੁਐਸਚਨ ਕਹੂੰਗਾ ਮੈਂ ਤੁਹਾਨੂੰ ਭੇਜ ਦੂੰਗਾ ਕੁਝ ਇਦਾਂ ਦੇ। ਉਹ ਸਭ ਤੋਂ ਪਹਿਲਾਂ ਇਹ ਕਹਿ ਰਹੇ ਨੇ ਕਿ x ਐਂਡ y ਦਾ ਸੋਲੂਸ਼ਨ ਦੇਖੋ ਕੀ ਹੈ। ਉਹ ਕਹਿੰਦੇ x ਤੇ y ਲਗਾਏ ਤਾਂ 40 ਸੈਂਟੀਮੀਟਰ ਤੇ ਆਪਣਾ ਨਲ ਪੁਆਇੰਟ ਆ ਗਿਆ, ਤੁਸੀਂ ਆਹ ਲਿਖ ਲਓਗੇ ਨਾਲ ਹੀ। ਫਿਰ ਉਹ ਕਹਿ ਰਹੇ ਨੇ x ਦੇ ਨਾਲ ਸੀਰੀਜ਼ ਚ ਲਾਇਆ 10 ਤਾਂ ਨਲ ਪੁਆਇੰਟ ਸ਼ਿਫਟ ਹੋਇਆ ਬਾਏ 10 ਸੈਂਟੀਮੀਟਰ ਨਾ, ਠੀਕ ਹੈ? Yes, sir. ਤੁਸੀਂ ਮੈਨੂੰ ਦੱਸੋ ਜੇ x ਦੇ ਨਾਲ 10 ਸੈਂਟੀਮੀਟਰ ਸੀਰੀਜ਼ ਚ ਲਗਾਉਂਗਾ ਤਾਂ ਜਿਹੜਾ ਨਲ ਪੁਆਇੰਟ ਰਾਈਟ ਜਾਣਾ ਚਾਹੀਦਾ ਕਿ ਲੈਫਟ, ਕਿਉਂਕਿ ਸ਼ਿਫਟ ਬਾਏ ਕਿਹਾ ਉਹਨਾਂ ਨੇ ਦੱਸਿਆ ਨਹੀਂ ਲੈਫਟ ਗਿਆ ਕਿ ਰਾਈਟ। ਜੇ x ਦੀ ਬਜਾਏ x + 10 ਹੋ ਜਾਏਗਾ ਕਿਉਂਕਿ ਸੀਰੀਜ਼ ਚ ਲਗਾਤਾ ਨਾ, x + 10 ਹੋ ਗਿਆ। ਸਮਝਦੇ ਹੋ ਗੱਲ ਹੁਣ ਤੁਸੀਂ? ਯਾਨੀ ਉਹ ਗੈਪ ਦੇ ਵਿੱਚ x ਲਗਾਇਆ ਤੇ ਉਹਦੇ ਨਾਲ ਹੀ ਉੱਥੇ ਇੱਕ ਹੋਰ 10 ਹੋਰ ਲਗਾਤਾ, ਐ ਕਰਕੇ ਲਾਤਾ ਗੈਪ ਚ, ਠੀਕ ਹੈ? ਤਾਂ ਹੁਣ x + 10 ਹੋ ਗਿਆ ਤਾਂ ਇਧਰ ਨਾਲ ਵੱਧ ਗਿਆ ਤਾਂ ਇਹ ਰਾਈਟ ਜਾਣਾ ਚਾਹੀਦਾ ਕਿ ਲੈਫਟ ਜਾਣਾ ਚਾਹੀਦਾ? ਰਾਈਟ ਜਾਏਗਾ ਤਾਂ ਫਿਰ x + 10 ਡਿਵਾਈਡਡ ਬਾय y ਜਿਹੜਾ ਆ ਉਹ ਬਰਾਬਰ ਕੀ ਹੋ ਜਾਏਗਾ? 50/50 ਹੋ ਜਾਏਗਾ। ਸਿੱਧਾ ਸਿੱਧਾ ਲਿਖੀਏ। ਯੈਸ ਸਰ। ਉਹ 10 ਸੈਂਟੀਮੀਟਰ ਸ਼ਿਫਟ ਹੋਇਆ ਰਾਈਟ ਦਾ, 50 ਇਧਰ 50 ਉਧਰ। ਬਸ ਆ ਦੋ ਇਕੁਏਸ਼ਨਸ ਤੋਂ ਹੀ ਕੀ ਤੁਸੀਂ x ਤੇ y ਨਹੀਂ ਪਤਾ ਕਰ ਲੋਗੇ? ਦੇਖੋ ਸਿੱਧੀ ਜੀ ਗੱਲ ਹੈ। ਉੱਪਰੋਂ ਇਕੁਏਸ਼ਨ ਆ ਜਾਏਗੀ ਤੁਹਾਡੇ ਕੋਲ 3x = 2y। ਦੂਜੀ ਦਾ ਕੀ ਬਣੇਗਾ? ਇਹਨੂੰ ਕੱਟ ਦੋ, 1 ਆ ਗਿਆ ਤਾਂ ਬੇਸਿਕਲੀ ਇਹ ਬਣ ਜਾਏਗਾ x - y + 10 = 0। ਆਈ ਆਏਗਾ। ਇਹਨਾਂ ਦੋਨਾਂ ਨੂੰ ਸੋਲਵ ਕਰ ਲਓ। 10ਵੀਂ ਕਲਾਸ ਚ ਕੀਤਾ ਤੁਸੀਂ, ਇਹਨੂੰ ਕਰ ਲਓ। x ਨੂੰ 2y/3 ਲਿਖ ਸਕਦੇ ਆ। ਤੇ ਇਹ ਆ ਜਾਏਗਾ -y/3 है ना। कितना आया? y कितना आया? देखो 30 आ गया। y 30 इथे पुट करियो। x कितना आया? 20। बस हो गया जो। पहला तो अगर क्लियर होगी, x तो पता करना सी है ना।
Yes, sir. तो ਤੁਸੀਂ ਕੀ ਕਰਨਾ, ਕੁਐਸਚਨ ਜੋ ਮਰਜ਼ੀ ਪਹਿਲਾਂ ਲਿਖਿਆ ਜੋ ਬਾਅਦ ਲਿਖਿਆ, ਤੁਹਾਨੂੰ ਕੋਈ ਗੱਲ ਦਿੱਤੀ ਹੈ ਨਾਲ ਹੀ ਉਹਦਾ ਇਕੁਏਸ਼ਨ ਲਿਖੋ, ਦੂਜੀ ਸਿਚੁਏਸ਼ਨ ਨਾਲ ਹੀ ਉਹਦੀ ਇਕੁਏਸ਼ਨ ਲਿਖੋ, ਉਹਨੂੰ ਸੋਲਵ ਕਰ ਲਓ, x y ਮਿਲ ਗਿਆ। ਹੁਣ ਇੱਕ ਹੋਰ ਗੱਲ ਉਹ ਕਹਿ ਰਿਹਾ, ਫਾਈਂਡ ਦਾ ਪੋਜੀਸ਼ਨ ਆਫ ਦਾ ਨਲ ਪੁਆਇੰਟ when 10 ohm is connected in series with y instead of x, ਯਾਨੀ ਕਿ ਤੁਸੀਂ ਉਸ 10 ohm ਨੂੰ x ਨਾਲ ਨਾ ਲਗਾਓ ਬਲਕਿ y ਨਾਲ ਲਗਾਓ, ਤਾਂ ਨਲ ਪੁਆਇੰਟ ਕਿੱਥੇ ਆਏਗਾ। ਕੀ ਕਰਨਾ ਤੁਸੀਂ ਹੁਣ, ਸਿੰਪਲ ਜੀ ਗੱਲ ਹੈ, ਤੁਸੀਂ ਜੇ y ਨਾਲ ਲਗਾਓਗੇ ਨਾ, ਹੁਣ x ਤੇ y ਤਾਂ ਤੁਹਾਡੇ ਕੋਲ ਆ ਚੁੱਕੇ ਨੇ, x ਕਿੰਨਾ ਆਇਆ, y 20 ਕਿੰਨਾ ਆਇਆ 30 30। ਹੁਣ ਜੇ ਤੁਸੀਂ y ਨਾਲ 10 ਲਗਾਓਗੇ ਤਾਂ y ਡੈਸ਼ ਕਿੰਨਾ ਹੋ ਜਾਏਗਾ 40. 40 40 ਆ ਜਾਏਗਾ। ਸੋ ਜੇ y ਡੈਸ਼ ਤੁਹਾਡਾ 40 ਆ ਜਾਏਗਾ, ਕੀ ਚੀਜ਼ ਹੁਣ ਤੁਸੀਂ ਦੇਖ ਸਕਦੇ ਹੋ ਕਿ ਕੀ ਆਏਗਾ ਤੁਹਾਡਾ ਨਲ ਪੁਆਇੰਟ, ਆਈ ਆਏਗਾ। Yes, sir. yes sir ਤਾਂ ਇਹ ਕਿੰਨਾ ਹੋ ਜਾਏਗਾ, x ਦੀ ਜਗ੍ਹਾ 20 ਲਿਖੋ, ਹੋ ਜਾਏਗਾ 40 ਲਿਖੋ, क्या आएगा l by 100 minus l, तो बस आएगा 1/2 है, 2l is equal to 100 minus l, that is 3l is equal to 100, l कितना आएगा 33.33 सेंटीमीटर आएगा, बस हो गया काम। जो जिवें कह रहे हैं तो जिस तरह उन्होंने कहा उस तरह मैनेज कर दो। दसो समय लागी करके नहीं, Yes, sir. Yes, sir. ठीक है, इस तरह ਤੁਸੀਂ ਮਤਲਬ ਇਹਦੇ ਬਾਰੇ ਕੰਮ ਕਰ ਸਕਦੇ ਹੋ ਜਿਹੜਾ ਆਪਣਾ ਇਹ ਹੈਗਾ। ਹੁਣ ਇੱਕ ਹੋਰ ਕੁਐਸਚਨ ਲਿਖੋ, ਦੇਖੋ पूरे लिख देना, वो आधा लिख के ना बाद ज्यादा नरेट करना पैना। इन अ मीटर ब्रिज, in a meter bridge the null point is found, the null point is found at a distance of 60 centimeter from A। ਸਿੰਪਲ ਜੀ ਗੱਲ ਹੈ, 1 ਮੀਟਰ ਵੀ ਜਾਏਗਾ, ਆਪਾਂ 60 ਸੈਂਟੀਮੀਟਰ ਦੀ ਗੱਲ ਕਰ ਰਹੇ ਹਾਂ, ਤੇ ਇਹ ਮੀਟਰ ਵੀ ਦਾ ਉਹਨਾਂ ਨੇ ਡਾਇਗਰਾਮ ਵੀ ਦਿੱਤਾ ਹੋਇਆ ਤੁਹਾਨੂੰ ਕੁਐਸਚਨ ਦੇ ਵਿੱਚ। ਸੋ ਡਾਇਗਰਾਮ ਮੈਂ ਇੱਥੇ ਬਣਾਈ ਦਿੰਦਾ ਵਾਂ। ਸੋ ਆ ਆਪਣਾ ਡਾਇਗਰਾਮ ਹੈ, ਇਸ ਤਰ੍ਹਾਂ ਦਿੱਤਾ ਹੈ ਇਹਨਾਂ ਨੇ, ਤੇ ਇਹਦੇ ਚ ਰੈਜ਼ਿਸਟੈਂਸ ਵਾਇਰ ਵੀ ਦਿੱਤੀ ਹੋਈ ਹੈ ਇਸ ਤਰ੍ਹਾਂ, ਠੀਕ ਹੈ। ਤੇ ਜਿਹੜੇ ਆ ਰੈਜ਼ਿਸਟੈਂਸ ਲਗਾਏ ਹੋਏ ਨੇ ਇੱਥੇ ਇਹਨਾਂ ਨੇ, इस रेजिस्टेंस का नाम रखा है उन्होंने R, इस रेजिस्टेंस का नाम रखा है उन्होंने S। R ते S लगे हुए ने, ते अपने कोल गैल्वेनोमीटर शो किया है इन्होंने इस तरह करके, आ गैल्वेनोमीटर शो किया है, ते ऐ करके बस शो किया है भी किसी भी जगह बैलेंस पॉइंट आंदा है। ते आ भी दस्या है कि इधर बैटरी है लगी, बैटरी दी चलो अपन कोई ध्यान नहीं देते, पर लगेगी नहीं तो काम ही नहीं होएगा। आवा इन अ मीटर ब्रिज the null point is found at a distance 60 cm from A, so a ਇੱਥੇ given ਹੈ। ਕਈ ਵਾਰ ਇੱਧਰ A ਬਣਾ ਦੇਣਗੇ ਜਾਂ B ਬਣਾ ਦੇਣਗੇ, from B ਕਹਿਣਗੇ ਤਾਂ ਇੱਧਰ ਲੈਣਾ 60, ਫਿਰ ਉੱਧਰ 40 ਹੋ ਜਾਏਗਾ। ਇਸ ਗੱਲ ਦਾ ਪੂਰਾ ਧਿਆਨ ਰੱਖਣਾ ਸੀ। ਹੁਣ ਆ ਹੋ ਗਿਆ, ਹੁਣ ਉਹ ਕਹਿ ਰਹੇ ਨੇ if now a resistance of 5 ohm, a resistance of 5 ohm is connected in series with S, the null point occurs at 50 centimeter, obviously from A। Find values of R and S, R and S सारे ने अपने आप करो, 2 मिनट लो, कैलकुलेट करके सीधे वैल्यू दसो मैंने, जल्दी करो, हुणे 2 मिनट लो जल्दी बोलो भाई। ਇਹਦਾ ਟੈਂਪਰੇਚਰ ਕਿੰਨਾ ਹੋ ਜਾਏਗਾ ਅਗਰ ਮੰਨ ਲਓ ਮੈਂ ਕਿਸੇ ਵੀ ਮੈਟੈਲਿਕ ਆਬਜੈਕਟ ਨੂੰ ਲਿਆ, ਚੱਕ ਕੇ ਬਰਫ਼ ਚ ਪਾਤਾ ਤੇ ਪਾਈ ਰੱਖਿਆ, ਉਹਦਾ ਟੈਂਪਰੇਚਰ ਕਿੰਨਾ ਹੋ ਜਾਏਗਾ ਦੱਸੋ 0 ਡਿਗਰੀ। ਤਾਂ 0 ਡਿਗਰੀ ਆਪਾਂ ਰੈਫਰੈਂਸ ਮੰਨ ਲੈਂਦੇ ਫਿਲਹਾਲ, ਤੇ ਉਸ ਇਹਨੂੰ ਚੱਕ ਕੇ ਆਪਾਂ ਲਗਾਇਆ ਮੀਟਰ ਬ੍ਰਿਜ ਦੇ ਵਿੱਚ, ਇਹਨੂੰ ਜਾ ਕੇ ਜਦੋਂ ਆਈਸ ਬਾਕਸ ਚੋਂ ਕੱਢਿਆ ਤਾਂ ਆ ਜਿਹੜਾ ਮੈਟੈਲਿਕ ਆਪਣਾ ਪੀਸ ਹੈਗਾ ਜੋ ਵੀ ਹੈ, ਇਹ ਆਪਣਾ ਮੈਟਲ ਕੰਡਕਟਰ ਹੈ, ਕੁਝ ਵੀ ਹੈ, ਮਤਲਬ ਰੈਜ਼ਿਸਟਰ ਹੈ ਆਪਣੇ ਲਈ, ਤਾਂ ਇਹ 0 ਡਿਗਰੀ ਸੈਂਟੀਗ੍ਰੇਡ ਤੋਂ ਹੋਏਗਾ। ਇਹਨੂੰ ਮੀਟਰ ਬ੍ਰਿਜ ਨਾਲ ਲਗਾ ਕੇ ਤੁਸੀਂ ਯੂਜ਼ਿੰਗ ਮੀਟਰ ਬ੍ਰਿਜ ਸਿੰਪਲ ਜਿਹਾ ਕੰਮ ਕਰਕੇ ਇਹਦੀ ਰੈਜ਼ਿਸਟੈਂਸ ਪਤਾ ਕਰ ਸਕਦੇ ਹੋ, ਹੈ ਨਾ।
ਫਿਰ ਤੁਸੀਂ ਮੰਨ ਲਓ ਆਪਣਾ ਰੂਮ ਟੈਂਪਰੇਚਰ ਪਤਾ ਕਰਨਾ ਚਾਹੁੰਦੇ ਕਿੰਨਾ ਹੈ, ਤੁਸੀਂ ਕੀ ਕਰੋ ਫਿਰ ਇਹਨੂੰ ਬਾਹਰ ਕੱਢ ਕੇ ਬਰਫ਼ ਤੋਂ ਬਾਹਰ ਰੱਖ ਦਿਓ ਰੂਮ ਟੈਂਪਰੇਚਰ ਤੇ ਪਿਆ ਰਹਿਣ ਦਿਓ। ਤਾਂ ਰੂਮ ਟੈਂਪਰੇਚਰ ਪਿਆ ਰਹਿਣ ਦਿਓ, ਇਹਨੂੰ ਕਾਫੀ ਦੇਰ ਤੱਕ ਇਹਨੇ ਆਪਣਾ ਰੂਮ ਦਾ ਟੈਂਪਰੇਚਰ ਅਟੇਨ ਕਰ ਲੈਣਾ। ਉਸ ਤੋਂ ਬਾਅਦ ਇਹ ਚੱਕ ਕੇ ਫਿਰ ਐਕਸਪੈਰੀਮੈਂਟ ਕਰੋ, ਇਹਨੂੰ ਫਿਰ ਮੀਟਰ ਬ੍ਰਿਜ ਨਾਲ ਲਗਾਓ, ਮੀਟਰ ਬ੍ਰਿਜ ਨਾਲ ਇੱਕ ਪਾਸੇ ਲਗਾਓ, ਇੱਕ ਪਾਸੇ ਰੈਜ਼ਿਸਟੈਂਸ ਬਾਕਸ ਨਾਲ ਕੋਈ ਇੰਟਰੋਡਿਊਸ ਕਰੋ ਰੈਜ਼ਿਸਟੈਂਸ, ਨੀਚੇ ਜੌਕੀ ਘੁਮਾਓ, ਦੇਖੋ ਐਲ ਕਿੱਥੇ ਆ ਰਿਹਾ, ਚੁੱਪ ਕਰਕੇ ਡਿਵਾਈਡ ਕਰਕੇ ਐਕਸ ਪਤਾ ਕਰ ਲਓ, ਇਹ ਇਹਦੀ ਰੈਜ਼ਿਸਟੈਂਸ ਮਿਲ ਜਾਏਗੀ ਨਾ। ਇਹ ਰੈਜ਼ਿਸਟੈਂਸ ਮਿਲੇਗੀ ਆਪਾਂ ਨੂੰ ਆਰ ਐਟ ਦਾ ਰੂਮ ਟੈਂਪਰੇਚਰ। यानी ਤੁਸੀਂ ਮੀਟਰ ਵਿੱਚ ਨੂੰ ਵਰਤ ਕੇ ਬਸ R ਤੇ R ਨॉट ਪਤਾ ਕਰਨੇ ਆ, ਹੋਰ ਕੁਝ ਨਹੀਂ ਕਰਨਾ, ਠੀਕ ਹੈ। Yes, sir. ਸੋ ਜਦੋਂ ਤੁਹਾਨੂੰ R ਪਤਾ ਲੱਗ ਗਿਆ, ਜਦੋਂ R ਨॉट ਪਤਾ ਲੱਗ ਗਿਆ, ਐਲਫਾ ਤੁਹਾਨੂੰ ਇਸ ਮੈਟਲ ਦੇ ਮਟੀਰੀਅਲ ਦਾ ਪਤਾ ਲੱਗ ਜਾਏਗਾ, ਲਿਸਟ ਤੋਂ ਦੇਖ ਕੇ ਗੂਗਲ ਕਰਕੇ ਜਿਵੇਂ ਮਰਜੀ ਉਹ ਤਾਂ ਗਿਵਨ ਹੋਏਗਾ, ਤਾਂ ਕਿ ਤੁਹਾਨੂੰ ਇਸ ਕੈਲਕੂਲੇਸ਼ਨ ਕਰਕੇ ਥੀਟਾ ਨਹੀਂ ਮਿਲ ਜਾਏਗਾ ਫਿਰ, ਠੀਕ ਹੈ। ਅਸੀਂ ਉਹਨੂੰ ਨੌਨ ਟੈਂਪਰੇਚਰ ਚ ਰੱਖ ਕੇ ਇੱਕ ਵਾਰ ਪਤਾ ਕਰ ਲਿਆ, ਰੈਫਰੈਂਸ ਟੈਂਪਰੇਚਰ ਆਪਣਾ ਲੈ ਲਿਆ, ਬਰਫ਼ ਦਾ ਲੈ ਲਿਆ, ਦੂਜੇ ਪਾਸੇ ਨਾਰਮਲ ਟੈਂਪਰੇਚਰ ਜਿਹੜੇ ਟੈਂਪਰੇਚਰ ਨੂੰ ਪਤਾ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਉਹਦੇ ਚ ਰੱਖ ਲਿਆ ਉਹਨੂੰ, ਤੇ ਆਪਾਂ ਰੈਜ਼ਿਸਟੈਂਸ ਪਤਾ ਕਰਕੇ ਬੇਸਿਕਲੀ ਟੈਂਪਰੇਚਰ ਪਤਾ ਕਰ ਲਿਆ। ਵੈਸੇ ਤੁਹਾਨੂੰ ਦੱਸ ਰਿਹਾ ਇੰਨਾ ਉਹ ਨਹੀਂ ਹੈ, ਪਤਾ ਨਹੀਂ ਸ਼ਾਇਦ ਸਕੂਲ ਐਗਜ਼ਾਮ ਚ ਨਾ ਵੀ ਪੁੱਛਿਆ ਜਾਏ, ਸਕੂਲ ਐਗਜ਼ਾਮ ਚ ਅਨਨੋਨ ਰੈਜ਼ਿਸਟੈਂਸ ਹੀ ਪੁੱਛਿਆ ਜਾਂਦਾ ਹੈ, ਪਰ ਅਨਨੋਨ ਟੈਂਪਰੇਚਰ ਵੀ ਇਹਨੂੰ ਯੂਜ਼ ਕਰਕੇ ਕਿਵੇਂ ਕੀਤਾ ਜਾ ਸਕਦਾ, ਬਸ ਇਹ ਆਈਡੀਆ ਦੇ ਦਿਓ। ਕਲੀਅਰ ਹੈ ਸਾਰਿਆਂ ਨੂੰ? Yes, sir. ਇੱਕ ਤਾਂ ਆ ਗੱਲ ਹੋ ਗਈ ਹੁਣ ਆਪਣੀ ਕਿ ਆਪਾਂ ਮੀਟਰ ਬ੍ਰਿਜ ਨੂੰ ਕਿਵੇਂ ਯੂਜ਼ ਕਰਨਾ ਤੇ ਕਿਸ ਕਿਸ ਚੀਜ਼ ਤੇ ਬੇਸਡ ਹੈ। ਅੱਜ ਇਹਨੂੰ ਸਾਰੇ ਤੁਸੀਂ ਬੁਕਲੈਟ ਵਿੱਚੋਂ ਪੜੋਗੇ ਤੇ ਉਸ ਤੋਂ ਬਾਅਦ ਆਪਣੀ ਟੈਕਸਟ ਬੁੱਕਸ ਵਿੱਚੋਂ ਵੀ ਪੜੋਗੇ। ਇਹਦੇ ਨਾਲ ਦੇ ਨਿਊਮੈਰੀਕਲਸ ਜਿਹੜੇ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਤੁਹਾਨੂੰ ਕਰਾਏ ਨਾ ਦੋ ਤਿੰਨ, ਬਿਲਕੁਲ ਇਸ ਤਰ੍ਹਾਂ ਦੇ ਨਿਊਮੈਰੀਕਲ ਸਾਰੇ ਸਿੰਪਲ ਜਿਹੜੇ ਪਹਿਲਾਂ ਸਾਰੇ ਸੋਲਵ ਕਰ ਦੋਗੇ, ਟੈਕਸਟ ਬੁੱਕ ਚੋਂ ਕੋਈ ਨਿਊਮੈਰੀਕਲ ਛੱਡਣਾ ਨਹੀਂ ਹੈ, ਸਾਰੇ ਟੈਕਸਟ ਬੁੱਕ ਵਾਲੇ ਨਿਊਮੈਰੀਕਲ ਵੀ ਕਰੋਗੇ ਫਿਰ ਬੁਕਲੈਟ ਵਾਲੇ ਵੀ ਕਰੋਗੇ, ਠੀਕ ਹੈ। ਆ ਹੋ ਗਿਆ ਆਪਣਾ ਮੀਟਰ ਬ੍ਰਿਜ, ਤੇ ਇਹ ਕਿਹਦੇ ਬੇਸਡ ਹੈ? ਇਹ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਤੇ ਹੀ ਬੇਸਡ ਹੈ। ਉਹਦਾ ਹੀ ਬਸ ਇੱਕ ਸਮਝ ਲਓ ਸੁਧਰਿਆ ਹੋਇਆ ਪ੍ਰੈਕਟੀਕਲ ਯੂਜ਼ ਵਾਲਾ ਇੱਕ ਆਪਣਾ ਉਹ ਬਣ ਗਿਆ। ਹੁਣ ਕਈ ਬੱਚਿਆਂ ਨੂੰ ਲੱਗ ਰਿਹਾ ਹੋਣਾ ਕਿ ਵੀਟਸਟੋਨ ਬ੍ਰਿਜ ਬੈਲੈਂਸ ਜਿਹੜਾ ਹੈਗਾ ਉਹਦੀ ਕੰਡੀਸ਼ਨ ਕਰਦੇ ਹੀ ਕਿਉਂ ਆਪਾਂ ਇਹਦੇ ਚੱਕਰ 'ਚ ਪੈਂਦੇ ਕਿਉਂ ਆ? ਇਸ ਲਈ ਪੈਂਦੇ ਆ, ਦੇਖੋ ਇਹਦਾ ਕਿੰਨਾ ਵੱਡਾ ਯੂਜ਼ ਹੈ, ਅਨਨੋਨ ਰੈਜ਼ਿਸਟੈਂਸ ਪਤਾ ਕਰ ਸਕਦੇ ਹਾਂ। ਇਸ ਤੋਂ ਬਾਅਦ ਇਸ ਆਪਣੇ ਕੋਲ ਇੱਕ ਹੋਰ ਚੀਜ਼ ਹੈ, ਉਹ ਹੈਗੀ ਪੋਟੈਂਸ਼ੀਓਮੀਟਰ। ਪੋਟੈਂਸ਼ੀਓਮੀਟਰ ਨਾਮ ਤੋਂ ਪਤਾ ਲੱਗ ਜਾਂਦਾ ਹੈ, it is used to measure potential difference कह लो, पर आप ਇਹਨੂੰ ਜ਼ਿਆਦਾ accurate ਕਹੀਏ, it is used to measure the EMF of a unknown cell, या unknown EMF of cell, EMF of a cell, ठीक है। ਜਿਵੇਂ ਮੰਨ ਲਓ ਕੋਈ ਬੰਦਾ ਮੇਰੇ ਕੋਲ ਆਇਆ ਇੱਕ ਅਜੀਬ ਜਿਹਾ ਟੁਕੜਾ ਲੈ ਕੇ ਕੋਈ ਕਿਸੇ ਰੈਜ਼ਿਸਟੈਂਸ ਦਾ, ਉਹ ਕਹਿ ਰਿਹਾ ਪਤਾ ਕਰਕੇ 10 ਦੀ ਰੈਜ਼ਿਸਟੈਂਸ ਕਿੰਨੀ ਹੈ। ਮੈਂ ਆਪਣੇ ਲੈਬ ਦੇ ਵਿੱਚ ਕੀ ਕਰੂੰਗਾ? ਪਹਿਲਾਂ ਕੀ ਚੱਕੂੰਗਾ? ਮੀਟਰ ਵੀ ਚੱਕੂੰਗਾ ਨਾ, ਉੱਥੇ ਜਾ ਕੇ ਕੰਮ ਕਰੂੰਗਾ ਨਾ। Yes, sir. ਇੱਕ ਖਾਨੇ 'ਚ ਇਹਨੂੰ ਲਾਉਂਗਾ, ਇੱਕ ਖਾਨੇ 'ਚ ਰੈਜ਼ਿਸਟੈਂਸ ਬਾਕਸ 'ਚ ਕੋਈ ਰੈਜ਼ਿਸਟੈਂਸ ਇੰਟਰੋਡਿਊਸ ਕਰੂੰਗਾ, ਨੀਚੇ ਤਾਂ ਵਾਇਰ ਲੱਗੀ ਰਹਿਣ ਦਊਂਗਾ, ਤੇ ਇੱਕ ਜੌਕੀ ਉਹ 'ਚ ਫਿੱਟ ਕਰਕੇ ਉਹਨਾਂ ਗੈਲਵੇਨੋਮੀਟਰ ਲਾ ਕੇ ਜੌਕੀ ਨੂੰ ਇੱਕ ਪਾਸੇ ਰਗੜਨਾ ਸ਼ੁਰੂ ਕਰੂੰਗਾ ਜਦੋਂ ਤੱਕ ਕਿ ਗੈਲਵੇਨੋਮੀਟਰ ਵਿੱਚ ਡਿਫਲੈਕਸ਼ਨ ਜ਼ੀਰੋ ਨਾ ਹੋ ਜਾਵੇ, ਫਿਰ ਬੈਲੈਂਸ ਪੁਆਇੰਟ ਮਿਲ ਜੂਗਾ, ਫਿਰ ਉਹਨੂੰ ਕੈਲਕੂਲੇਸ਼ਨ ਕਰਕੇ ਜਿਵੇਂ ਆਪਾਂ ਉਹਨੇ ਕਰ ਰਹੇ ਹਾਂ ਮਿਲ ਜੂਗਾ। ਪਰ ਜੇ ਕੋਈ ਬੰਦਾ ਮੇਰੇ ਕੋਲ ਆਵੇ ਇੱਕ ਸੈੱਲ ਲੈ ਕੇ ਵੀ ਆ ਇੱਕ ਸੈੱਲ ਹੈਗਾ, ਅਗਲਾ ਕਹੇ ਮੈਨੂੰ ਸੈੱਲ ਲੱਭਿਆ ਹੈ ਕਿਤੋਂ, ਪਰ ਇਸ ਸੈੱਲ ਦੇ ਉੱਪਰ ਕੁਝ ਵੀ ਲਿਖਿਆ ਨਹੀਂ ਹੋਇਆ, ਸਾਰਾ ਕੁਝ ਮਿਟ ਚੁੱਕਾ ਹੈ, ਇਹਦਾ EMF ਕਿੰਨਾ ਮੈਨੂੰ ਪਤਾ ਹੀ ਨਹੀਂ ਹੈ। ਉਹ ਮੈਨੂੰ ਪੁੱਛ ਰਿਹਾ ਕਿ ਇਹਦਾ ਸੈੱਲ ਦਾ EMF ਪਤਾ ਕਰਕੇ ਦੱਸੋ, ਤਾਂ ਮੈਂ ਮੀਟਰ ਬ੍ਰਿਜ ਨਹੀਂ ਚੱਕੂੰਗਾ, ਤਾਂ ਮੈਂ ਚੱਕੂੰਗਾ ਪੋਟੈਂਸ਼ੀਓਮੀਟਰ। ਸੋ ਬੇਸਿਕਲੀ ਦੋਨੋਂ ਦਾ ਆਪਣਾ ਅਲੱਗ-ਅਲੱਗ ਪਰਪਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਬਹੁਤ ਬੇਸਿਕ ਜੀ ਗੱਲ ਹੈ, ਸਿੰਪਲ ਜੀ ਗੱਲ ਹੈ, ਇਹਨੂੰ ਨਾ ਭੁੱਲ ਜਿਓ। ਮੈਨੂੰ ਬੜਾ ਗੁੱਸਾ ਆਉਂਦਾ ਜਦੋਂ ਬੱਚੇ ਨੂੰ ਆ ਵੀ ਨਹੀਂ ਯਾਦ ਰਹਿੰਦਾ ਵੀ ਆ ਕਾਹਦੇ ਵਾਸਤੇ ਸੀ ਤੇ ਕਿਉਂ ਸੀ, ਪ੍ਰੋਸੀਜਰ 'ਚ ਤਾਂ ਬਾਅਦ 'ਚ ਜਾਵੇਗਾ ਬੰਦਾ। ਸੋ ਥੋੜਾ ਪਲੀਜ਼ ਇਹਨਾਂ ਕੋਆਪਰੇਟ ਕਰਿਓ, ਹੁਣ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਨਾਲ ਸਮਝ ਲਓ। ਮੀਟਰ ਬ੍ਰਿਜ ਦਾ ਯੂਜ਼ ਸੀਗਾ ਅਨਨੋਨ ਰੈਜ਼ਿਸਟੈਂਸ ਪਤਾ ਕਰਨਾ। ਪੋਟੈਂਸ਼ੀਓਮੀਟਰ ਕੀ ਕਰੇਗਾ? ਪੋਟੈਂਸ਼ੀਅਲ ਡਿਫਰੈਂਸ। ਪਰ ਕਰੇਗਾ ਕਿਵੇਂ? ਆਪਾਂ ਇਹਦੇ ਤੇ ਗੱਲ ਕਰਦੇ ਹਾਂ ਕਿ ਪੋਟੈਂਸ਼ੀਓਮੀਟਰ ਕੰਮ ਕਰੇਗਾ ਕਿਵੇਂ, ਇਹਦਾ ਵੀ ਆਪਾਂ ਕਿਵੇਂ ਦਾ ਆਪਣਾ ਪ੍ਰੈਕਟੀਕਲ ਦੇਖਾਂਗੇ ਕਿਵੇਂ ਹੁੰਦਾ ਹੈ। ਸਭ ਤੋਂ ਪਹਿਲਾਂ ਸੈੱਲ ਜਿਹੜਾ ਅਨਨੋਨ EMF ਹੈ, ਜਿਹੜਾ ਅਨਨੋਨ EMF ਨੂੰ ਆਪਾਂ X ਕਹਿ ਦਿੰਦੇ ਆ, ਠੀਕ ਹੈ। ਅਨਨੋਨ EMF ਨੂੰ X ਕਹਿ ਦਿੰਦੇ ਆ, ਤੇ ਆਪਾਂ X ਨੂੰ ਪਤਾ ਕਰਨ ਲਈ ਪਹਿਲਾਂ ਆਪਾਂ ਦੇਸੀ ਜਿਹਾ ਜੁਗਾੜ ਲਗਾਉਂਦੇ ਆ, ਬਿਲਕੁਲ ਦੇਸੀ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ ਇਹ ਪੋਟੈਂਸ਼ੀਓਮੀਟਰ ਨਾਲ ਇਹਦਾ ਕੋਈ ਸਿੱਧਾ ਲਿੰਕ ਹੈਗਾ ਵੀ ਹੈ, ਪਰ ਮੈਂ ਤੁਹਾਨੂੰ ਬਹੁਤ ਇਨਡਾਇਰੈਕਟ ਤਰੀਕੇ ਨਾਲ ਲੈ ਕੇ ਜਾ ਰਿਹਾ ਤਾਂ ਕਿ ਤੁਹਾਡੇ ਦਿਮਾਗ 'ਚ ਇਮੇਜ ਬਣ ਜਾਵੇ ਕਿਸੇ ਕਰਨ ਕੀ ਲੱਗੀ। ਮੇਰੇ ਨਾਲ ਗੱਲ ਕਰਨੀ ਪੈਣੀ ਕਿਸੇ ਇੱਕ ਬੱਚੇ ਨੂੰ ਲਗਾਤਾਰ ਨਾਲ ਫਿਰ ਸਮਝ ਲੱਗੂ। ਅਨੁਰਾਗ ਕਿੱਥੇ ਹੈ? ਅਨੁਰਾਗ है नहीं, चलो नहीं है। हाँ जी बलजीत सिंह। यस सर। गल आवाज आ रही मेरी? हाँ जी सर। हुण आपां गल करांगे, बस तू मैनू
ਜੋ ਤੈਨੂੰ ਸਮਝ ਆ ਰਿਹਾ ਦੱਸੀ ਜਾਈ ਮੈਨੂੰ, ਵੀ ਮੈਂ ਜੋ ਸਵਾਲ ਪੁੱਛੂੰਗਾ ਤੂੰ ਦੱਸਣਾ, ਮਾਈਕ ਔਨ ਰੱਖੀ ਆਪਣਾ, ਸਾਰੇ ਸੁਣੋ ਚੁੱਪ ਕਰਕੇ। ठीक है ਠੀਕ ਹੈ ਬਲਜੀਤ, ਮੇਰੇ ਕੋਲ ਆ ਇੱਕ ਸੈੱਲ ਲੈ ਕੇ ਆਇਆ ਬੰਦਾ, ਉਹਨੇ ਲਿਆ ਕੇ ਆ ਸੈੱਲ ਦੇਤਾ ਮੈਨੂੰ, ਉਹ ਕਹਿੰਦਾ ਆ ਚੱਕ ਵੀ ਇਹਦਾ ਪਤਾ ਕਰਕੇ ਦਿਖਾ ਵੀ ਇਹ ਸੈੱਲ ਦਾ EMF ਕਿੰਨਾ, ਪਰ ਮੈਨੂੰ ਪਤਾ ਨਹੀਂਗਾ ਕਿੰਨਾ, ਮੈਂ ਮੰਨ ਲੈਣਾ ਵੀ X। ਠੀਕ ਆ ਗੱਲ? हाँ जी सर ਠੀਕ ਆ। ਹੁਣ ਇਸ ਤੋਂ ਪਹਿਲਾਂ ਕਿ ਆਪਾਂ ਇਸ ਕੰਮ ਨੂੰ ਸ਼ੁਰੂ ਕਰੀਏ, ਤੂੰ ਮੈਨੂੰ ਐ ਦੱਸ ਬਲਜੀਤ ਕਿ ਜੇ ਇੱਕ ਸਰਕਟ ਦੇ ਵਿੱਚ ਐ ਬੈਟਰੀ ਲੱਗੀ ਹੋਵੇ, ਆ ਦੇਖ ਲਾ ਬੈਟਰੀ ਲੱਗੀ ਆ, ਇਹ ਹੈਗੀ ਆ ਮੰਨ ਲਾ 80 ਵੋਲਟ ਦੀ ਇਹਦੇ EMF ਹੈ। ਠੀਕ ਆ? हाँ जी सर ਤੇ ਇਹਦੇ ਨੀਚੇ ਆਪਾਂ ਇੱਥੇ ਇੱਕ ਹੋਰ ਬੈਟਰੀ ਲਾ ਦਈਏ ਇਸ ਤਰ੍ਹਾਂ ਹੀ, ਬਿਲਕੁਲ 80 ਦੇ ਪੈਰਲਲ ਲਾਤੀ ਆਪਾਂ ਇਸ ਤਰ੍ਹਾਂ, ਤੇ ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਜੋੜਤਾ, ਇਹ ਲਾਤੀ ਮੰਨ ਲਾ ਮੈਂ 100 ਵੋਲਟ ਦੀ ਬੈਟਰੀ। ਇੱਥੇ ਆਪਾਂ ਲਾਈ ਇੱਕ ਰੈਜ਼ਿਸਟੈਂਸ ਤੇ ਇਹਦੇ ਨਾਲ ਲਾਤਾ ਇੱਥੇ ਗੈਲਵੇਨੋਮੀਟਰ, ਜਿਹਦੇ ਨਾਲ ਮੈਨੂੰ ਪਤਾ ਲੱਗ ਸਕੇ ਵੀ ਇਹ ਚ ਕਰੰਟ ਦੀ ਡਾਇਰੈਕਸ਼ਨ ਕੀ ਹੈ, ਵੀ ਆ A ਸਿਰੇ ਤੋਂ B ਵੱਲ ਜਾਂਦਾ ਕਰੰਟ ਕਿ B ਤੋਂ A ਵਾਲੇ ਪਾਸੇ ਜਾਂਦਾ। ਠੀਕ ਆ? हाँ जी सर ਤੋ ਜਦੋਂ ਆ ਸਟਰਕਚਰ ਵਿੱਚ ਤੂੰ ਮੈਨੂੰ ਐ ਦੱਸ ਵੀ ਜੇ ਹੁਣ ਇਸ ਤਰ੍ਹਾਂ ਬੈਟਰੀ ਲਾ ਕੇ ਆਪਾਂ ਸਵਿਚ ਔਨ ਕਰਤਾ, ਵਾਲਾ ਕੀ ਲਗਾਇਆ ਸੀ ਮੈਂ ਨਹੀਂ ਲਗਾਇਆ ਇੱਥੇ, ਤਾਂ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੋਊਗੀ ਇਸ ਪੂਰੇ ਸਰਕਟ 'ਚ, ਉਹ A ਤੋਂ B ਵਾਲੇ ਪਾਸੇ ਨੂੰ ਹੋਊਗੀ ਕਿ B ਤੋਂ A ਵਾਲੇ ਪਾਸੇ ਨੂੰ ਹੋਊਗੀ, ਤੇ ਕਿਉਂ ਹੋਊਗੀ? सर A to B होगी। ਪੱਕਾ? हाँ जी सर ਬਿਲकुल ਠੀਕ ਕਹਿ ਰਿਹਾ ਤੂੰ, ਦੱਸ ਦੇ ਫਿਰ ਕਿਉਂ ਹੋਊਗੀ? सर सर ओ 100 वोल्ट सर हाई पोटेंशियल है, 80 वोल्ट घट लो पोटेंशियल है ਹਾਂ सर हाई टू लो ਪੋਟੈਂਸ਼ੀਅਲ ਲਾ ਕੇ जाऊगा ਇਹ ਕਿਹਾ ਵੀ 100 ਵੋਲਟ ਜਿਹੜਾ ਆ ਉਹ EMF ਨਿਚਲਾ ਜਿਹੜਾ ਸੈੱਲ ਆ ਉਹਦਾ EMF ਜ਼ਿਆਦੇ ਆ, ਉੱਪਰਲੇ ਸੈੱਲ ਦਾ EMF ਹਾਂਜੀ। ਘੱਟ ਆ, ਤੇ ਇਹ ਦੋਨੋਂ ਸੈੱਲ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਕਿ ਇੱਕ ਦੂਜੇ ਦੇ ਖਿਲਾਫ ਕੰਮ ਕਰ ਰਹੇ ਨੇ? ਆ ਦੱਸ ਪਹਿਲਾਂ। सर मिल के काम कर रहे हैं। ਨਹੀਂ ਮਤਲਬ ਕੀ ਕਹਿੰਦਾ ਭਾਈ, ਇੱਕ ਦੂਜੇ ਨੂੰ ਅਪੋਜ਼ ਕਰ ਰਹੇ ਨੇ ਸਰਕਟ 'ਚ ਜਾਂ ਇੱਕ ਦੂਜੇ ਦੇ ਫੇਵਰ 'ਚ ਨੇ? ਇਹ सर फेवर विच ने ਕਿਵੇਂ ਪਤਾ ਲੱਗਿਆ ਇਹ ਗੱਲ? सर क्योंकि सर उधर EMF जेडे 80 वोल्ट वाली सर बैटरी आ वो सर करंट सर लेगी सर 100 वोल्ट विचों। ਹਾਂ ਬਿਲਕੁਲ ਠੀਕ ਹੈ ਗੱਲ, ਇਹ ਤਾਂ ਸਹੀ ਹੈ, ਪਰ ਮੈਂ ਇਹ ਕਹਿ ਰਿਹਾ ਨਾ ਫਿਰ ਇਹਦਾ ਮਤਲਬ ਕੀ ਹੈ ਕਿ 80 ਵੋਲਟ ਵਾਲੀ ਬੈਟਰੀ ਜਿਹੜੀ, ਦੇਖ ਨਾ ਮੇਰੀ ਗੱਲ ਸੁਣ, ਤੂੰ ਦੋ ਸਿਚੁਏਸ਼ਨ ਦੇਖ ਲਾ, ਮੈਨੂੰ ਲੱਗਿਆ ਤੂੰ ਬੜੀ ਜਲਦੀ ਉੱਤੇ ਪਹੁੰਚੇਗਾ, ਪਰ ਕੋਈ ਗੱਲ ਨਹੀਂ ਆਪਾਂ ਫਿਰ ਬਣਾ ਦਿੰਦੇ। ਆ ਇੱਕ ਸਿਚੁਏਸ਼ਨ ਹੋਰ ਦੇਖ ਲਾ, ਆ ਇੱਕ ਹੋ ਗਿਆ, ਇੱਧਰ ਇਹਦਾ ਨੈਗੇਟਿਵ ਜੋੜਤਾ ਤੇ ਪੋਜ਼ਿਟਿਵ ਜੋੜਤਾ। ਠੀਕ ਆ? ਬਿਲਕੁਲ ਉਵੇਂ ਹੀ ਆ ਗੈਲਵੇਨੋਮੀਟਰ ਆ, ਠੀਕ ਹੈ, ਤੇ ਬਿਲਕੁਲ ਉਵੇਂ ਹੀ ਆ ਰੈਜ਼ਿਸਟੈਂਸ ਹੈਗੀ ਹੈ। ਠੀਕ ਹੈ? ਆ ਉਹੀ A ਆ ਸਿਰਾ, ਆ B ਸਿਰਾ। ਹੁਣ ਆ 80 ਵੋਲਟ ਆ ਤੇ ਆ 100 ਵੋਲਟ ਆ, ਤੈਨੂੰ ਲੱਗਦਾ ਦੋਨਾਂ 'ਚ ਕੋਈ ਫਰਕ ਹੈ? ਆ ਦੱਸ ਮੈਨੂੰ ਬਸ। हाँ जी सर ਕੀ ਫਰਕ ਆ? नहीं सर हाँ जी सर इधरले पासे सर अपोज करूगी सर लेफ्ट वाले पासे। ਹਾਂ ਹੁਣ ਤੈਨੂੰ ਪਤਾ ਲੱਗ ਗਿਆ ਨਾ, ਕਿਉਂਕਿ ਦੇਖੋ 80 ਵੋਲਟ ਦੀ ਜਿਹੜੀ ਬੈਟਰੀ ਹੈ ਇਹ ਕਰੰਟ ਨੂੰ ਐ ਭੇਜਣਾ ਚਾਹੁੰਦੀ ਹੈ ਕਿ ਨਹੀਂ? ਆ ਦੇਖ, ਆ ਰੈੱਡ ਨਾਲ ਦਿਖਾ ਰਿਹਾ ਮੈਂ। हाँ जी सर ਇਹ 80 ਵਾਲਾ 80 ਤਾਂ ਚਾਹੁੰਦੀ ਹੈ ਵੀ B ਤੋਂ A ਜਾਵੇ ਕਰੰਟ, ਹੈ ਨਾ? हाँ जी सर ਜਿਹੜੀ 100 ਵਾਲੀ ਆ ਉਹ ਕਹਿੰਦੀ ਵੀ ਨਹੀਂ ਐ ਜਾਵੇ, ਬਿਲਕੁਲ ਪੁੱਠੇ ਐਰੋ ਬਣ ਰਹੇ ਨੇ ਦੇਖ ਕਰੰਟ ਦੇ। हाँ ਹੈ जी ਕਿ सर ਨਹੀਂ? ਤੇ ਦੋਨਾਂ ਚੋਂ ਜਿੱਤੂਗੀ ਕੌਣ? 100 सर ਵਾਲੀ। ਸੋ ਬੇਸਿਕਲੀ ਕਰੰਟ ਜਾਊਗਾ A ਤੋਂ B, ਜਿਹੜਾ ਕਿ ਤੂੰ ਠੀਕ ਕਹਿ ਰਿਹਾ ਸੀ। हाँ जी सर ਤੇ ਇਹ ਸਰਕਟ ਦਾ ਜੇ ਇਕੁਇਵਲੈਂਟ ਮੈਂ ਦੇਖਣਾ ਚਾਹਾਂ, ਮੈਂ ਸਿੱਧਾ ਹੀ ਲਿਖ ਸਕਦਾ ਵੀ ਦੋਨੇ ਖਿਲਾਫ ਕੰਮ ਕਰਦੀਆਂ ਨੇ। ਇਹਦੀ ਥਾਂ ਤੇ ਤੁਸੀਂ ਸਮਝ ਲਓ ਵੀ 20 ਵੋਲਟ ਦੀ ਬੈਟਰੀ ਲੱਗੀ ਹੋਈ ਹੈ ਇਕੱਲੀ, हाँ जी ਤਾਂ ਵੀ ਇਹ ਬਿਲਕੁਲ ਸਰਕਟ ਸੇਮ ਹੀ ਆ, ਗੱਲ ਕੋਈ ਬਹੁਤ ਹੀ ਚੇਂਜ, ਕੁਝ ਬਦਲਿਆ ਨਹੀਂ। ਕਲੀਅਰ ਆ ਗੱਲ? Yes. ਉੱਪਰਲਾ ਸਰਕਟ ਦੀ ਸਰਕਟ ਸੇਮ ਹੈ। ਕਲੀਅਰ ਆ ਗੱਲ? हाँ जी सर ਤੇ ਇੱਥੇ ਕੀ ਹੋਊਗਾ? सर इत्थे सर अपोज नहीं करोगे सर फेवर विच होगा काम। ਤੇ ਇੱਥੇ ਨੈਟ ਵੋਲਟੇਜ ਜੇ ਇੱਕ ਬੈਟਰੀ ਲਾਣਾ ਚਾਹਾਂ ਕਿੰਨੀ ਬੈਟਰੀ ਲਾਵਾਂ? सर 180। ਹਾਂ ਸਮਝ ਲੱਗ ਗਈ ਸਾਰਿਆਂ ਨੂੰ ਕਿ ਨਹੀਂ? ਗੁਰਾਂਸ਼, ਗੁਰਾਂਸ਼ हाँ जी सर ਸਮਝ ਲੱਗ ਗਈ ਗੱਲ? हाँ जी योगेश? यस सर। ਕੁਛ ਨਹੀਂ ਕਰਨਾ, ਬਸ ਆਪਾਂ ਇਹ ਸੋਚਿਆ ਵੀ ਇੱਕ ਸਰਕਟ ਆ, ਇੱਕ ਬਸ ਇੱਕ ਸਰਕਟ ਲਿਆ ਆਪਾਂ, ਬੈਟਰੀਆਂ ਦੋ ਲਾਈਆਂ, ਬਸ ਆਪਾਂ ਦੇਖ ਲਿਆ ਕਿਹੜੀ ਸਿੱਧੀ ਆ ਪੁੱਠੀ ਆ, ਕਿਵੇਂ ਆ, ਕਿਹੜੀ ਕਿਵੇਂ ਕਰੰਟ ਇੱਕ ਦੂਜੇ ਦੇ ਖਿਲਾਫ ਭੇਜਦੀ ਹੈ ਕਿ ਫੇਵਰ 'ਚ। ਤਾਂ ਇਹ ਦੇਖੋ ਜੇ ਬੈਟਰੀ ਦੇ ਹਾਇਰ ਨੂੰ ਤੁਸੀਂ ਹਾਇਰ ਨਾਲ ਹੀ ਜੋੜਤਾ ਨਾ ਇਸ ਪਾਸਿਓਂ, ਤਾਂ ਉਹ ਇੱਕ ਦੂਜੇ ਦੇ ਖਿਲਾਫ ਕੰਮ ਕਰਦੀਆਂ ਨੇ, ਤੇ ਜੇ ਹਾਇਰ ਨੂੰ ਅਗਲੇ ਲੋਅਰ ਨਾਲ ਜੋੜਤਾ ਨਾ ਤਾਂ ਉਹ ਇੱਕ ਦੂਜੇ ਦੇ ਫੇਵਰ 'ਚ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਸਰਕਟ ਵਿੱਚ ਜਿਸ ਤਰ੍ਹਾਂ ਦਾ ਮੈਂ ਬਣਾਇਆ ਸੀ।
ਕਲੀਅਰ ਹੈ ਬਲਜੀਤ? ਯੈਸ ਸਰ। ਹੁਣ ਆਇਆ ਇੱਧਰ ਜੋ ਆਪਾਂ ਕੰਮ ਕਰਵਾਂਗੇ। ਆ ਐਕਸ ਬੈਟਰੀ ਲੈ ਕੇ ਆਇਆ ਮੈਂ। ਮੰਨ ਲਿਆ ਕਿ ਮੇਰੇ ਕੋਲ ਇੱਕ ਇਸ ਤਰ੍ਹਾਂ ਦੀ ਲੈਬ ਹੈਗੀ ਆ, ਜਿਹੜੀ ਲੈਬ ਦੇ ਵਿੱਚ ਨਾ ਹਰ ਇੱਕ EMF ਦਾ ਵੋਲਟੇਜ ਲਗਭਗ ਮੇਰੇ ਕੋਲ ਪਿਆ ਹੀ ਆ, ਸੈੱਲ ਪਿਆ। ਮੰਨ ਲਓ ਇਸ ਤਰ੍ਹਾਂ ਦੀ ਲੈਬ, ਇਦਾਂ ਦੀ ਲੈਬ ਹੈ ਨਹੀਂ ਕੋਈ, ਬੜਾ ਔਖਾ ਤੇ ਮਹਿੰਗਾ ਕੰਮ ਹੋ ਜਾਊਗਾ। ਪਰ ਮੰਨ ਲਓ 1.5 ਵੋਲਟ ਵਾਲੀ ਵੀ ਹੈਗੀ ਆ, 2 ਵੋਲਟ ਵਾਲੀ, 2.5 ਵੋਲਟ, 2.7 ਵਾਲੀ, ਸਾਰੀਆਂ ਹੈਗੀਆਂ ਨੇ, ਠੀਕ ਹੈ। ਅੱਛਾ ਇੱਧਰ ਦੱਸ, ਜੇ ਆ 80 ਦੀ ਹੁੰਦੀ ਤੇ ਆ ਵੀ 80 ਦੀ ਹੁੰਦੀ ਨੀਚੇ ਵਾਲੀ, ਫਿਰ ਕੀ ਹੁੰਦਾ ਸੀ ਬਲਜੀਤ? ਸਰ ਫਿਰ ਸਰ ਕਰੰਟ ਫਲੋ ਹੀ ਨਹੀਂ ਕਰਨਾ ਸੀਗਾ। ਹਾਂ, ਗੈਲਵੈਨੋਮੀਟਰ ਚ ਡਿਫਲੈਕਸ਼ਨ ਕੀ ਆਣੀ ਸੀ ਫਿਰ? ਹੋ ਜਾਣਾ ਸੀ। ਹਾਂ ਬਿਲਕੁਲ। ਹੁਣ ਇੱਧਰ ਦੇਖ, ਜੇ ਆ ਮੈਂ x ਨੂੰ, ਮੈਂ ਤੈਨੂੰ ਥੋੜੀ ਜਾਣਕਾਰੀ ਦਿੰਦਾ। ਇਸ x ਦੇ ਨਾਲ ਮੰਨ ਲਾ ਮੈਂ ਇੱਥੇ ਇੱਕ ਰੈਜ਼ਿਸਟੈਂਸ ਜੀ ਲਾਈ ਹੋਈ ਆ ਤੇ ਨਾਲ ਮੈਂ ਗੈਲਵੈਨੋਮੀਟਰ ਲਾਇਆ। ਗੈਲਵੈਨੋਮੀਟਰ ਮੈਨੂੰ ਦੱਸ ਦਿੰਦਾ ਕਰੰਟ ਦੀ ਦਿਸ਼ਾ ਕਿਹੜੀ ਹੈ, ਠੀਕ ਆ। ਹਾਂਜੀ ਸਰ। ਤੇ ਇਹਦੇ ਨੀਚੇ ਮੈਂ ਆਪਣੀ ਬੈਟਰੀ ਆਪਣੇ ਲੈਬ ਦੇ ਵਿੱਚੋਂ ਉਹੀ ਰੈਂਡਮਲੀ ਕੋਈ ਸੈੱਲ ਜਿਹਾ ਚੱਕਿਆ, ਉਹੀ ਚੱਕ ਲਿਆ, ਕੋਈ ਬਸ ਉਹੀ ਮਨ ਚ ਜੋ ਆਇਆ ਸੈੱਲ ਚੱਕ ਲਿਆ ਤੇ ਲਾਤਾ। ਉਹ ਸੈੱਲ ਮੰਨ ਲਓ ਕਿ ਸੀਗਾ 30 ਵੋਲਟ ਦਾ, ਠੀਕ ਹੈ। ਯੈਸ ਸਰ। ਤੇ ਗੈਲਵੈਨੋਮੀਟਰ ਨੇ ਮੈਨੂੰ ਦੱਸਿਆ ਕਿ ਜਿਵੇਂ ਮੈਂ ਇਹਨੂੰ ਸਵਿਚ ਔਨ ਕੀਤਾ ਤਾਂ ਕਰੰਟ ਇਧਰੋਂ ਉੱਪਰ ਨੂੰ ਜਾ ਰਿਹਾ ਸੀ। ਗੈਲਵੈਨੋਮੀਟਰ ਵਿੱਚੋਂ ਉੱਪਰ ਨੂੰ ਜਾ ਰਿਹਾ ਸੀ। ਤੂੰ ਮੈਨੂੰ ਦੱਸ ਤੈਨੂੰ ਫਿਰ x ਦੇ ਬਾਰੇ ਕੀ ਜਾਣਕਾਰੀ ਮਿਲੀ ਬਲਜੀਤ, ਸੋਚ ਕੇ ਦੱਸ। ਸਰ x ਦਾ EMF ਸਰ ਗ੍ਰੇਟਰ ਹੈ ਸਰ ਥੱਲੇ ਵਾਲੇ ਨਾਲੋਂ। ਹਾਂ ਬਿਲਕੁਲ ਕਰੈਕਟ। ਸਾਨੂੰ ਆ ਪਤਾ ਲੱਗਿਆ ਵੀ x ਦਾ ਜਿਹੜਾ EMF ਆ ਉਹ ਗ੍ਰੇਟਰ ਹੈਗਾ 30 ਵੋਲਟ ਤੋਂ। ਸਾਨੂੰ ਹਾਲੇ ਕੁਝ ਨਹੀਂ ਪਤਾ ਸੀ, ਹੁਣ ਆ ਤਾਂ ਪਤਾ ਲੱਗ ਗਿਆ ਵੀ ਘੱਟੋ ਘੱਟ 30 ਤੋਂ ਤਾਂ ਜ਼ਿਆਦਾ ਹੀ ਹੈ, ਹਨਾ? ਹਾਂਜੀ ਸਰ। ਫਿਰ ਮੈਂ ਕੀ ਕੀਤਾ, 30 ਵਾਲੀ ਹਟਾ ਲਈ, ਇੱਥੇ ਲਾਤੀ 40 ਦੀ। ਮੈਂ ਕਿਹਾ ਜ਼ਿਆਦਾ ਲਾ ਕੇ ਦੇਖਦੇ ਆ ਫਿਰ, ਹਨਾ? ਹਾਂਜੀ ਸਰ। ਤੇ ਕਰੰਟ ਦੀ ਡਾਇਰੈਕਸ਼ਨ ਫੇਰ ਉਹੀ ਰਹੀ ਜਿਹੜੀ ਪਹਿਲਾਂ ਸੀ। ਹੁਣ ਕੀ ਪਤਾ ਲੱਗ ਗਿਆ ਮੈਨੂੰ? ਸਰ ਇਹ 40 ਨਾਲੋਂ ਵੀ ਸਰ ਗ੍ਰੇਟਰ ਹੈ। 40 ਨਾਲੋਂ ਵੀ ਜ਼ਿਆਦਾ ਆ ਪਤਾ ਲੱਗ ਗਿਆ। ਐ ਕਰਦੇ ਕਰਦੇ ਫਿਰ ਮੈਂ 40 ਹਟਾ ਲਈ, 50 ਲਾ ਕੇ ਦੇਖੀ ਤੇ ਪਤਾ ਲੱਗ ਗਿਆ ਵੀ ਉਹ 50 ਨਾਲੋਂ ਵੀ ਜ਼ਿਆਦਾ ਆ। ਇਹਦੀ ਕਰੰਟ ਦੀ ਡਾਇਰੈਕਸ਼ਨ ਉਹੀ ਰਹੀ, ਮੰਨ ਲਾ ਸੇਮ ਰਹੀ। ਹਾਂਜੀ। ਫਿਰ ਮੈਂ ਕੀ ਕੀਤਾ, ਮੈਂ ਇਹਨੂੰ ਹਟਾ ਕੇ 60 ਵੋਲਟ ਲਾਈ ਤੇ ਜਿਵੇਂ ਮੈਂ 60 ਵੋਲਟ ਲਾਈ ਬਿਲਕੁਲ ਮੈਂ ਇਹ ਨੋਟਿਸ ਕੀਤਾ ਕਿ ਕਰੰਟ ਦੀ ਡਾਇਰੈਕਸ਼ਨ ਉਲਟੀ ਹੋ ਗਈ। ਸਰ ਇਹ ਘੱਟ ਹੈ ਸਰ 60 ਵੋਲਟ ਨਾਲੋਂ। ਸਾਨੂੰ ਪਤਾ ਲੱਗ ਗਿਆ ਨਾ ਇਹਦੇ ਨਾਲ ਕਿ x ਜਿਹੜਾ ਉਹ 60 ਨਾਲੋਂ ਘੱਟ ਹੈ। ਤਾਂ ਆਹ ਕਰੰਟ ਦੀ ਦਿਸ਼ਾ ਦੇਖ ਕੇ ਸਾਨੂੰ ਹੁਣ ਆ ਗੱਲਾਂ ਕਰ ਕੇ ਪਤਾ ਲੱਗ ਗਿਆ ਕਿ ਜਿਹੜਾ x ਹੈ ਉਹ 50 ਤੋਂ ਲੈ ਕੇ 60 ਦੇ ਵਿੱਚ 60 ਦੇ ਵਿੱਚ ਹੈ। ਹਾਲੇ ਮੈਨੂੰ x ਬਾਰੇ ਕੋਈ ਜਾਣਕਾਰੀ ਨਹੀਂ ਸੀ, ਮੈਂ ਕੁਝ ਨਹੀਂ ਕੀਤਾ, ਬਸ ਉਹ ਨਾਲ ਗੈਲਵੈਨੋਮੀਟਰ ਲਾ ਕੇ ਕਰੰਟ ਕਰੰਟ ਜਿਹਾ ਦੇਖਿਆ, ਇੱਧਰ ਜਾ ਰਿਹਾ ਉੱਧਰ ਜਾ ਰਿਹਾ, ਇਹੋ ਜਿਹਾ ਸਰਕਟ ਬਣਾਤਾ। ਪਤਾ ਲੱਗ ਗਿਆ ਵੀ ਹਾਂ ਵੀ ਇਹ x ਇਸ ਤੋਂ ਜ਼ਿਆਦਾ ਹੈ ਕਿ ਘੱਟ ਹੈ। ਉਹਦੇ ਨਾਲ ਇੱਕ ਰੇਂਜ ਤਾਂ ਮਿਲ ਗਈ ਨਾ 50 ਤੋਂ 60 ਦੇ ਵਿੱਚ। ਜਦੋਂ ਉਹ ਬੰਦਾ ਲੈ ਕੇ ਆਇਆ ਸੀ x, ਕੀ ਪਤਾ 150 ਵੋਲਟ ਹੁੰਦਾ, ਮੈਨੂੰ ਕੁਝ ਨਹੀਂ ਸੀ ਪਤਾ। ਪਰ ਹੁਣ ਮੈਂ ਆਪਣਾ ਕੰਮ ਕਰਕੇ ਇਧਰ ਮੈਨੂੰ ਪਤਾ ਲੱਗ ਗਿਆ ਵੀ ਜਿਹੜਾ x ਹੈ 50 ਤੇ 60 ਦੇ ਵਿਚਕਾਰ ਆ, ਠੀਕ ਆ ਗੱਲ? ਯੈਸ ਸਰ। ਹੁਣ ਮੈਂ ਆਪਣੀ ਲੈਬ ਦੇ ਸਾਰੇ ਸੈੱਲ ਪਰੇ ਕਰਤੇ, ਮੈਂ ਕਿਹਾ 50 ਤੋਂ 60 ਵਾਲੇ ਸਾਰੇ ਲਿਆਓ ਇਕੱਠੇ ਕਰਕੇ, 50 60। ਫਿਰ ਮੈਂ 51 ਲਾ ਕੇ ਦੇਖ ਲਿਆ, ਫਿਰ ਮੈਂ 52 ਲਾ ਕੇ ਦੇਖ ਲਿਆ, ਫਿਰ ਮੈਂ 53 ਲਾ ਕੇ ਦੇਖ ਲਿਆ, ਫਿਰ 54 ਤੇ ਪਲਟ ਗਿਆ ਕਰੰਟ ਜਾਂ ਕੁਝ ਵੀ ਹੋ ਗਿਆ। ਤਾਂ ਮੈਨੂੰ ਇਹ ਪਤਾ ਲੱਗ ਗਿਆ, ਮੰਨ ਲਓ ਐ ਕਰਦੇ ਕਰਦੇ ਫਿਰ ਮੈਂ ਪਹੁੰਚ ਜਾਊਂਗਾ ਨਾ 53 ਤੇ ਮੰਨ ਲਓ 54 ਦੇ ਵਿਚਕਾਰ ਆ, ਹਨਾ? ਹਾਂਜੀ ਸਰ। ਲਾ ਕੇ ਇਸਦੇ ਹੀ ਸੈੱਲ। ਹਾਂਜੀ ਸਰ। ਫਿਰ ਮੈਂ 53.1 ਲਾ ਕੇ ਦੇਖ ਲੂੰਗਾ 2। ਪਤਾ ਲੱਗਿਆ ਮੈਂ ਜਿਵੇਂ 53.2 ਲਾਇਆ ਨਾਲ ਹੀ ਗੈਲਵੈਨੋਮੀਟਰ ਡਿਫਲੈਕਸ਼ਨ ਖਤਮ ਹੋ ਗਈ। ਕੀ ਪਤਾ ਲੱਗਿਆ ਮੈਨੂੰ? ਸਰ x 53.2 ਵੋਲਟ ਹੈ। ਐਗਜ਼ੈਕਟਲੀ ਉਹਦੇ ਬਰਾਬਰ ਹੋਊਗਾ ਤੇ ਗੈਲਵੈਨੋਮੀਟਰ ਚ ਕੋਈ ਡਿਫਲੈਕਸ਼ਨ ਨਹੀਂ ਹੋਊਗੀ। ਐਂਡ ਪੁਆਇੰਟ ਆ ਗਿਆ। ਕਲੀਅਰ ਆ ਗੱਲ ਕਿ ਨਹੀਂ ਦੱਸੋ? ਹਾਂਜੀ ਸਰ। ਹਾਂਜੀ ਯੋਗੇਸ਼, यस सर। ਸਮਝ ਲੱਗੀ ਗੱਲ ਸਾਰੀ? यस सर। ਬਹੁਤ ਸਿੱਧਾ ਨਾ ਇਹ ਮਾਮਲਾ, ਸਿਰਫ ਐ ਹੀ ਪੋਟੈਂਸ਼ੀਓਮੀਟਰ ਕੰਮ ਕਰਦਾ ਆ। ਪਰ ਇਹਦੇ ਚ ਇੱਕ ਜੱਬ ਆ। ਕੀ ਜੱਬ ਹੈਗਾ ਬਈ ਬਲਜੀਤ? ਸਰ ਸਾਨੂੰ ਕਾਫੀ ਸਰ ਟਰਾਈ ਕਰਕੇ ਦੇਖਣਾ ਪੈਣਾ। ਕਾਫੀ ਟਰਾਈ ਕਰਕੇ ਦੇਖਣਾ ਪੈਣਾ। ਪਤਾ ਨਹੀਂ ਹੁਣ ਉਹ 53.23 ਵੋਲਟ ਹੋਇਆ ਜੇ ਤਾਂ 0.2 ਤੇ ਵੀ ਕਰੰਟ ਜ਼ੀਰੋ ਨਹੀਂ ਹੋਣਾ ਤੇ 0.3 ਤੇ ਵੀ ਨਹੀਂ ਹੋਣਾ, ਫਿਰ ਹਨਾ 2-3 ਤੇ ਹੋਣਾ ਜਾ ਕੇ। ਫਿਰ ਉਹਨੇ ਸਾਰੇ ਸੈੱਲ ਕਿੱਥੇ ਲੱਭਦਾ ਫਿਰੂਗਾ ਮੈਂ? ਇੰਨਾ ਵੱਡਾ ਜੱਬ ਆ, ਇੰਨੇ ਸੈੱਲ ਸਾਂਭਦਾ ਕੌਣ ਫਿਰੂਗਾ? 53 54 55 ਹਨਾ? ਆਪਣੇ ਕੋਲ ਸੈੱਲ ਤਾਂ ਹੁੰਦੇ ਆ 100 ਵੋਲਟ 200 ਵੋਲਟ 150 ਵੋਲਟ ਹੈ ਨਾ? ਹਾਂਜੀ ਸਰ। ਇਹ ਕੰਮ ਮਤਲਬ ਪ੍ਰੈਕਟੀਕਲੀ ਸਮਝਣ ਲਈ ਠੀਕ ਆ, ਸਮਝ ਲਿਆ ਤੂੰ, ਪਰ ਇਹਦੇ ਚ ਪ੍ਰੋਬਲਮ ਆ ਵੀ ਐ ਥੋੜੀ ਕਰ ਸਕਦੇ ਅਸੀਂ, ਹਨਾ? ਫਿਰ ਆਪਾਂ ਬਾਰ-ਬਾਰ ਸੈੱਲ ਕੱਢਾਂਗੇ, ਬਾਰ-ਬਾਰ ਸੈੱਲ ਲਾਵਾਂਗੇ, ਆ ਵੀ ਸਿਆਪਾ। ਜਿਵੇਂ ਮੀਟਰ ਵਿੱਚ x/r ਨੂੰ ਨੀਚੇ ਰੇਸ਼ੋ ਬਰਾਬਰ ਕਰਨਾ, ਰੇਸ਼ੋ ਨੂੰ ਕਰਨ ਲਈ ਬਾਰ-ਬਾਰ ਰੈਜ਼ਿਸਟੈਂਸ ਬਾਰ-ਬਾਰ ਕੱਢ ਕੇ ਲਗਾਉਂਦੇ, ਫਿਰ ਤਾਂ ਪਾਗਲ ਹੋ ਜਾਣਾ ਸੀ ਆਪਾਂ।
ਆਪਾਂ ਇੱਕ ਵੱਡੀ ਤਾਰ ਲੈ ਲਈ, ਤਾਰ ਦੇ ਉੱਪਰ ਕਨੈਕਸ਼ਨ ਜਿਹੜਾ ਜੌਕੀ ਵਾਲਾ ਉਹ ਢਿੱਲਾ ਰੱਖਿਆ, ਯਾਨੀ ਕਿ ਓਪਨ ਰੱਖਿਆ, ਉਹਨੂੰ ਉੱਪਰ ਰਗੜਿਆ ਤਾਰ ਦੇ ਉੱਪਰ, ਬਸ ਰਗੜ ਕੇ ਚੈੱਕ ਕਰ ਲਿਆ ਵੀ ਇੱਥੇ ਆ ਗਿਆ, ਬਾਰ-ਬਾਰ ਕੁਝ ਕਰਨ ਦੀ ਲੋੜ ਹੀ ਨਹੀਂ, ਜਿਹੜਾ ਮਰਜ਼ੀ ਰੇਸ਼ੋ ਮਿਲ ਜਾਊਗਾ ਤੁਹਾਨੂੰ, 10/90, 20/80, 30/70, ਜੋ ਮਰਜ਼ੀ। ਕਲੀਅਰ ਆ? ਯੈਸ ਸਰ। ਸੋ ਇੱਥੇ ਆਪਾਂ ਆਈ ਕਰਨਾ ਚਾਹੁੰਦੇ ਆ ਕਿ ਆਪਾਂ ਚਾਹੁੰਦੇ ਆ ਕਿ ਯਾਰ ਆਹ ਸਾਰਾ ਜੱਬ ਆ, ਇਦਾਂ ਗੱਲ ਤਾਂ ਠੀਕ ਆ, ਸਮਝਣ ਲਈ ਠੀਕ ਆ, ਅਸੀਂ ਇਹਨੂੰ ਕਿਵੇਂ ਕਰੀਏ, ਤਾਂ ਅਸੀਂ ਪੋਟੈਂਸ਼ੀਓਮੀਟਰ 'ਚ ਇਹੋ ਜਿਹੀ ਕੰਮ ਕਰਨ ਜਾ ਰਹੇ ਹਾਂ। ਪੋਟੈਂਸ਼ੀਓਮੀਟਰ 'ਚ ਕਿਵੇਂ ਕੰਮ ਕਰਦੇ ਹਾਂ ਅਸੀਂ, ਮੈਂ ਅਸਲੀ ਡਾਇਗਰਾਮ ਬਾਅਦ 'ਚ ਬਣਾਉਂਗਾ, ਅਗਲੇ ਲੈਕਚਰ 'ਚ ਕਰਾਉਂਗਾ, ਤੁਸੀਂ ਮੀਟਰ ਵੀ ਚੰਗੀ ਤਰ੍ਹਾਂ ਕਰਿਆ ਹੋਣੀ। ਫਿਲਹਾਲ ਮੈਂ ਤੁਹਾਨੂੰ ਬਸ ਦੱਸਣ ਜਾ ਰਿਹਾ ਕਿ ਮੈਂ ਇਸ ਸਮੱਸਿਆ ਦਾ ਹੱਲ ਕਿਵੇਂ ਕਰੂੰਗਾ। ਉਹਦੇ ਲਈ ਮੈਂ ਕੀ ਕਰੂੰਗਾ, ਮੈਂ ਇੱਕ ਵਾਇਰ ਲਵਾਂਗਾ, ਉਸ ਵਾਇਰ ਨੂੰ ਮੈਂ ਕੈਲੀਬ੍ਰੇਟ ਕਰੂੰਗਾ। ਕੈਲੀਬ੍ਰੇਟ ਕਿਵੇਂ ਕਰੂੰਗਾ ਮੈਂ ਦੱਸਦਾ। ਕੈਲੀਬ੍ਰੇਟ ਕਰਨ ਦਾ ਕੀ ਮਤਲਬ ਹੁੰਦਾ, ਕੈਲੀਬ੍ਰੇਟ ਕਰਨ ਦਾ ਮਤਲਬ ਹੁੰਦਾ ਜਿਵੇਂ ਤੁਸੀਂ ਸਕੇਲ ਲੈਂਦੇ ਹੋ, ਤਾਂ ਸਕੇਲ ਦੇ ਉੱਪਰ ਸੈਂਟੀਮੀਟਰ ਮਿਲੀਮੀਟਰ ਦੇ ਉਹ ਨਿਸ਼ਾਨ ਜੇ ਨਾ ਹੋਣ ਤਾਂ ਤੁਸੀਂ ਉਹਨੂੰ ਲੈਂਥ ਮੇਜਰ ਕਰਨ ਲਈ ਵਰਤ ਹੀ ਨਹੀਂ ਸਕਦੇ ਨਾ। ਹਾਂਜੀ ਸਰ। ਆ ਨਿਸ਼ਾਨ ਜੇ ਮਿਟਾ ਦੇਵੇ ਕੋਈ ਬੰਦਾ, ਕਹੇ ਲੈ 5 ਸੈਂਟੀਮੀਟਰ ਦੀ ਹੁਣ ਲੈਂਡਮਾਰਕ ਦਿਖਾ, ਨਹੀਂ ਕਰ ਸਕਦਾ ਨਾ। ਆ ਸਾਰੇ ਆ ਕੀ ਇਹਨੂੰ ਕਹਿੰਦੇ ਕੈਲੀਬ੍ਰੇਸ਼ਨ, ਆ ਕੈਲੀਬ੍ਰੇਟ ਕੀਤਾ ਹੈ। ਕਲੀਅਰ? ਠੀਕ ਆ। ਯੈਸ ਸਰ। ਇਹਦੇ ਥਰਮੋਮੀਟਰ ਹੈਗਾ, ਕੋਈ ਥਰਮੋਮੀਟਰ ਹੈਗਾ ਤੁਹਾਡੇ ਕੋਲ, ਤੇ ਥਰਮੋਮੀਟਰ ਕੋਈ ਕਹਿ ਦੇਵੇ ਕਿ ਥਰਮੋਮੀਟਰ ਦੇ ਉੱਪਰ ਸਾਰੇ ਮਟੇ ਦੇਵੇ, ਉਹ ਜਿਹੜੇ ਟੈਂਪਰੇਚਰ ਦੇ 102 103 ਫਾਰਨਹਾਈਟ ਵਾਲਾ ਸਕੇਲ ਹੁੰਦਾ, ਇੱਥੇ ਇਹਦੇ ਨੀਚੇ ਬਲਬ ਤਾਂ ਹੈਗਾ, ਉਹ 'ਚ ਮਰਕਰੀ ਭਰਿਆ ਆਇਆ ਵਾ, ਠੀਕ ਹੈ, ਥਰਮੋਮੀਟਰ ਪਰ ਆ ਸਾਰਾ ਮਟੇਤਾ। ਤਾਂ ਫਿਰ ਆਪਾਂ ਕੀ ਕਰੀਏ, ਆਪਾਂ ਇਹਨੂੰ ਕੈਲੀਬ੍ਰੇਟ ਕਰਾਂਗੇ। ਕੈਲੀਬ੍ਰੇਟ ਕਿਵੇਂ ਕਰਾਂਗੇ, ਆਪਾਂ ਬਲਬ ਨੂੰ ਲਿਜਾ ਕੇ ਬਰਫ਼ 'ਚ ਪਾਵਾਂਗੇ ਪਹਿਲਾਂ, ਫਿਰ ਦੇਖਾਂਗੇ ਕਿੱਥੇ ਤੱਕ ਚੜ ਗਿਆ ਪਾਰਾ, ਜਿੱਥੇ ਤੱਕ ਹੈਗਾ ਉਹਨੂੰ 0 ਕਹਿ ਦਾਂਗੇ, ਫਿਰ ਉਬਲਦੇ ਪਾਣੀ 'ਚ ਪਾ ਦਿਓ, ਫਿਰ ਜਿੱਥੇ ਤੱਕ ਚੜ ਗਿਆ, ਜੇ ਇੰਨਾ ਕੁ ਹੋਇਆ, ਨਹੀਂ ਤਾਂ ਫਟ ਵੀ ਸਕਦਾ ਤੇ 100 ਤਾਂ ਆ ਗਿਆ ਮੰਨ ਲਓ, ਤਾਂ ਫਿਰ ਆਪਾਂ ਕੀ ਕਰਾਂਗੇ, ਆਪਾਂ ਬਾਕੀ ਸਾਰਿਆਂ ਨੂੰ ਇਹ ਨਿਸ਼ਾਨ ਜਿ ਲਾ ਦੇਵਾਂਗੇ ਇਸ ਹਿਸਾਬ ਨਾਲ ਕਰਕੇ, ਹੈ ਨਾ। ਹਾਂਜੀ ਸਰ। ਇਹਨੂੰ ਕੈਲੀਬ੍ਰੇਸ਼ਨ ਕਹਿੰਦੇ ਆ, ਇਹਨੂੰ ਕੈਲੀਬ੍ਰੇਸ਼ਨ ਕਹਿੰਦੇ ਆ। ਆਹੀ ਕੈਲੀਬ੍ਰੇਸ਼ਨ ਆਪਾਂ ਇੱਕ ਵਾਇਰ ਦੀ ਕਰਾਂਗੇ ਕਿ ਵਾਇਰ ਹੋਵੇ ਤੇ ਵਾਇਰ ਦੇ ਉੱਪਰ ਮੈਨੂੰ ਪਤਾ ਹੋਵੇ ਇੱਥੇ 10 ਵੋਲਟ ਆ, ਇੱਥੇ 8 ਵੋਲਟ ਆ, ਇੱਥੇ 6 ਵੋਲਟ ਆ, ਇੱਥੇ 4 ਵੋਲਟ ਆ, ਇਹਦੇ ਵਿਚਕਾਰ 5 ਆ, ਇਹਨਾਂ ਦੇ ਵਿਚਕਾਰ 7 ਆ, ਇਹਦੇ ਵਿਚਕਾਰ 9 ਆ, ਐ ਕਰਕੇ ਤਾਰ ਦੇ ਹਰ ਇੱਕ ਪੁਆਇੰਟ ਦਾ ਪੋਟੈਂਸ਼ੀਅਲ ਵੱਖਰਾ ਵੱਖਰਾ ਹੈ ਪਤਾ ਹੋਵੇ। ਸਮਝ ਲੱਗੀ ਗੱਲ? ਹਾਂਜੀ ਸਰ। ਆਹ ਕੰਮ ਕਿਵੇਂ ਕਰ ਸਕਦੇ ਆ, ਬੜਾ ਹੀ ਸੌਖਾ ਆ, ਕਿਉਂਕਿ ਹੁਣ ਤੁਸੀਂ ਕਰੰਟ ਇਲੈਕਟ੍ਰਿਸਿਟੀ ਸਰਕਟ ਦੇਖ ਚੁੱਕੇ ਹੋ ਕਾਫੀ। ਉਹਦੇ ਲਈ ਮੰਨ ਲਓ ਆਪਾਂ ਇੱਕ ਰੈਜ਼ਿਸਟੈਂਸ ਵਾਇਰ ਲੈਨੇ ਆ, ਐ ਮੈਂ ਇਸ ਤਰ੍ਹਾਂ ਦਿਖਾ ਰਿਹਾ ਤੁਹਾਨੂੰ ਜਾਣ ਬੁੱਝ ਕੇ। ਪੋਟੈਂਸ਼ੀਓਮੀਟਰ ਨਾ ਪੜ੍ਹੇ ਹੋਣੇ ਹੋ, ਮੈਂ ਦੱਸ ਦੂੰਗਾ ਤੁਹਾਨੂੰ, ਕੋਈ ਗੱਲ ਨਹੀਂ, ਬਸ ਸਮਝ ਲਓ। ਇਹਦੇ ਨਾਲ ਇੱਕ ਵਾਇਰ ਆਪਾਂ ਲਾਈ ਇਸ ਤਰ੍ਹਾਂ, ਇਹਦੇ ਨਾਲ ਦੇਖੋ ਐਮੀਟਰ ਵੀ ਲੱਗੂਗਾ, ਰਿਓਸਟੈਟ ਵੀ ਲੱਗੂਗਾ। ਮੈਂ ਹਲੇ ਸਮਝਾ ਨਹੀਂ ਰਿਹਾ ਉਹ ਗੱਲ, ਉਸ ਚੱਕਰ 'ਚ ਨਹੀਂ ਪਾ ਰਿਹਾ, ਬਸ ਇੱਕ ਸਿੰਪਲ ਗੱਲ ਸਮਝ ਲਓ। ਆਹ ਬੈਟਰੀ ਲਾਤੀ ਮੰਨ ਲਓ ਇੱਕ ਆਪਾਂ ਨੋਨ ਬੈਟਰੀ, ਮਤਲਬ ਐਵੇਂ 50 60 70 ਦੀ ਵੀ ਐਵੇਂ 100 ਹੀ ਲਾਤੀ ਸਿੱਧੀ, ਮੰਨ ਲਓ 100 ਵੋਲਟ ਦਾ ਇੱਕ ਸੈੱਲ ਲਾਤਾ, ਤੇ ਇਸ ਨੂੰ ਆਪਾਂ ਤਾਰ ਨਾਲ ਐ ਜੋੜਦਾ ਦੋਨੇ ਸਿਰਿਆਂ ਤੇ। ਆਹ ਕੰਡਕਟਿੰਗ ਵਾਇਰਸ ਨੇ ਜਿਹੜੀਆਂ ਕਾਲੀਆਂ ਵਾਲੀਆਂ ਬਣਾਈਆਂ ਨੇ, ਆਹ ਹੈਗੀ ਰੈਜ਼ਿਸਟੈਂਸ ਵਾਇਰ, ਆਹ ਹਰੀ ਵਾਲੀ। ਇਹ ਮੰਨ ਲਓ 200 ਵੋਲਟ ਦੀ ਬੈਟਰੀ ਲਾਤੀ, ਮੰਨ ਲਓ ਜਸਟ ਵਹੀ ਮੰਨ ਲਓ, ਕੋਈ ਆਪਾਂ ਵੱਡੀ ਬੈਟਰੀ ਲਾਣੇ ਹਮੇਸ਼ਾ ਇੱਥੇ, ਇਹਨੂੰ ਕਹਿੰਦੇ ਕੈਲੀਬ੍ਰੇਟਿੰਗ ਬੈਟਰੀ, ਵੀ ਕੈਲੀਬ੍ਰੇਟ ਕਰਨ ਲਈ ਲਾਈ ਹੈ। ਤਾਂ ਇੱਥੇ ਪੋਟੈਂਸ਼ੀਅਲ ਡ੍ਰੌਪ ਇਸ ਵਾਇਰ 'ਚ ਤਾਂ ਹੋਊਗਾ ਨਹੀਂ, ਕਿਉਂਕਿ ਕੰਡਕਟਿੰਗ ਵਾਇਰ, ਤਾਂ ਇਹਦਾ ਆਹ ਵਾਲੇ ਸਿਰੇ ਦਾ ਪੋਟੈਂਸ਼ੀਅਲ ਕਿੰਨਾ ਹੋਊਗਾ ਮੈਨੂੰ ਦੱਸ ਦਿਓ ਜੀ ਸਰ। 200 ਵੋਲਟ। ਤੇ ਆਹ ਵਾਲੇ ਸਿਰੇ ਦਾ ਕਿੰਨਾ ਕਹਿ ਸਕਦੇ ਆ ਸਰ? 0। ਬਸ ਹੋ ਤਾਂ ਗਈ ਕੈਲੀਬ੍ਰੇਸ਼ਨ। ਇਹਦੇ ਇੱਕਦਮ ਸੈਂਟਰ 'ਚ ਪੋਟੈਂਸ਼ੀਅਲ ਕਿੰਨਾ ਹੋਊਗਾ ਦੱਸ ਸਕਦਾ? ਮੈਂ ਘੱਟ ਹੀ ਜਾਊਗਾ ਨਾ, ਜੋ ਰੈਜ਼ਿਸਟੈਂਸ ਜੋ ਪਾਰ ਕਰੂਗਾ ਉਹ ਹੋ ਜਾਊਗਾ 100 ਹੋ ਜਾਊਗਾ। ਇਹਨਾਂ ਦੇ ਸੈਂਟਰ 'ਚ ਇੱਥੇ ਕਿੰਨਾ ਹੋ ਜਾਊਗਾ? 150। 150 ਬਿਲਕੁਲ ਕਰੈਕਟ। ਇਹਦੇ ਸੈਂਟਰ 'ਚ ਕਿੰਨਾ ਹੋਊਗਾ? 50। ਇਹਨਾਂ ਦੋਨਾਂ ਦਾ ਸੈਂਟਰ 'ਚ ਕਿੰਨਾ ਹੋਊਗਾ? 175। ਆ ਹੋ ਤਾਂ ਗਈ ਕੈਲੀਬ੍ਰੇਸ਼ਨ ਕਿ ਨਹੀਂ? ਹਾਂਜੀ ਸਰ। ਹਨਾ, ਕੈਲੀਬ੍ਰੇਸ਼ਨ ਹੋ ਗਈ ਤਾਰ ਦੀ। ਹੁਣ ਮੰਨ ਲੈ ਕਿ ਆਪਾਂ ਇਹ 'ਚ ਇੱਕ ਚੀਜ਼ ਪਤਾ ਕਰਦੇ ਆ, ਆਪਾਂ ਤਾਰ ਦੀ ਲੈਂਥ ਦੇਖ ਲਈਏ ਕਿੰਨੀ ਆ ਤਾਰ ਦੀ ਲੈਂਥ। ਮੰਨ ਲਾ ਜਿਹੜੀ ਰੈਜ਼ਿਸਟੈਂਸ ਵਾਇਰ ਆ ਨਾ, ਉਹਦੀ ਲੈਂਥ ਹੈਗੀ ਆ 100 ਸੈਂਟੀਮੀਟਰ, ਮੰਨ ਲੈਂਦੇ ਆ ਕਿ ਆਪਾਂ 1 ਮੀਟਰ ਦੀ ਲਈ, ਠੀਕ ਹੈ। ਤੇ ਪੂਰੀ ਤਾਰ ਤੇ ਪੋਟੈਂਸ਼ੀਅਲ ਡ੍ਰੌਪ ਕਿੰਨਾ ਹੋ ਰਿਹਾ ਦੱਸ ਮੈਨੂੰ? 200 ਵੋਲਟ। ਤਾਂ ਟੋਟਲ ਵੋਲਟੇਜ ਪਰ ਯੂਨਿਟ ਲੈਂਥ ਜੇ ਪਤਾ ਕਰਨਾ ਹੋਵੇ ਤਾਂ ਕਿੰਨਾ ਕੋ 2 ਵੋਲਟ ਪ੍ਰਤੀ ਸੈਂਟੀਮੀਟਰ ਆਊਗਾ ਕਿ ਨਹੀਂ ਦੱਸ? ਹਾਂਜੀ ਸਰ। ਕਹਿਣ ਦਾ ਭਾਵ ਇਹ ਆ ਕਿ 1 ਸੈਂਟੀਮੀਟਰ ਤੁਰਨ ਤੇ ਇਹਦੇ ਉੱਪਰ ਕਿੰਨਾ ਡ੍ਰੌਪ ਹੋ ਜਾਂਦਾ? 2। ਜੇ ਇਹ ਤੋਂ 1 ਸੈਂਟੀਮੀਟਰ ਅੱਗੇ ਆਏਗਾ 198 ਹੋ ਜਾਊਗਾ, 1 ਸੈਂਟੀਮੀਟਰ ਹੋਰ ਅੱਗੇ ਆਏਗਾ 196 ਹੋ ਜਾਊਗਾ, ਹਨਾ। ਆ ਇਹਨੂੰ ਪੋਟੈਂਸ਼ੀਅਲ ਡ੍ਰੌਪ ਕਹਿੰਦੇ, ਇਹਨੂੰ ਪੋਟੈਂਸ਼ੀਅਲ ਗ੍ਰੇਡੀਐਂਟ ਵੀ ਬੋਲਦੇ ਆ। ਮੈਂ ਬਹੁਤ ਐਕੂਰੇਸੀ ਨਾਲ ਬਾਅਦ ਪੂਰਾ ਪ੍ਰੋਪਰ ਸਮਝਾਉਂਗਾ, ਪਹਿਲਾਂ ਗੱਲ ਸਮਝ ਲਓ ਬਸ, ਠੀਕ ਹੈ ਗੱਲ ਕਿ ਨਹੀਂ? ਯੈਸ ਸਰ। ਹੁਣ ਆਪਾਂ ਪਤਾ ਕਰਾਂਗੇ, ਹੁਣ ਆ ਕੈਲੀਬ੍ਰੇਟਿੰਗ ਬੈਟਰੀ ਹੋ ਗਈ, ਵਾਇਰ ਕੈਲੀਬ੍ਰੇਟਿਡ ਵਾਇਰ ਦਾ ਆਹ ਵਾਲਾ ਸਿਰਾ ਹਾਇਰ ਆ, ਇਹਨੂੰ ਵਰਤਾਂਗੇ।
ਆ ਲੋਅਰ ਹੈ ਤੇ ਆਪਾਂ ਜਿਹੜੇ ਸੈੱਲ ਦਾ ਪਤਾ ਕਰਨਾ ਸੀ EMF ਉਹਨੂੰ ਲਾਵਾਂਗੇ ਇਹ ਹਾਇਰ ਦੇ ਨਾਲ ਜੋੜਾਂਗੇ ਐ ਕਰਕੇ। ਇਹ ਉਹ ਐਕਸ ਆ ਜਿਹੜਾ ਮੈਨੂੰ ਪਤਾ ਨਹੀਂ ਸੀ, ਬੰਦਾ ਲੈ ਕੇ ਆਇਆ ਸੀ, ਪਤਾ ਕਰਕੇ ਦੱਸੋ। ਹਾਂਜੀ ਇਹਦੇ ਨਾਲ ਇੱਥੇ ਲਾਵਾਂਗਾ ਮੈਂ ਗੈਲਵੇਨੋਮੀਟਰ, ਅੱਗੇ ਲਾ ਲਵਾਂਗਾ ਜੌਕੀ ਜਿਵੇਂ ਪਹਿਲਾਂ ਲਾਈ ਸੀ, ਜੌਕੀ ਨੂੰ ਤਾਰ ਤੇ ਰਗੜਾਂਗਾ ਮੈਂ ਇੱਥੇ ਉੱਪਰੋਂ ਦੀ ਨੀਚੇ ਨੂੰ, ਤੇ ਜੇ ਤਾਰ ਨੂੰ ਮੰਨ ਲਾ ਮੈਂ ਇੱਥੇ ਕਿਤੇ ਵੀ ਇੱਥੇ ਰਗੜਤਾ, ਇੱਥੇ ਲਾਤਾ ਮੰਨ ਲਾ, ਹਾਂਜੀ ਐਗਜ਼ਾਮਪਲ ਮੰਨ ਲਾ, ਠੀਕ ਹੈ ਨਾ। ਤੇ Yes, ਇੱਥੇ ਮੰਨ ਲਾ ਇੱਥੇ ਲਗਾਉਣ ਤੋਂ ਬਾਅਦ ਆ ਗੈਲਵੇਨੋਮੀਟਰ ਨੂੰ ਇੱਥੇ ਲਗਾਇਆ, ਇਹ ਗੈਲਵੇਨੋਮੀਟਰ ਡਿਫਲੈਕਸ਼ਨ 0 ਹੋਊਗੀ, ਤਾਂ ਇਹਦਾ ਮਤਲਬ ਕੀ ਹੋਊਗਾ ਵੀ ਇਸ x ਦਾ ਪੋਟੈਂਸ਼ੀਅਲ ਬਿਲਕੁਲ ਉਹਦੇ ਬਰਾਬਰ ਹੋਊਗਾ, ਕਿਹਦੇ ਬਰਾਬਰ, ਵੀ ਇੰਨੀ ਕਿ ਤਾਰ 'ਚ ਜਿੰਨਾ ਪੋਟੈਂਸ਼ੀਅਲ ਡ੍ਰੌਪ ਹੋਇਆ ਕਿ ਨਹੀਂ, ਹਾਂਜੀ ਸਰ ਕਿਉਂਕਿ ਆ ਹਾਇਰ ਤੇ ਆ ਲੋਅਰ ਹੋ ਗਿਆ ਨਾ ਫਿਰ ਉਹਦਾ। ਹਾਂਜੀ ਸਰ ਤੇ ਫਿਰ ਜੇ ਮੈਨੂੰ ਪੋਟੈਂਸ਼ੀਅਲ ਡ੍ਰੌਪ ਪਰ ਲੈਂਥ ਪਤਾ ਹੈ, ਆ ਲੈਂਥ ਪਤਾ ਲੱਗ ਜਵੇ ਜੀ, ਜੇ ਮੰਨ ਲਾ ਕਿਸੇ ਨੇ ਕਿਹਾ ਵੀ ਆ ਲੈਂਥ ਜਿਹੜੀ ਆ ਇਹ 35 ਸੈਂਟੀਮੀਟਰ ਆ, ਜਸਟ ਐਗਜ਼ਾਮਪਲ, ਤਾਂ ਤੂੰ ਮੈਨੂੰ ਆਪਣੇ ਆਪ ਹੀ ਦੱਸ ਦੇ ਹੁਣੇ ਬਲਜੀਤ ਤਾਂ ਕਿੰਨਾ ਹੋਊਗਾ ਸਰ 200 ਬਾਏ ਸਰ 35 ਕਰਾਂਗੇ। ਸੋਚ ਲੈ ਹਲੇ ਵੀ 200 ਬਾਏ 35 ਕਰੇਗਾ ਕਿ ਉਹ ਬੈਟਰੀ ਨੇ ਤਾਂ ਥੱਲੇ ਤੋਂ ਸ਼ੁਰੂ ਕੀਤਾ ਹੈ, ਜ਼ੀਰੋ ਕੈਲੀਬ੍ਰੇਸ਼ਨ ਤਾਂ ਥੱਲੇ ਤੱਕ ਗਈ ਹੈ ਉਹਦੀ ਜ਼ੀਰੋ, ਆ L0 ਥੋੜੀ ਆ, ਹਾਂਜੀ ਸਰ L0 ਉਹ ਤਾਂ ਪੂਰੇ ਸਰਕਟ ਦੀ ਸਚਾਈ ਆ, ਉਹਦਾ ਹੋਗੀ V/L 2 ਵੋਲਟ ਪ੍ਰਤੀ ਸੈਂਟੀਮੀਟਰ ਹੋ ਗਿਆ। ਹੁਣ ਇੱਥੇ ਆ ਲੈਂਥ 35 ਸੈਂਟੀਮੀਟਰ ਆ, 1 ਸੈਂਟੀਮੀਟਰ 'ਚ ਕਿੰਨਾ ਡ੍ਰੌਪ ਹੁੰਦਾ ਸਰ 2 ਤੇ ਫਿਰ ਆਹ ਵਾਲਾ ਆਪਣਾ ਪੁਆਇੰਟ ਹੋਏਗਾ 35 ਸੈਂਟੀਮੀਟਰ ਬਾਅਦ ਕਿੰਨਾ ਹੋਏਗਾ ਇਹ ਬਸ ਸਰ 200 ਵਿੱਚ ਸਰ 70 ਮਾਈਨਸ ਕਰਨਾ 130। ਹਾਂ 70 ਮਾਈਨਸ ਕਰੇਗਾ ਤਾਂ ਇਹਦਾ ਪੋਟੈਂਸ਼ੀਅਲ ਡਿਫਰੈਂਸ ਇਹਦੇ ਅਕ੍ਰੋਸ ਕਿੰਨਾ ਹੋਇਆ, 70 ਹੋਇਆ ਕਿ ਨਹੀਂ ਆ 10? ਹਾਂਜੀ ਸਰ ਤਾਂ x ਕਿੰਨਾ ਹੋਊਗਾ, 70 ਹੀ ਹੋਇਆ। 70 x ਕਿਹਦੇ ਬਰਾਬਰ ਹੋਗਾ, ਜਿਹੜਾ ਕਾਂਸਟੈਂਟ ਹੈ ਪੋਟੈਂਸ਼ੀਅਲ ਗ੍ਰੈਡੀਐਂਟ ਬੋਲਦੇ ਆ ਇਹਨੂੰ, ਪੋਟੈਂਸ਼ੀਅਲ ਗ੍ਰੈਡੀਐਂਟ ਗੁਣਾ ਜਿੰਨੀ ਲੈਂਥ ਤੇ ਜਾ ਕੇ ਬੈਲੈਂਸ ਪੁਆਇੰਟ ਮਿਲਿਆ। ਦੱਸੋ ਕਿਸੇ ਨੂੰ ਸਮਝ ਨਾ ਲੱਗੀ ਹੋਵੇ ਤਾਂ ਹਿਮਾਨੀ ਪਤਾ ਲੱਗੀ ਗੱਲ? Yes, sir. ਕਿੱਡਾ ਸਿੱਧਾ ਮਾਮਲਾ ਹੈ ਬਸ ਗੱਲ, ਬਸ ਪੋਟੈਂਸ਼ੀਅਲ ਗ੍ਰੈਡੀਐਂਟ ਨੂੰ ਸਮਝਣ ਦੀ ਹੈ। ਮੈਂ ਤੁਹਾਨੂੰ ਹੋਰ ਦੂਜੇ ਐਂਗਲ ਤੋਂ ਵੀ ਸਮਝਾਉਂਗਾ, ਇਹਦਾ ਅਸਲੀ ਡਾਇਗਰਾਮ ਨਹੀਂ ਗਏ ਐਵੇਂ ਬਣਾਤਾ ਮੈਂ, ਅਸਲੀ ਵੀ ਜਿਵੇਂ ਤੁਹਾਨੂੰ ਮਿਲਦਾ ਜੋ 400 ਸੈਂਟੀਮੀਟਰ ਦੀ ਤਾਰ ਹੁੰਦੀ ਹੈ, ਲੰਮੀ ਹੁੰਦੀ ਕਾਫੀ, ਤੇ ਕੰਮ ਆਹੀ ਹੁੰਦਾ ਹੈ, ਗੱਲ ਆਹੀ ਹੁੰਦੀ ਹੈ, ਪਤਾ ਹੋਣਾ ਚਾਹੀਦਾ ਬਸ ਤੁਹਾਨੂੰ। ਮੈਂ ਥੋੜਾ ਬਹੁਤਾ ਆਈਡੀਆ ਦੇ ਰਿਹਾ ਸੀ ਕਿ ਪੋਟੈਂਸ਼ੀਓਮੀਟਰ ਐਵੇਂ ਕੰਮ ਕਰਦਾ ਹੈ, ਤੇ ਇਹ 'ਚ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸਾਨੂੰ। ਇਹਦੀ ਥਿਉਰੀ ਥੋੜੀ ਜਿਹੀ ਡਿਸਕਸ ਕਰਦਾ ਮੈਂ, ਪੂਰਾ ਸ਼ੁਰੂ ਤੋਂ ਕਰਾਉਂਗਾ ਪ੍ਰੋਪਰ ਕੀ ਤੁਸੀਂ ਲਿਖਣਾ ਕਿਵੇਂ, ਕਿਉਂਕਿ ਪੇਪਰ 'ਚ ਆਉਂਦਾ ਨਾ ਲਿਖਣਾ ਤੁਹਾਨੂੰ ਆਉਣਾ ਨਹੀਂ ਤਾਂ ਲਿਖਣਾ ਕਿਵੇਂ ਹੈ, ਤਾਂ ਕਿਤਾਬ 'ਚ ਪੜ੍ਹ ਲਿਓ ਇੱਕ ਵਾਰ, ਰੱਖ ਕੇ ਮੈਂ ਕਰਾਉਂਗਾ। ਇਹਦੀ ਥਿਉਰੀ ਕੀ ਹੈ ਵੀ ਜੇ ਪੋਟੈਂਸ਼ੀਅਲ ਡ੍ਰੌਪ ਦੀ ਗੱਲ ਕਰੀਏ ਕਿਸੇ ਦੇ ਵਿੱਚੋਂ ਵੀ, ਕਿਸੇ ਤਾਰ ਦੇ ਵਿੱਚੋਂ ਰੈਜ਼ਿਸਟੈਂਸ ਇਨਟੂ ਕਰੰਟ ਹੁੰਦਾ ਕਿ ਨਹੀਂ? ਯੈਸ ਸਰ। ਜੇ ਰੈਜ਼ਿਸਟੈਂਸ ਨੂੰ ਲਿਖੀਏ ρ L/A ਇਨਟੂ ਕਰੰਟ, ਆ ਹੁੰਦਾ ਫਿਰ ਸੇਮ ਕਰ। ਹਾਂਜੀ ਸਰ। ਜੇ ਤਾਰ ਦੇ ਵਿੱਚੋਂ ਜੇ ਤਾਰ ਸੇਮ ਮਟੀਰੀਅਲ ਦੀ ਬਣੀ ਹੋਈ, ρ ਕਾਂਸਟੈਂਟ ਹੋ ਗਿਆ। ਹਾਂਜੀ ਸਰ। ਜੇ ਤਾਰ ਯੂਨੀਫਾਰਮ ਹੋਵੇ, A ਕਾਂਸਟੈਂਟ ਹੋ ਗਿਆ। ਯੈਸ ਸਰ। ਜੇ ਤਾਰ ਦਾ ਕਰੰਟ ਬਿਲਕੁਲ ਕਾਂਸਟੈਂਟ ਰੱਖੀਏ ਆਪਾਂ, ਜੇ ਕਰੰਟ ਕਾਂਸਟੈਂਟ ਰੱਖੀਏ ਤਾਂ ਕੀ ਪੋਟੈਂਸ਼ੀਅਲ ਡ੍ਰੌਪ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਂਥ ਹੋ ਜਾਊਗਾ? ਹਾਂਜੀ ਸਰ। ਠੀਕ ਹੈ ਨਾ। ਤੇ ਇਹਦੇ ਵਿੱਚ ਜਿਹੜਾ ਇਹ ρ ਕਰੰਟ I/A ਗੁਣਾ L ਹੈ ਨਾ, ਇਹ ਹੀ ਪੋਟੈਂਸ਼ੀਅਲ ਗ੍ਰੈਡੀਐਂਟ ਦਾ ਰੋਲ ਪਲੇ ਕਰ ਰਿਹਾ, ਜੋ ਤੁਸੀਂ ਹੁਣੇ ਦੇਖਿਆ ਇੱਥੇ। ਸਮਝ ਲੱਗ ਰਹੀ ਗੱਲ? ਹਾਂਜੀ ਸਰ। ਪੋਟੈਂਸ਼ੀਅਲ ਡ੍ਰੌਪ ਪਰ ਯੂਨਿਟ ਲੈਂਥ ਦਾ ਰੋਲ ਪਲੇ ਕਰ ਰਿਹਾ, ਔਰ ਮੈਂ ਦੱਸੂਗਾ ਕਿਵੇਂ। ਤਾਂ ਆਪਾਂ ਬਸ ਲੈਂਥ ਨੂੰ ਇੱਥੇ ਮਲਟੀਪਲਾਈ ਕਰ ਦੇਵਾਂਗੇ, ਜਿੰਨਾ ਵੀ ਬੈਲੈਂਸ ਪੁਆਇੰਟ ਆਏਗਾ ਤੇ ਵੋਲਟੇਜ ਮਿਲ ਜੂਗਾ। ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਥਿਉਰੀ ਇਹੀ ਕਹਿੰਦੀ ਹੈ ਕਿ ਪੋਟੈਂਸ਼ੀਅਲ ਡ੍ਰੌਪ ਅਕ੍ਰੋਸ ਐਨੀ ਲੈਂਥ ਆਫ ਵਾਇਰ is directly proportional to the length of that wire. ਠੀਕ ਹੈ? ਯੈਸ ਸਰ। ਇਹਨੂੰ ਮੈਂ ਥੋੜਾ ਡਿਟੇਲ ਚ ਕਰਾਉਂਗਾ, ਪਰ ਤੁਸੀਂ ਆਹ ਗੱਲਾਂ ਨਾ ਭੁੱਲਿਓ ਬਾਬਲ ਜੀ, ਤੂੰ ਆ ਜਿਹੜਾ ਸਿੱਖਿਆ ਆ ਗੱਲ ਨੂੰ ਧਿਆਨ ਰੱਖੀ, ਯਾਦ ਰੱਖੀ, ਸਾਰੇ ਨੇ ਯਾਦ ਰੱਖਿਓ ਆ ਕੀ ਗੱਲ ਕਰ ਰਹੇ ਸੀ ਆਪਾਂ ਇੱਥੇ। ਠੀਕ ਹੈ? ਆ ਕੀ ਗੱਲ ਕਰ ਰਹੇ ਸੀ, ਆ ਕੀ ਗੱਲ ਕਰ ਰਹੇ ਸੀ। ਠੀਕ ਹੈ? ਇਹ ਗੱਲਾਂ ਯਾਦ ਰੱਖਿਓ ਬਸ। ਪੋਟੈਂਸ਼ੀਓਮੀਟਰ ਅਗਲੇ ਲੈਕਚਰ ਚ ਬੜੇ ਵਧੀਆ ਤਰ੍ਹਾਂ ਆਰਾਮ ਨਾਲ ਹੋ ਜਾਊਗਾ, ਪਰ ਲੈਕਚਰ ਤੋਂ ਪਹਿਲਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਟੈਸਟ ਡਿਸਕਸ਼ਨ ਦਊਂਗਾ, ਜੋ ਪਿਛਲਾ ਟੈਸਟ ਹੋਇਆ ਸੀ ਉਹ ਚ ਤੁਸੀਂ ਕੀ ਗਲਤੀਆਂ ਹੋਈਆਂ ਜਾਂ ਕੀ ਤੁਹਾਡੇ ਡਾਊਟਸ ਨੇ, ਗੁਰਾਂਸ਼ ਦੇ ਜਿਵੇਂ ਕੋਈ ਡਾਊਟਸ ਨੇ ਜਾਂ ਕੁਝ ਵੀ ਹੈ, ਆਪਾਂ ਇੱਥੇ ਗੱਲ ਕਰ ਲਾਂਗੇ। ਕੱਲ ਸਵੇਰੇ ਉਹ ਗੱਲ ਕਰਦੇ ਆਂ, ਫਿਰ ਆਪਾਂ ਕੰਟੀਨਿਊ ਕਰ ਦਾਂਗੇ। ਠੀਕ ਹੈ ਜੀ? ਯੈਸ ਸਰ। Thank you, sir. ਥੈਂਕ ਯੂ।